ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਵੀ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਵਿਸ਼ਾ ਹੈ ਗੋਡੇ ਬਦਲਾਉਣ ਦਾ, ਯਾਨੀ ਕਿ ਨੀ ਰਿਪਲੇਸਮੈਂਟ। ਨੀ ਰਿਪਲੇਸਮੈਂਟ ਜਦੋਂ ਕਿਸੇ ਨੂੰ ਸੁਜੈਸਟ ਕਰ ਦਿੱਤੀ ਜਾਂਦੀ ਹੈ ਤਾਂ ਪੇਸ਼ੈਂਟਸ ਕਈ ਵਾਰੀ ਇਸ ਗੱਲੋਂ ਡਰਨ ਲੱਗ ਜਾਂਦੇ ਨੇ ਕਿ ਉਹਨਾਂ ਦੀ ਰਿਕਵਰੀ ਕਿੰਨੀ ਫਾਸਟ ਹੋ ਪਾਏਗੀ ਜਾਂ ਫਿਰ ਸਰਜਰੀ ਤੋਂ ਬਾਅਦ ਉਹਨਾਂ ਨੂੰ ਕਿੰਨੀ ਪੇਨ ਹੋਏਗੀ, ਜਾਂ ਫਿਰ ਇਸ ਤੋਂ ਇਲਾਵਾ ਉਹ ਇਸ ਗੱਲੋਂ ਵੀ ਡਰਦੇ ਨੇ ਕਿ ਜਿਹੜੀ ਹੁਣ ਪ੍ਰੋਬਲਮ ਦੀ ਵਜ੍ਹਾ ਦੇ ਕਰਕੇ ਉਹ ਆਮ ਤੌਰ ਦੇ ਉੱਤੇ ਚੱਲ ਫਿਰ ਨਹੀਂ ਪਾ ਰਹੇ, ਉਹਨਾਂ ਨੂੰ ਜੋ ਦਿੱਕਤਾਂ ਆ ਰਹੀਆਂ ਨੇ ਉਹ ਇਸ ਗੱਲੋਂ ਡਰਦੇ ਨੇ ਕਿ ਜਿੰਨੀ ਕੁ ਦਿੱਕਤ ਹੁਣ ਹੈਗੀ ਹੈ ਇਸ ਤੋਂ ਕਿਤੇ ਹੋਰ ਜ਼ਿਆਦਾ ਨਾ ਵੱਧ ਜਾਵੇ ਤੇ ਉਸ ਤੋਂ ਬਾਅਦ ਕਿਤੇ ਚੱਲਣਾ ਫਿਰਨਾ ਬਿਲਕੁਲ ਹੀ ਬੰਦ ਹੋ ਜਾਵੇ। ਉਹ ਇਸ ਗੱਲੋਂ ਡਰਨ ਲੱਗ ਜਾਂਦੇ ਨੇ ਕਿਉਂਕਿ ਉਹ ਆਲਰੇਡੀ ਇੱਕ ਇੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ ਜਿਹੜੀ ਕਿ ਕਾਫੀ ਮੁਸ਼ਕਲਾਂ ਦੇ ਨਾਲ ਭਰੀ ਹੁੰਦੀ ਹੈ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲਣਗੇ। ਜੇਕਰ ਤੁਹਾਨੂੰ ਵੀ ਮਹਿਸੂਸ ਹੁੰਦਾ ਕਿ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਰਹਿੰਦੀ ਹੈ, ਤੁਹਾਨੂੰ ਕਿਸੇ ਵੀ ਤਰੀਕੇ ਦੀ ਨੀਜ਼ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਲੱਗ ਰਹੀ ਹੈ, ਤਾਂ ਜ਼ਰੂਰ ਤੁਹਾਨੂੰ ਟਾਈਮ ਦੇ ਉੱਤੇ ਇਸ ਨੂੰ ਚੈੱਕ ਕਰਵਾਉਣਾ ਚਾਹੀਦਾ, ਡਾਇਗਨੋਸ ਕਰਵਾਉਣਾ ਚਾਹੀਦਾ ਕਿ ਆਖਿਰਕਾਰ ਪ੍ਰੋਬਲਮ ਕੀ ਹੈ। ਆਪਣੇ ਵੱਲੋਂ ਗਲਤ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ ਜਾਂ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਫਸਟ ਐਂਡ ਦੇ ਉੱਤੇ ਤੁਹਾਡੀ ਸਰਜਰੀ ਹੀ ਹੋਵੇ। ਹੋ ਸਕਦਾ ਹੈ ਤੁਹਾਨੂੰ ਇੱਕ ਬੈਟਰ ਟਰੀਟਮੈਂਟ ਦੇ ਨਾਲ ਕੁਝ ਤੁਹਾਨੂੰ ਟਾਈਮ ਅੱਛਾ ਨਿਕਲ ਜੇ ਤੁਹਾਡਾ ਔਰ ਇਸ ਦਰਦ ਤੋਂ ਛੁਟਕਾਰਾ ਹੋ ਜੇ। ਪਰ ਜੇ ਤੁਸੀਂ ਚੈੱਕ ਨਹੀਂ ਕਰਾਉਂਦੇ ਔਰ ਸਹੀ ਪ੍ਰੋਬਲਮ ਨੂੰ ਨਹੀਂ ਪਕੜਦੇ ਤਾਂ ਇਹ ਪ੍ਰੋਬਲਮ ਵੱਧਦੀ ਜਾਂਦੀ ਹੈ ਤੇ ਐਟ ਦੀ ਐਂਡ ਤੁਹਾਨੂੰ ਨੀ ਰਿਪਲੇਸਮੈਂਟ ਹੀ ਕਰਵਾਉਣੀ ਪੈਂਦੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਗੋਡਿਆਂ ਦੀ ਪਰੇਸ਼ਾਨੀ ਜਿਹੜੀ ਹੈ ਉਸ ਨੂੰ ਜ਼ਿਆਦਾ ਦੇਰ ਤੱਕ ਉਡੀਕ ਨਾ ਕੀਤੀ ਜਾਵੇ। ਇਸ ਦੇ ਨਾਲ ਕਈ ਹੋਰ ਵੀ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਸੋ ਇਹ ਪ੍ਰੋਗਰਾਮ ਵਿਚਾਰ ਵਟਾਂਦਰਿਆਂ ਵਾਲਾ ਹੈਗਾ। ਅਸੀਂ ਤੁਹਾਨੂੰ ਕੁਝ ਇਸ ਪ੍ਰੋਗਰਾਮ ਦੇ ਜ਼ਰੀਏ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਜੇਕਰ ਤੁਹਾਡੇ ਕੋਲ ਸਵਾਲ ਨੇ ਤਾਂ ਤੁਸੀਂ ਉਹ ਸਵਾਲ ਜ਼ਰੂਰ ਕਰੋ, ਚਾਹੇ ਤੁਹਾਨੂੰ ਦਿੱਕਤ ਹੈ ਜਾਂ ਨਹੀਂ ਹੈ। ਕਹਿੰਦੇ ਸਮਝ ਹੋਣੀ ਹਰ ਚੀਜ਼ ਦੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਜੇ ਤੁਹਾਨੂੰ ਨੌਲੇਜ ਹੋਊਗੀ, ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਹੈ, ਕਿਸੇ ਆਲੇ ਦੁਆਲੇ ਫਰੈਂਡ ਸਰਕਲ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਹੈ, ਜਾਂ ਫਿਰ ਜਦੋਂ ਉਮਰ ਵੱਧਦੀ ਹੈ ਤਾਂ ਅਗਰ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ, ਅਗਰ ਤੁਹਾਡੇ ਕੋਲ ਨੌਲੇਜ ਹੋਏਗੀ ਤਾਂ ਤੁਸੀਂ ਉਸ ਸਮੇਂ ਦੇ ਵਿੱਚ ਸਹੀ ਫੈਸਲਾ ਲੈ ਸਕੋਗੇ। ਸੋ ਇੱਥੇ ਵਿਚਾਰ ਵਟਾਂਦਰੇ ਦੀ ਗੱਲ ਹੋ ਰਹੀ ਹੈ। ਸੋ ਮੈਂ ਚਾਹਾਂਗਾ ਕਿ ਦਰਸ਼ਕ ਜਿਹੜੇ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ ਉਹ ਸਕਰੀਨ ਦੇ ਉੱਤੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਦੇ ਨੰਬਰਸ ਦੇ ਉੱਤੇ ਕਾਲ ਕਰਨ ਔਰ ਆਪਣੇ ਸਵਾਲ ਰੱਖਣ, ਕਿਉਂਕਿ ਜਦੋਂ ਸਵਾਲ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਜਵਾਬ ਮਿਲਦੇ ਨੇ ਤਾਂ ਉਸ ਦੇ ਨਾਲ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਜਿਨ੍ਹਾਂ ਨੇ ਸਵਾਲ ਨਹੀਂ ਵੀ ਕੀਤਾ ਹੁੰਦਾ ਉਹਨਾਂ ਨੂੰ ਵੀ ਜਵਾਬ ਮਿਲ ਜਾਂਦਾ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਅੱਗੇ ਵਧਦੇ ਹਾਂ। ਸਾਡੇ ਨਾਲ ਇਸ ਸਪੈਸ਼ਲ ਟਾਕ ਦੇ ਲਈ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਤੋਂ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਮੌਜੂਦ ਹੋਣਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਸਰੋਤਿਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਤਜਰਬਾ ਕਾਫੀ ਲੰਬਾ ਹੋ ਗਿਆ, ਹਰ ਤਰ੍ਹਾਂ ਦੇ ਪੇਸ਼ੈਂਟ ਤੁਸੀਂ ਦੇਖੇ ਨੇ ਤੇ ਉਸ ਤੋਂ ਬਾਅਦ ਹਾਲਾਂਕਿ ਬਾਅਦ ਦੇ ਵਿੱਚ ਉਹ ਪੇਸ਼ੈਂਟ ਨਹੀਂ ਰਹਿੰਦੇ, ਮੈਂ ਸੁਣਿਆ ਤੁਹਾਡੀ ਫੈਮਿਲੀ ਬਣ ਜਾਂਦੇ ਨੇ, ਤੁਹਾਡੇ ਨਾਲ ਇੱਕ ਇੱਦਾਂ ਦਾ ਉਹਨਾਂ ਦਾ ਰਿਸ਼ਤਾ ਬਣ ਜਾਂਦਾ, ਇੱਕ ਨਿੱਘਾ ਸੁਭਾਅ ਤੁਹਾਡਾ ਜਿਹੜਾ ਹਰ ਕਿਸੇ ਨੂੰ ਚੰਗਾ ਲੱਗਦਾ। ਸੋ ਉਸ ਤੋਂ ਬਾਅਦ ਵੀ ਉਹ ਤੁਹਾਡੇ ਨਾਲ ਜੁੜੇ ਰਹਿੰਦੇ ਨੇ ਤੇ ਅਗਰ ਕਿਸੇ ਹੋਰ ਨੂੰ ਤਕਲੀਫ ਹੁੰਦੀ ਹੈ ਉਹਨੂੰ ਵੀ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਕਿ ਇੱਥੋਂ ਵਾਜਬ ਤਰੀਕੇ ਦੇ ਨਾਲ ਤੁਹਾਡਾ ਇਲਾਜ ਹੋ ਜਾਏਗਾ। ਸੋ ਇਸ ਤਜਰਬੇ ਦੇ ਵਿੱਚੋਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹੋਣੀਆਂ ਜਿਹੜੇ ਪੇਸ਼ੈਂਟਸ ਆਪਣਾ ਡਰ ਤੁਹਾਡੇ ਸਾਹਮਣੇ ਰੱਖਦੇ ਹੋਣਗੇ ਕਿ ਸਾਨੂੰ ਇਸ ਗੱਲੋਂ ਡਰ ਲੱਗਦਾ ਹੈ ਜਾਂ ਉਸ ਗੱਲੋਂ ਡਰ ਲੱਗਦਾ ਹੈ, ਔਰ ਸਪੈਸ਼ਲੀ ਜਿਸ ਟਾਈਮ ਤੁਸੀਂ ਉਹਨਾਂ ਨੂੰ ਨੀ ਰਿਪਲੇਸਮੈਂਟ ਸੁਜੈਸਟ ਕਰਦੇ ਹੋ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹੋਣੀਆਂ। ਕੁਝ ਕੁ ਮੈਂ ਵੀ ਨੋਟ ਡਾਊਨ ਕੀਤੀਆਂ ਸੀ। ਇੱਕ ਤਾਂ ਆਮ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਨੂੰ ਇਹ ਡਰ ਲੱਗਦਾ ਹੈ ਕਿ ਜਦੋਂ ਆਪਰੇਸ਼ਨ ਹੋਏਗਾ ਉਸ ਤੋਂ ਬਾਅਦ ਕਿੰਨਾ ਦਰਦ ਹੋਏਗਾ ਤੇ ਰਿਕਵਰੀ ਕਿੰਨੇ ਦਿਨਾਂ ਦੇ ਵਿੱਚ ਹੋਏਗੀ, ਕਿਤੇ ਮੈਂ ਬਿਲਕੁਲ ਹੀ ਬੈੱਡ ਦੇ ਉੱਤੇ ਨਾ ਆ ਜਾਵਾਂ। ਦੂਜਾ ਡਰ ਜਿਹੜਾ ਜ਼ਿਆਦਾਤਰ ਜਿਹੜਾ ਸੁਣਨ ਦੇ ਵਿੱਚ ਆਉਂਦਾ ਉਹ ਇਹ ਲੱਗਦਾ ਹੈ ਕਿ ਜੋ ਹਾਲਾਤ ਹੁਣ ਨੇ ਇਸ ਤੋਂ ਵੀ ਕਿਤੇ ਵਰਸਟ ਨਾ ਹੋ ਜਾਣ। ਤੀਸਰਾ ਡਰ ਜਿਹੜਾ ਸਭ ਤੋਂ ਵੱਡਾ ਲੱਗਦਾ ਹੈ ਕਿਸੇ ਨੂੰ ਉਹ ਇਹ ਲੱਗਦਾ ਹੈ ਕਿ ਸਰਜਰੀ ਸਕਸੈਸਫੁਲ ਹੋ ਪਾਏਗੀ ਜਾਂ ਨਹੀਂ, ਉਸ ਤੋਂ ਬਾਅਦ ਕੋਈ ਇਨਫੈਕਸ਼ਨ ਜਾਂ ਕੋਈ ਦਿੱਕਤ ਨਾ ਆ ਜਾਵੇ। ਮੈਂ ਅੱਗੇ ਤੁਹਾਡੇ ਨਾਲ ਟਾਕ ਅੱਗੇ ਜਾਰੀ ਕਰਨਾ ਚਾਹਾਂਗਾ। ਉਸ ਤੋਂ ਪਹਿਲਾਂ ਇੱਕ ਕਾਲ ਸੀਗੀ, ਖੈਰ ਡ੍ਰੌਪ ਹੋ ਗਈ ਮੇਰੇ ਖਿਆਲ ਨਾਲ, ਤਾਂ ਦਰਸ਼ਕ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਦੁਬਾਰਾ ਕਾਲ ਕਰ ਲੈਣ। ਸੋ ਡਾਕਟਰ ਸਾਹਿਬ, ਤੁਹਾਡੇ ਕੋਲ ਬਿਹਤਰ ਤਜਰਬਾ ਹੈ, ਸੋ ਮੈਂ ਚਾਹਾਂਗਾ ਕਿ ਤੁਸੀਂ ਉਹ ਦਰਸ਼ਕਾਂ ਨੂੰ ਦੱਸੋ ਕਿੱਦਾਂ ਦੇ ਡਰ ਹੁੰਦੇ ਨੇ ਤੇ ਕਿਵੇਂ ਉਹਨਾਂ 'ਚੋਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਸਕਦੇ ਹੋ। ਦੇਖੋ, ਸਭ ਤੋਂ ਪਹਿਲੇ ਤਾਂ ਜਦੋਂ ਪੇਸ਼ੈਂਟ ਸਾਡੇ ਕੋਲ ਪਹੁੰਚਦੇ ਨੇ ਉਹਨਾਂ ਦੇ ਅਸੀਂ ਜਨਰਲ ਚੈੱਕਅਪ ਕਰਦੇ ਹਾਂ, ਐਕਸਰੇ ਕਰਦੇ ਹਾਂ, ਦੇਖਦੇ ਹਾਂ ਕਿ ਪੇਸ਼ੈਂਟ ਨੂੰ ਕਿੰਨੀ ਦਿੱਕਤ ਹੈ, ਕਿ ਉਹਨੂੰ ਹਜੇ ਮੈਡੀਸਿਨ ਨਾਲ ਆਪਾਂ ਠੀਕ ਕਰ ਸਕਦੇ ਹਾਂ ਜਾਂ ਕੋਈ ਦੂਰਬੀਨ ਜਾਂ ਕੋਈ ਮਾਈਨਰ ਓਸਟੀਓਟਮੀ ਨਾਲ ਠੀਕ ਕਰ ਸਕਦੇ ਹਾਂ, ਕੋਈ ਗੋਡੇ ਦੇ ਇੰਜੈਕਸ਼ਨ ਨਾਲ ਠੀਕ ਕਰ ਸਕਦੇ ਹਾਂ, ਜਾਂ ਉਹਨੂੰ ਨੀ ਰਿਪਲੇਸਮੈਂਟ ਦੀ ਹੀ ਲੋੜ ਹੈ। ਤਾਂ ਜਦੋਂ ਨੀ ਰਿਪਲੇਸਮੈਂਟ ਦੀ ਸੁਜੈਸ਼ਨ ਦਿੱਤੀ ਜਾਂਦੀ ਤਾਂ ਜਿਵੇਂ ਤੁਸੀਂ ਦੱਸਿਆ ਕਿ ਮੋਸਟਲੀ ਆਹੀ 3 ਡਰ ਹੁੰਦੇ ਨੇ ਜਿਹੜੇ ਪੇਸ਼ੈਂਟ ਦੇ ਮਨ ਵਿੱਚ ਆਉਂਦੇ ਨੇ। ਤੇ ਬੇਸਿਕਲੀ ਤਾਂ ਇੱਕ ਆਪਰੇਸ਼ਨ ਦੇ ਨਾਮ ਦਾ ਡਰ ਹੀ ਸਭ ਤੋਂ ਵੱਡਾ ਡਰ ਹੈ ਕਿ ਚੀਰਾ ਲਗਵਾਉਣਾ ਪਏਗਾ, ਆਪਰੇਟਿੰਗ ਟੇਬਲ ਤੇ ਲੇਟਣਾ ਪਏਗਾ। ਜੀ।
ਹੁਣ ਤੋਂ ਜੇ ਆਪਾਂ 10 ਸਾਲ ਪਹਿਲੇ ਦੀ ਗੱਲ ਕਰੀਏ, 12 ਸਾਲ ਪਹਿਲੇ ਦੀ ਗੱਲ ਕਰੀਏ, ਜਦੋਂ ਅਸੀਂ ਸ਼ੁਰੂ ਕੀਤਾ ਸੀਗਾ, ਤੇ ਹੁਣ ਦੀ ਗੱਲ ਕਰੀਏ, ਇਹ ਡਰ ਲੋਕਾਂ ਦੇ ਮਨ 'ਚ ਬਹੁਤ ਘੱਟ ਗਏ ਨੇ। ਸਰਜਰੀ ਦੇ ਪਾਸੇ ਕਹਿ ਲਓ, ਪੇਸ਼ੈਂਟਸ ਦੇ ਰਿਜ਼ਲਟਸ ਦੇਖ ਕੇ ਜਾਂ ਨੰਬਰ ਆਫ ਸਰਜਰੀ ਜਿੰਨੀਆਂ ਹੋ ਗਈਆਂ ਨੇ ਉਹਨਾਂ ਨੂੰ ਦੇਖ ਕੇ ਕੌਨਫੀਡੈਂਸ ਇੱਕ ਸਰਜਰੀ ਤੇ ਲੋਕਾਂ ਨੂੰ ਆ ਗਿਆ ਹੈ ਤੇ ਟੈਕਨੀਕ ਤੇ ਆ ਗਿਆ ਹੈ। ਬਟ ਸਟਿਲ ਇਹ ਸਾਰੇ ਡਰ ਬੜੇ ਜਾਇਜ਼ ਹੈਗੇ ਨੇ, ਤੇ ਹਰ ਇੱਕ ਮਤਲਬ ਕਹਿ ਲਓ ਨਾ 20 to 30% ਪੇਸ਼ੈਂਟ ਸਟਿਲ ਹੈਗੇ ਨੇ ਜਿਹੜੇ ਇਹਨਾਂ ਡਰਾਂ ਦੇ ਨਾਲ ਆਉਂਦੇ ਨੇ। ਤਾਂ ਸਭ ਤੋਂ ਪਹਿਲਾ ਡਰ ਹੈਗਾ ਜੀ ਕਿ ਦਰਦ ਬਹੁਤ ਹੋਏਗਾ। ਤਾਂ ਚਲੋ ਜਿਵੇਂ ਅੱਜ ਤੋਂ 10 ਸਾਲ 15 ਸਾਲ 5 ਸਾਲ ਪਹਿਲੇ ਵੀ ਜਿਹੜੀਆਂ ਟੈਕਨੀਕ ਸੀਗੀਆਂ, ਉਸ ਤੋਂ ਹੁਣ ਦੀ ਟੈਕਨੀਕ ਦੇ ਵਿੱਚ ਜੋ ਫਰਕ ਪਿਆ ਹੈ ਕਿ ਜਿਹੜੇ ਸੌਫਟ ਟਿਸ਼ੂਜ਼ ਨੇ ਜਾਂ ਮਸਲਸ ਨੇ, ਲਿਗਾਮੈਂਟਸ ਨੇ, ਉਹਨਾਂ ਦੀ ਹੈਂਡਲਿੰਗ ਬਹੁਤ ਹੀ ਜੈਂਟਲ ਹੋ ਗਈ ਹੈ। ਜਿਵੇਂ ਕਹਿ ਲਓ ਨਾ, ਇੱਕ ਸਰਜਰੀ ਨੂੰ ਅਸੀਂ ਸਮਝਣਾ ਸ਼ੁਰੂ ਕਰਦੇ ਹਾਂ ਤਾਂ ਉਹਦੇ ਅਸੀਂ ਜਿਵੇਂ ਪੁਰਾਣੇ 10-15 ਹੁਣ ਕਹਿ ਲਓ ਨੀ ਰਿਪਲੇਸਮੈਂਟ ਨੂੰ ਹੁੰਦੇ ਅਰਾਊਂਡ 40 ਸਾਲ ਹੋ ਗਏ ਨੇ। ਤਾਂ ਓਵਰ ਟਾਈਮ ਜਿਹੜੀ ਟੈਕਨੀਕ ਇਵੋਲਵ ਕੀਤੀ ਹੈ ਉਹ ਹੁਣ ਆਈ ਥਿੰਕ ਆਪਣੀ ਪ੍ਰਾਈਮ ਤੇ ਪਹੁੰਚ ਗਈ ਹੈ, ਕਿ ਜਿਹਦੇ ਵਿੱਚ ਹੁਣ ਆਸ-ਪਾਸ ਦੇ ਮਸਲਸ ਨੂੰ ਵੀ ਪੂਰਾ ਰਿਸਪੈਕਟ ਕੀਤਾ ਜਾਂਦਾ, ਛੇੜਛਾੜ ਨਹੀਂ ਕੀਤੀ ਜਾਂਦੀ, ਲਿਗਾਮੈਂਟਸ ਨੂੰ ਵੀ ਮਿਨੀਮਮ ਛੇੜਛਾੜ ਕੀਤੀ ਜਾਂਦੀ ਹੈ। ਐਡਵਾਂਸ ਟੈਕਨੀਕ ਜਿਵੇਂ ਕੰਪਿਊਟਰ ਨੈਵੀਗੇਸ਼ਨ ਜਾਂ ਰੋਬੋਟਿਕ ਸਰਜਰੀ ਵੀ ਆ ਗਈ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਆਗਮਨ ਨਾਲ ਪਲੱਸ ਬੈਟਰ ਪੇਨ ਕੰਟਰੋਲ ਟੈਕਨੀਕਸ, ਬੈਟਰ ਐਨੈਸਥੀਸੀਆ ਟੈਕਨੀਕਸ, ਜਿਹੜੇ ਬਲੌਕਸ ਆ ਗਏ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਜਿਹੜਾ ਮੇਨ ਡਰ ਸੀ ਪੇਸ਼ੈਂਟ ਦਾ ਦਰਦ ਦਾ, ਉਸ ਤੋਂ ਤਾਂ ਨਿਜਾਤ ਪਾ ਲਿਆ ਗਿਆ। ਹੁਣ ਮੈਂ ਇਹ ਵੀ ਨਹੀਂ ਕਹੂੰਗਾ ਕਿ ਆਪਰੇਸ਼ਨ ਤੋਂ ਬਾਅਦ ਬਿਲਕੁਲ ਹੀ ਦਰਦ ਨਹੀਂ ਹੁੰਦਾ, 100% ਪੇਨ ਫ੍ਰੀ ਹੈ, ਜੋ ਕਿ ਬੜੇ ਹਸਪੀਟਲਸ ਕਲੇਮ ਕਰਦੇ ਹੈਗੇ ਨੇ ਜਸਟ ਫੁੱਲ ਇਨ ਪੇਸ਼ੈਂਟਸ। ਤਾਂ ਜਿਹੜੀ ਸੱਚੀ ਸੁੱਚੀ ਗੱਲ ਇਹ ਹੈ ਕਿ ਪੇਨ ਹੁਣ ਘਟ ਗਿਆ ਹੈਗਾ ਤੇ ਟੋਲਰੇਬਲ ਲਿਮਿਟ 'ਚ ਪਹੁੰਚ ਗਿਆ, ਜਿੰਨਾ ਸਹਿਣਯੋਗ ਹੁੰਦਾ। ਉਹ ਵੀ ਸਿਰਫ ਫਸਟ ਨਾਈਟ ਦਾ ਇੱਕ ਪੇਨ ਹੈਗਾ ਜਿਹੜਾ ਸਹਿਣਯੋਗ ਲੈਵਲ ਤੋਂ ਹੈ। ਓਪਰੇਟ ਤੋਂ ਅਗਲੇ ਦਿਨ ਤਾਂ ਆਪਾਂ ਦੇਖ ਹੀ ਪਾ ਰਹੇ ਹਾਂ ਕਿ ਮਰੀਜ਼ ਜਿਵੇਂ ਸਾਹਮਣੇ ਨੇ ਉਹ ਦੂਸਰੇ ਜਾਂ ਤੀਸਰੇ ਦਿਨ ਕਿਵੇਂ ਕੰਫਰਟੇਬਲੀ ਤੁਰ ਪਾ ਰਹੇ ਨੇ। ਤਾਂ ਪੇਨ ਮੈਨੇਜੇਬਲ ਹੋ ਗਿਆ, ਟੋਲਰੇਬਲ ਹੋ ਗਿਆ। ਪਹਿਲੇ ਜਿਹੜਾ ਲੋਕ ਅਸੀਂ ਸੁਣਦੇ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਜੀ ਬਰਦਾਸ਼ਤ ਤੋਂ ਬਾਹਰ ਦਾ ਦਰਦ ਹੈ, ਕਿ ਮਤਲਬ ਇਹ ਹੁੰਦਾ ਕਿ ਬੰਦਾ ਕਿ ਜੀ ਇਸ ਤੋਂ ਤਾਂ ਮਰ ਜਾਂਦੇ, ਉਹ ਵਾਲਾ ਚੰਗਾ। ਬਟ ਹੁਣ ਉਹ ਵਾਲੀ ਗੱਲ ਨਹੀਂ ਰਹੀ ਹੈਗੀ। ਤੇ ਪਹਿਲੇ ਇਹ ਵੀ ਡਰ ਜਾਂ ਲੋਕਾਂ ਤੋਂ ਸੁਣਦੇ ਹੁੰਦੇ ਸੀਗੇ ਕਿ 3-3 ਮਹੀਨੇ 6-6 ਮਹੀਨੇ ਦਰਦ ਰਹਿੰਦਾ। ਤਾਂ ਉਹ ਸਾਰੀ ਚੀਜ਼ਾਂ ਬਦਲ ਕੇ ਫਸਟ ਨਾਈਟ ਇੱਕ ਆ ਗਈ ਹੈ ਜਿਹੜੇ ਕਿ ਮੈਨੇਜੇਬਲ ਲੈਵਲ ਆਫ ਪੇਨ ਹੈਗਾ, ਬਿਕੋਜ਼ ਐਪੀਡਿਊਰਲ ਐਨੈਸਥੀਸੀਆ ਜਾਂ ਗੋਡੇ ਦੇ ਅੰਦਰ ਇੰਜੈਕਸ਼ਨ ਅਸੀਂ ਲਗਾਉਣ ਲੱਗ ਗਏ ਹੈਗੇ, ਜਿਨ੍ਹਾਂ ਨਾਲ ਕਿ ਪੇਨ ਨੂੰ ਅਸੀਂ ਬਿਹਤਰ ਕੰਟਰੋਲ ਕਰ ਪਾ ਰਹੇ ਹਾਂ। ਤਾਂ ਇਹਦੇ ਵਿੱਚ ਜਿਵੇਂ ਹੁਣ ਆ ਮਾਤਾ ਜੀ ਦੇਖ ਰਹੇ ਹਾਂ ਆਪਾਂ, ਵੱਧ ਖਰਾਬ ਗੋਡਿਆਂ ਦੇ ਹੋਣ ਦੇ ਬਾਵਜੂਦ ਜੇ ਕੋਈ ਤੀਸਰੇ ਦਿਨ ਪੇਸ਼ੈਂਟ ਬਿਨਾਂ ਵਾਕਰ ਸਪੋਰਟ ਤੋਂ ਤੁਰ ਪਾ ਰਿਹਾ ਤਾਂ ਉਹਦਾ ਦਰਦ ਤਾਂ ਖਤਮ ਹੈਗਾ, ਤਾਂ ਹੀ ਉਹ ਤੁਰ ਪਾ ਰਿਹਾ ਹੈਗਾ। ਜੀ ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਜਿਹੜਾ ਜਿਹੜਾ ਕਲਿੱਪ ਚੱਲ ਰਿਹਾ ਇਹਨਾਂ ਮਾਤਾ ਜੀ ਦੀ ਗੱਲ ਹੋ ਰਹੀ ਹੈ, ਕਿੰਨਾ ਟਾਈਮ ਹੋ ਗਿਆ? ਮਤਲਬ ਇਹ ਦੂਸਰੇ ਦਿਨ ਦੀ ਹੈ, ਤੀਸਰੇ ਦਿਨ ਦੀ ਹੈ ਉਹਨਾਂ ਦੀ? ਥਰਡ ਡੇ ਵਾਕ ਹੈ ਜੀ ਉਹਨਾਂ ਦੀ। ਤੇ ਆਪਾਂ ਪਹਿਲੇ ਦੇਖ ਪਾ ਰਹੇ ਕਿ ਸੋਟੀ ਨਾਲ ਵੀ ਮੁਸ਼ਕਿਲ ਨਾਲ ਤੁਰ ਪਾ ਰਹੇ ਸੀ, ਲੱਤਾਂ ਬਾਹਰੋਂ ਨਿਕਲੀਆਂ ਸੀ। ਤੇ ਹੁਣ ਥਰਡ ਡੇ ਮੋਸਟਲੀ ਇਹਨਾਂ ਦੀ ਜੇ ਆਪਾਂ ਇੰਟਰਵਿਊ ਵੀ ਸੁਣੀ ਨਾ ਇੰਸਟਾਗ੍ਰਾਮ ਪੇਜ ਤੇ ਹੈ ਕਿ ਇਹ ਵੀ ਉਹਨਾਂ ਦੀ ਹੋਈ ਹੈ ਵੀਡੀਓ, ਤੇ ਇਹਨਾਂ ਦੇ ਅੱਖਾਂ 'ਚੋਂ ਹੰਝੂ ਆ ਗਏ ਸੀ। ਇਹਨਾਂ ਨੂੰ ਲੱਗਿਆ ਨਹੀਂ ਸੀਗਾ, ਇਹਨਾਂ ਦੇ ਮਨ 'ਚ ਇਹੀ ਡਰ ਸੀ ਜਿਹਦੇ ਕਰਕੇ ਇਹਨਾਂ ਨੇ 15 ਸਾਲ ਖਰਾਬ ਕੀਤੇ ਸੀ। ਤਾਂ ਇਹਨਾਂ ਦੇ ਮਨ 'ਚ ਇਹੀ ਡਰ ਸੀ ਕਿ ਤੁਰ ਪਾਵਾਂਗੇ ਕਿ ਨਹੀਂ, ਬਾਅਦ ਦੇ ਵਿੱਚ ਇਸ ਤੋਂ ਵੀ ਮਾੜੀ ਹਾਲਤ ਤਾਂ ਨਹੀਂ ਹੋ ਜਾਏਗੀ। ਤਾਂ ਜਦੋਂ ਤੀਸਰੇ ਦਿਨ ਬਿਨਾਂ ਸਪੋਰਟ ਤੋਂ ਤੁਰੇ ਤੇ ਉਸ ਟਾਈਮ ਤੇ ਸ਼ੀ ਸਟਾਰਟਡ ਕਰਾਈਂਗ ਬਿਕੋਜ਼ ਇਮੋਸ਼ਨਲ ਹੋ ਗਏ ਸੀ। ਇਹਨਾਂ ਨੂੰ ਐਂ ਲੱਗਿਆ ਸੀਗਾ ਕਿ ਹੁਣ ਇੱਕ ਨਵੀਂ ਲਾਈਫ ਸ਼ੁਰੂ ਹੋ ਗਈ ਜਿਸ 'ਚ ਆਪਣੇ ਆਪ ਤੁਰ ਪਾ ਰਹੇ ਨੇ। ਡਾਕਟਰ ਸਾਹਿਬ, ਇੱਕ ਚੀਜ਼ ਮੈਂ ਦੇਖੀ ਹੈ, ਦੇਖੋ ਲੋਕ ਨਾ ਟੈਸਟੀਮੋਨੀਅਲਸ ਯਾਨੀ ਕਿ ਜਿਹੜੇ ਲੋਕ ਆਪਣਾ ਪਹਿਲਾਂ ਦਾ ਤਜਰਬਾ ਦੱਸਦੇ ਨੇ ਉਹਨਾਂ ਦੇ ਉੱਤੇ ਭਰੋਸਾ ਕਰਦੇ ਨੇ, ਕਰਨਾ ਵੀ ਚਾਹੀਦਾ। ਖੈਰ, ਜਿਹੜਾ ਹੁਣ ਕੋਈ ਇਹ ਕਹੂਗਾ ਕਿ ਮੈਂ ਤਾਂ ਦੂਜੇ ਤੀਜੇ ਦਿਨ 'ਚ ਤੁਰਨ ਲੱਗ ਗਿਆ, ਵਿਦਆਊਟ ਵਾਕਰ ਚੱਲਣ ਲੱਗ ਗਿਆ, ਮੈਨੂੰ ਕੋਈ ਦਰਦ ਨਹੀਂ ਹੋਇਆ, ਉਹ ਵੀ ਆਪਣਾ ਤਜਰਬਾ ਹੀ ਦੱਸ ਰਿਹਾ ਹੈ। ਪਰ ਕੁਝ ਇੱਦਾਂ ਦੇ ਲੋਕ ਵੀ ਆਪਣਾ ਤਜਰਬਾ ਦੱਸਦੇ ਨੇ ਜਿਨ੍ਹਾਂ ਨੇ ਪਹਿਲਾਂ ਸਰਜਰੀਜ਼ ਕਰਵਾਈਆਂ ਜਿਸ ਟਾਈਮ ਟੈਕਨੋਲੋਜੀ ਇੰਨੀਆਂ ਐਡਵਾਂਸ ਨਹੀਂ ਸੀਗੀਆਂ। ਉਹ ਦੱਸਦੇ ਨੇ ਕਿ ਬਹੁਤ ਦਿੱਕਤ ਹੋਈ ਸੀ, ਬਹੁਤ ਪਰੇਸ਼ਾਨੀ ਹੋਈ ਸੀ, ਇਹ ਤਾਂ ਖੱਜਲ ਹੋਣ ਵਾਲਾ ਕੰਮ ਹੋ ਜਾਂਦਾ ਹੈ ਜਾਂ ਫਿਰ ਬਾਅਦ 'ਚ ਦਿੱਕਤਾਂ ਆਉਂਦੀਆਂ ਨੇ। ਸੋ ਉਹ ਵੀ ਇੱਕ ਤਜਰਬੇ ਨੇ। ਪਰ ਮੈਂ ਇਹ ਸੋਚਦਾ ਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀ ਕਿ ਆਪਣੀ ਨੌਲੇਜ ਨੂੰ ਗੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇੱਥੇ ਵੀ ਮੈਂ ਦਰਸ਼ਕਾਂ ਨੂੰ ਫਿਰ ਤੋਂ ਰਿਕੁਐਸਟ ਕਰਾਂਗਾ ਕਿ ਅਸੀਂ ਇਸ ਸਮੇਂ ਇੱਕ ਨੌਲੇਜ ਸ਼ੇਅਰਿੰਗ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਜੇਕਰ ਤੁਹਾਡੇ ਕੋਲ ਕੋਈ ਡਾਊਟ ਜਾਂ ਸਵਾਲ ਆਉਂਦਾ ਹੈ ਤਾਂ ਤੁਸੀਂ ਬੇਝਿਜਕ ਪੁੱਛ ਸਕਦੇ ਹੋ। ਜੇ ਤੁਹਾਨੂੰ ਫਿਰ ਵੀ ਕੋਈ ਲੱਗਦਾ ਹੈ ਕਿ ਜੋ ਡਾਕਟਰ ਸਾਹਿਬ ਦੱਸ ਰਹੇ ਨੇ ਉਸ ਤੋਂ ਉੱਪਰ ਵੀ ਕੋਈ ਸਵਾਲ ਲੱਗਦਾ ਹੈ ਕਿ ਨਹੀਂ ਜੀ ਇੱਦਾਂ ਨਹੀਂ ਹੁੰਦਾ ਜਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ, ਤਾਂ ਤੁਸੀਂ ਬੇਝਿਜਕ ਉਸ ਚੀਜ਼ ਨੂੰ ਪੁੱਛ ਸਕਦੇ ਹੋ ਤਾਂ ਕਿ ਤੁਹਾਡਾ ਡਾਊਟ ਕਲੀਅਰ ਹੋਵੇ। ਭਾਵੇਂ ਉਹ ਦਿੱਕਤ ਤੁਹਾਨੂੰ ਹੈ ਜਾਂ ਨਹੀਂ ਹੈ, ਪਰ ਬਹੁਤ ਸਾਰੇ ਹੋਰ ਲੋਕਾਂ ਨੂੰ ਹੋ ਸਕਦੀ ਹੈ ਜਿਹੜੇ ਪ੍ਰੋਗਰਾਮ ਦੇਖ ਰਹੇ ਹੋਣ, ਉਹਨਾਂ ਨੂੰ ਵੀ ਉਸ ਦਾ ਜਵਾਬ ਮਿਲੂਗਾ। ਸੋ ਡਾਕਟਰ ਸਾਹਿਬ, ਤਜਰਬਿਆਂ ਬਾਰੇ ਕੀ ਕਹੋਗੇ? ਜੋ ਪਹਿਲਾਂ ਦੇ ਤਜਰਬੇ ਤੇ ਹੁਣ ਦੇ ਤਜਰਬਿਆਂ 'ਚ ਇੰਨਾ ਜ਼ਿਆਦਾ ਫਰਕ ਆ ਗਿਆ ਹੈ, ਸੋ ਪੇਸ਼ੈਂਟਸ ਦਾ ਕੀ ਕਹਿਣਾ ਹੁੰਦਾ ਜਦੋਂ ਤੁਹਾਡੇ ਕੋਲ ਉਹ ਠੀਕ ਹੋ ਕੇ ਜਾਂਦੇ ਨੇ? ਹੁਣ
ਦੇਖੋ ਲੋਕ ਇਹੀ ਸਾਰਾ ਕੁਛ ਹੈ, ਜਿਵੇਂ ਅੱਜ ਦੀ ਜੇ ਗੱਲ ਕਰੀਏ ਤਾਂ ਇੱਕ ਪੇਸ਼ੈਂਟ ਸੀ ਜਿਹੜਾ ਕਿ ਆਪਣੇ 2-3 ਰਿਲੇਟਿਵਸ ਉਹਦੇ ਕਰਾ ਚੁੱਕੇ ਸੀ ਆਲਰੇਡੀ। ਅੱਛਾ। ਤੇ ਫਿਰ ਵੀ ਉਹਦੇ ਮਨ 'ਚ ਡਰ ਸੀ ਕਿ ਜੀ ਨਹੀਂ, ਮੈਨੂੰ ਘਬਰਾਹਟ ਹੁੰਦੀ ਹੈ, ਮੈਂ ਬੰਦ ਕਮਰੇ 'ਚ ਵੀ ਨਹੀਂ ਰਹਿ ਸਕਦਾ, ਮੈਨੂੰ ਬਾਅਦ 'ਚ ਵੀ ਡਰ ਲੱਗਦਾ ਕਿ ਦਰਦ ਹੋਏਗਾ। ਉਹ ਸਾਰੇ ਮਤਲਬ ਕਹਿ ਲਓ ਨਾ, ਜਿੰਨੇ ਵੀ ਸਾਰੇ ਡਰ ਸੀਗੇ ਉਹਨਾਂ ਦੇ ਮਨ 'ਚ ਸੀਗੇ। ਤੇ ਅੱਜ ਜਦੋਂ ਛੁੱਟੀ ਹੋ ਕੇ ਗਏ ਨੇ ਤਾਂ ਆਈ ਥਿੰਕ ਸਭ ਤੋਂ ਵੱਧ ਕਹਿ ਲਓ ਨਾ ਟੈਸਟੀਮੋਨੀਅਲ 'ਚ ਬੋਲ ਕੇ ਗਏ ਨੇ ਕਿ ਹਾਂਜੀ, ਕਿ ਮੇਰੀ ਉਮਰ ਵੀ ਡਾਕਟਰ ਸਾਹਿਬ ਨੂੰ ਲੱਗ ਜੇ, ਮਤਲਬ ਇਸ ਲੈਵਲ ਤੱਕ ਦੀ ਗੱਲ ਜੀ। ਕਰਕੇ ਗਏ ਨੇ। ਤੇ ਉਹ ਇਸ ਤੋਂ ਇਹੀ ਹੁੰਦਾ ਕਿ ਉਹਨਾਂ ਨੇ ਇਹੀ ਕਲੀਅਰ ਕੀਤਾ ਕਿ ਹਾਂਜੀ, ਮੈਨੂੰ ਇੰਨੇ ਡਰ ਸੀਗੇ ਕਿ ਮੈਂ ਕਿਤੇ ਇਹ ਨਾ ਹੋ ਜਾਏ, ਕਿਤੇ ਮੈਂ ਮਾਰੀ ਨਾ ਜਾਵਾਂ। ਮਤਲਬ ਇਹ ਕਹਿ ਲਓ ਨਾ, ਹੱਦ ਤੋਂ ਹੱਦ ਵਾਲੇ ਡਰ ਉਹਨਾਂ ਨੂੰ ਸੀਗੇ ਕਿ ਮੇਰੇ ਨਾਲ ਇਹ ਨਾ ਹੋ ਜਾਏ, ਕੁਝ ਹੋ ਜਾ ਜੇ। ਪਲੱਸ ਜਦੋਂ ਉਹਨਾਂ ਦੀ ਸਰਜਰੀ ਵਧੀਆ ਹੋ ਗਈ, ਉਹਨਾਂ ਨੂੰ ਦੁੱਖ ਤਕਲੀਫ ਨਹੀਂ ਹੋਈ, ਦਰਦ ਵੀ ਨਹੀਂ ਹੋਇਆ, ਸਾਰਾ ਕੁਝ ਉਹ ਪੇਸ਼ੈਂਟ ਆਪਣਾ ਜਦੋਂ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਤਾਂ ਉਹਨਾਂ ਦੀ ਗੱਲਾਂ ਦੇ ਵਿੱਚੋਂ ਇੱਕ ਨੈਚੁਰਲ ਭਾਵ ਮਤਲਬ ਦਿਖ ਜਾਂਦਾ ਹੈ, ਜਿਹੜਾ ਕਿ ਮਰੀਜ਼ਾਂ ਨੂੰ ਫੀਲ ਹੋ ਜਾਂਦਾ। ਬਿਕੋਜ਼ ਜਿਹੜੀ ਕਹਿ ਲਓ ਨਾ, ਕੋਈ ਕੁੱਕ ਅਪ ਕਰਕੇ ਸਟੋਰੀ ਕੀਤੀ ਜਾਵੇ, ਉਹਦੇ ਵਿੱਚੋਂ ਇੱਕ ਇਮੋਸ਼ਨਲ ਟੱਚ ਨਹੀਂ ਆਉਂਦਾ। ਤੇ ਨਾਲੇ ਸਟੋਰੀ ਜੇ ਘੁਮਾਵਾਂਗੇ ਤਾਂ 1 ਤੋਂ 2 ਤੋਂ 3 ਤੋਂ ਹੋ ਸਕਦੀ ਹੈ। ਮਤਲਬ ਜੇ ਕੋਈ ਇੰਸਟਾਗ੍ਰਾਮ ਪੇਜ ਮੇਰੇ ਤੇ ਦੇਖੇ ਜਾਂ ਫੇਸਬੁੱਕ ਪੇਜ ਹਸਪੀਟਲ ਤੇ ਜਾ ਕੇ ਦੇਖੇ ਤਾਂ ਆਈ ਥਿੰਕ ਪਿਛਲੇ 6 ਮਹੀਨਿਆਂ 'ਚ ਮੋਰ ਦੈਨ 100 ਪੀਪਲ ਹੈਵ ਗਿਵਨ देयर ਟੈਸਟੀਮੋਨੀਅਲਸ, ਜਿਹੜੇ ਕਿ ਆਪ ਸਾਨੂੰ ਹੁਣ ਕਈ ਮਰੀਜ਼ ਤਾਂ ਓਪੀਡੀ ਦੇ ਵਿੱਚ ਆਉਂਦੇ ਕਿ ਜੀ ਸਰ, ਸਾਡੀ ਰਿਕਾਰਡਿੰਗ ਹੋਈ ਸੀ, ਹਜੇ ਤੱਕ ਤੁਹਾਡੇ ਪੇਜ ਤੇ ਕਿਉਂ ਨਹੀਂ ਆਈ ਹੈਗੀ। ਤਾਂ ਜੀ। ਮਤਲਬ ਲੋਕਾਂ ਨੂੰ ਵੀ ਇਹ ਉਤਾਵਲਾ ਹੁੰਦਾ ਕਿ ਮੈਂ ਕੁਝ, ਮੇਰਾ ਐਕਸਪੀਰੀਅੰਸ ਹੈ ਉਹ ਲੋਕਾਂ ਤੱਕ ਜ਼ਰੂਰ ਪਹੁੰਚੇ। ਤਾਂ ਬਿਲਕੁਲ। ਮਤਲਬ ਇਹ ਵਾਲੀ ਚੀਜ਼ ਪਹਿਲੇ ਮਤਲਬ ਲੋਕ ਝਿਜਕਦੇ ਸੀਗੇ, ਆਪਣਾ ਐਕਸਪੀਰੀਅੰਸ ਨਹੀਂ ਸ਼ੇਅਰ ਕਰਦੇ ਸੀ। ਹੁਣ ਸਗੋਂ ਲੋਕ ਸ਼ੇਅਰ ਕਰਨਾ ਚਾਹੁੰਦੇ ਨੇ ਤਾਂ ਕਿ ਵੱਧ ਤੋਂ ਵੱਧ ਲੋਕ ਜਿਨ੍ਹਾਂ ਦੇ ਮਨਾਂ 'ਚ ਡਰ ਹੈਗੇ ਉਹ ਟੈਸਟੀਮੋਨੀਅਲਸ ਦੇਖਣ ਤੇ ਉਹਨਾਂ ਦੇ ਵੀ ਮਨ 'ਚ ਜਿਵੇਂ ਕੋਈ ਨਾ ਕੋਈ, ਜੇ ਤੁਸੀਂ ਕਹਿ ਰਹੇ ਹੋ ਨਾ, ਪੇਸ਼ੈਂਟ ਸਾਈਕੋਲੋਜੀ ਸਾਰਿਆਂ ਦੀ ਸੇਮ ਹੈ। ਜੇ ਕਿਸੇ ਇੱਕ ਦੇ ਮਨ ਦਾ ਡਰ ਹੈ, ਹੋ ਸਕਦਾ ਕਿਸੇ 4 ਹੋਰ ਮਰੀਜ਼ਾਂ ਦੇ ਮਨ ਦਾ ਡਰ ਵੀ ਸੇਮ ਨਿਕਲੇ। ਤਾਂ ਉਹੀ ਹੈ ਕਿ ਪੇਸ਼ੈਂਟ ਟੂ ਪੇਸ਼ੈਂਟ ਦਾ ਕਨੈਕਟ ਜ਼ਿਆਦਾ ਬੈਟਰ ਬਣਦਾ। ਤੇ ਮੇਰੇ ਕਹਿਣ ਨਾਲੋਂ ਜੇ ਕੋਈ ਪੇਸ਼ੈਂਟ ਦੀ ਗੱਲ ਸੁਣਦਾ ਤਾਂ ਆਈ ਥਿੰਕ ਉਹਨਾਂ ਨੂੰ ਜ਼ਿਆਦਾ ਫੀਲ ਆਉਂਦਾ, ਬਿਕੋਜ਼ ਉਹ ਵੀ ਸੇਮ ਦਿੱਕਤਾਂ ਤੋਂ ਨਿਕਲ ਰਹੇ ਨੇ। ਔਰ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਇਹ ਟੈਸਟੀਮੋਨੀਅਲ ਵੀਡੀਓਜ਼ ਹੁੰਦੀਆਂ ਨੇ ਉਹ ਰੀਅਲ ਪੇਸ਼ੈਂਟਸ ਹੁੰਦੇ ਨੇ, ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਜਣਿਆਂ ਨੂੰ, ਜਿਸ ਟਾਈਮ ਮੈਂ ਵਿਜ਼ਿਟ ਕੀਤਾ ਹਸਪੀਟਲ, ਬਹੁਤ ਸਾਰਿਆਂ ਨੂੰ ਮੈਂ ਵੀ ਦੇਖਿਆ, ਮਿਲਿਆ ਵੀ ਹੈ। ਤੇ ਨਾਲ ਅਸੀਂ ਉਹ ਟਾਈਮ ਵੀ ਦੇਖਿਆ ਜਿਸ ਟਾਈਮ ਦੇ ਵਿੱਚ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਜਿਹੜੀ ਇੰਟਰੋਡਿਊਸ ਕੀਤੀ ਹੈ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਨੇ ਫੈਬਰਰੀ 2023 ਦੇ ਵਿੱਚ। ਸੋ ਇੱਕ ਐਸੀ ਸੈਲੀਬ੍ਰੇਸ਼ਨ ਸੀਗੀ ਜਿੱਥੇ ਮਹਿਮਾਨਾਂ ਦੀ ਜਿਹੜੇ ਮਹਿਮਾਨ ਸੀਗੇ ਉਹ ਵਾਲੇ ਲੋਕ ਸੀ ਜਿਹੜੇ ਕਿ ਆਲਰੇਡੀ ਸਰਜਰੀ ਜਿਹੜੀ ਇਸ ਹਸਪੀਟਲ ਤੋਂ ਕਰਾ ਕੇ ਗਏ ਸੀ, ਤੇ ਉਹ ਵੀ ਨਾਲ ਉਸ ਖੁਸ਼ੀ ਦੇ ਵਿੱਚ ਝੂਮ ਰਹੇ ਸੀ ਕਿ ਹੁਣ ਹੋਰ ਐਡਵਾਂਸ ਜਿਹੜੀ ਇਹ ਟੈਕਨੋਲੋਜੀ ਆ ਗਈ ਹੈ ਤੇ ਆਉਣ ਵਾਲੇ ਲੋਕ ਜਿਹੜੇ ਆਉਣਗੇ ਉਹਨਾਂ ਨੂੰ ਹੋਰ ਵੀ ਵਧੀਆ ਟ੍ਰੀਟਮੈਂਟ ਮਿਲੂਗਾ। ਸੋ ਅਸੀਂ ਉਹ ਵੀ ਨਜ਼ਾਰਾ ਆਪਣੀ ਅੱਖਾਂ ਦੇ ਨਾਲ ਦੇਖਿਆ ਹੋਇਆ ਕਿ ਜਿੱਥੇ ਉਹ ਬਾਬੇ ਜਿਹੜੇ ਚੱਲਣਾ ਫਿਰਨਾ ਜਿਨ੍ਹਾਂ ਦੇ ਲਈ ਔਖਾ ਸੀਗਾ ਤੇ ਉੱਥੇ ਭੰਗੜੇ ਪਾ ਰਹੇ ਸੀਗੇ, ਕਿਉਂਕਿ ਉਹ ਖੁਸ਼ ਸੀ, ਉਹਨਾਂ ਨੂੰ ਇੱਕ ਆਜ਼ਾਦੀ ਮਹਿਸੂਸ ਹੋ ਰਹੀ ਸੀ। ਸੋ ਡਾਕਟਰ ਸਾਹਿਬ, ਹੁਣ ਮੈਂ ਚਾਹਾਂਗਾ ਕਿ ਅਸੀਂ ਉਹ ਟੈਕਨੋਲੋਜੀ ਬਾਰੇ ਵੀ ਦੱਸੀਏ ਕਿ ਅਗਰ ਇਹ ਚੀਜ਼ਾਂ ਸੌਖੀਆਂ ਹੋਈਆਂ ਨੇ, ਅਗਰ ਅਸੀਂ ਅੱਜ ਕਹਿੰਦੇ ਹਾਂ ਕਿ ਹੁਣ ਡਰ ਨਹੀਂ ਹੈਗਾ, ਦਰਦ ਨਹੀਂ ਹੈਗਾ, ਰਿਕਵਰੀ ਜਿਹੜੀ ਹੈ ਫਾਸਟ ਹੈ, ਸੋ ਉਹ ਕਿੱਦਾਂ ਪੋਸੀਬਲ ਹੋ ਸਕੀ ਹੈ ਫੁੱਲੀ ਐਕਟਿਵ ਰੋਬੋਟਿਕ ਟੈਕਨੋਲੋਜੀ ਦੇ ਨਾਲ? ਬਿਲਕੁਲ, ਇਹ ਵੀ ਮੈਂ ਕਰਦਾ। ਤੇ ਜਿਹੜੇ ਪਹਿਲੇ 2 ਜਿਹੜੇ ਡਰ ਆਪਣੇ ਰਹਿ ਗਏ ਸੀ, ਜਿਵੇਂ ਕਿ ਪਹਿਲੇ ਨਾਲੋਂ ਵੀ ਕਿਤੇ ਆਪਾਂ ਮੰਜੇ ਤੇ ਤਾਂ ਨਹੀਂ ਰਹਿ ਜਾਾਂਗੇ, ਜਾਂ ਫਿਰ ਕੋਈ ਹੋਰ ਕੋਈ ਪ੍ਰੋਬਲਮ ਕਿੰਨਾ ਸਕਸੈਸਫੁਲ ਹੈ, ਤਾਂ ਉਹਦਾ ਬੜਾ ਸ਼ਾਰਟ ਹੈਗਾ। ਬਿਕੋਜ਼ ਇਹਦੇ ਵਿੱਚ ਕੀ ਹੈ ਕਿ ਸਕਸੈਸਫੁਲ ਤਾਂ ਜੇ ਆਪਾਂ ਕਹਿੰਦੇ ਹਾਂ ਤਾਂ ਨੀ ਰਿਪਲੇਸਮੈਂਟ ਇਜ਼ 99% ਸਕਸੈਸਫੁਲ ਇਫ ਕਹਿ ਲਓ ਨਾ, ਇੱਕ ਸਹੀ ਸਰਜਨ ਸਹੀ ਟੈਕਨੀਕ ਦੇ ਨਾਲ ਉਹਨੂੰ ਕਰ ਰਿਹਾ ਹੈਗਾ, ਸਹੀ ICU, ਸਹੀ ਆਪਰੇਸ਼ਨ ਥੀਏਟਰ ਦਾ, ਉਹਦੀ ਇਨਫੈਕਸ਼ਨ ਮੈਨੇਜਮੈਂਟ ਟੈਕਨੀਕ ਸਾਰੀਆਂ ਸਹੀ ਨੇ, ਤਾਂ ਆਈ ਥਿੰਕ 99% ਤੱਕ ਆਪਾਂ ਨੂੰ ਬਹੁਤ ਅੱਛੇ ਰਿਜ਼ਲਟਸ ਮਿਲਦੇ ਹੈਗੇ ਨੇ। ਤਾਂ ਜਿਹੜਾ ਦੂਸਰਾ ਸਵਾਲ ਉਹ ਸੀਗਾ ਕਿ ਆਪਾਂ ਇਸ ਤੋਂ ਕਿਤੇ ਹੋਰ ਮਾੜੇ ਤਾਂ ਨਹੀਂ ਹੋ ਜਾਾਂਗੇ, ਉਹ ਵਾਲੀ ਗੱਲ ਬਿਲਕੁਲ ਨਹੀਂ ਹੈ। ਅਨਲੈਸ ਕੋਈ ਇਨਫੈਕਸ਼ਨ ਜਾਂ ਕੋਈ ਹੋਰ ਕੰਪਲਿਕੇਸ਼ਨ, ਜਿਵੇਂ ਕੋਈ ਆਸਟੀਓਪੋਰੋਸਿਸ, ਹੱਡੀ ਕਮਜ਼ੋਰ ਹੋਣ ਕਰਕੇ ਕੋਈ ਫ੍ਰੈਕਚਰ ਹੋਵੇ, ਜਿਹੜੇ ਕਿ ਬਹੁਤ ਹੀ ਰੇਅਰ ਨੇ, ਮੀਨਸ ਲੈਸ ਦੈਨ 1% ਚਾਂਸ ਹੈ ਇਹਨਾਂ ਚੀਜ਼ਾਂ ਦੇ ਹੋਣ ਦਾ। ਇਹ ਜੇ ਨਹੀਂ ਹੁੰਦੀਆਂ ਤਾਂ ਇਹਦਾ ਨੀਅਰਲੀ ਆਪਾਂ ਕਹਿ ਸਕਦੇ ਹਾਂ 99% ਪਲੱਸ ਰਿਜ਼ਲਟਸ ਹੈਗੇ ਨੇ। ਹੁਣ ਅਸੀਂ ਅੱਗੇ ਦਰਸ਼ਕਾਂ ਨੂੰ ਇਹ ਵੀ ਦੱਸਾਂਗੇ ਕਿ ਇਨਫੈਕਸ਼ਨ ਤੋਂ ਬਚਣ ਦੇ ਲਈ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ 'ਚ ਕੀ ਅਰੇਂਜਮੈਂਟਸ ਨੇ, ਹੈ ਨਾ, ਉਹ ਵੀ ਅਸੀਂ ਅੱਗੇ ਦੱਸਾਂਗੇ। ਦੇਖੋ, ਇਨਫੈਕਸ਼ਨ ਤੋਂ ਬਚਣਾ ਮਤਲਬ ਇੱਕ ਸਰਜਨ ਲਈ ਵੀ ਤੇ ਪੇਸ਼ੈਂਟ ਲਈ ਸਭ ਤੋਂ ਜ਼ਰੂਰੀ ਹੈ, ਜਿਹਦੇ ਲਈ ਬੜੇ ਸਿੰਪਲ ਸਟੈਪਸ ਹੈਗੇ ਨੇ। ਇੱਕ ਤਾਂ ਸਭ ਤੋਂ ਪਹਿਲੇ ਜਦੋਂ ਪੇਸ਼ੈਂਟ ਆਉਂਦਾ ਉਹਦੇ ਅਸੀਂ ਬਲੱਡ ਚੈੱਕਅਪ ਕਰਾਉਂਦੇ ਹਾਂ, ਜਿਹਦੇ ਵਿੱਚ ਕਿ CRP, ESR, TLC, ਇਹ ਕੁਝ ਬੇਸਿਕ ਵਰਕਅਪ ਇਨਫੈਕਸ਼ਨ ਦਾ ਹੋ ਜਾਂਦਾ, ਵਿਚ ਇਜ਼ ਕੁਆਇਟ ਸੈਂਸਿਟਿਵ। ਜੇ ਇਹਨਾਂ 'ਚੋਂ ਕੋਈ ਵੀ ਟੈਸਟ ਉੱਪਰ ਥੱਲੇ ਹੁੰਦਾ ਹੈ ਤਾਂ ਅਸੀਂ ਪਹਿਲੇ ਉਹਨੂੰ ਸੈੱਟ ਕਰਦੇ ਹਾਂ, ਫਿਰ ਆਪਰੇਟ ਕਰਦੇ ਹਾਂ। ਤਾਂ ਇਸ ਤੋਂ ਬਾਅਦ ਆ ਜਾਂਦਾ ਹੈਗਾ ਸਾਰਾ ਪ੍ਰੀ ਆਪਰੇਸ਼ਨ ਵਰਕਅਪ, ਜਿਵੇਂ ਪੇਸ਼ੈਂਟ ਦੀ ਲੈਗਸ ਨੂੰ ਪ੍ਰੋਪਰ ਕਲੀਨ ਅਪ ਕਰਨਾ, ਤੇ ਉਹਦੇ ਵਿੱਚ ਪ੍ਰੋਪਰ ਉਹਦੇ ਕਹਿ ਲਓ ਨਾ ਬੀਟਾਡੀਨ ਜਾਂ ਸਪਿਰਿਟ ਦੇ ਨਾਲ ਕਲੀਨ ਅਪ ਕਰਨਾ, ਵਾਸ਼ ਕਰਨਾ।
ਆਪਰੇਸ਼ਨ ਥੀਏਟਰ ਦਾ ਬਹੁਤ ਇੰਪੋਰਟੈਂਟ ਰੋਲ ਹੈ, ਜਿਹਦੇ ਵਿੱਚ ਕਿ ਸਪੈਸੀਫਿਕ ਸਿਰਫ ਜੁਆਇੰਟ ਰਿਪਲੇਸਮੈਂਟਸ ਲਈ ਅਲੱਗ ਤੋਂ ਆਪਰੇਸ਼ਨ ਥੀਏਟਰ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਜੇ ਕੋਈ ਕ੍ਰੋਸਓਵਰ ਕੇਸ ਕਰਦੇ ਆ ਜਾਂ ਕੋਈ ਟਰਾਮਾ, ਕੋਈ ਸੱਟ ਵਾਲਾ ਕੇਸ ਜਾਂ ਕੋਈ ਗਾਇਨੀ ਕੇਸ, ਯੂਰੋਲੋਜੀ ਦਾ ਕੇਸ, ਕੋਈ ਵੀ ਜੇ ਸੇਮ ਆਪਰੇਸ਼ਨ ਥੀਏਟਰ 'ਚ ਹੋ ਰਿਹਾ ਤਾਂ ਕੋਈ ਨਾ ਕੋਈ ਆਪਣਾ ਕ੍ਰੋਸਓਵਰ ਇਨਫੈਕਸ਼ਨ ਹੋਣ ਦਾ ਬਹੁਤ ਡਰ ਰਹਿੰਦਾ ਹੈ। ਤਾਂ ਇੱਕ ਡੈਡੀਕੇਟਿਡ ਆਪਰੇਸ਼ਨ ਥੀਏਟਰ ਓਨਲੀ ਫॉर ਜੁਆਇੰਟ ਰਿਪਲੇਸਮੈਂਟ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਆ ਜਾਂਦਾ ਕਿ ਉਸ ਆਪਰੇਸ਼ਨ ਥੀਏਟਰ ਦਾ ਜਿਹੜਾ ਸੈਟਅਪ ਹੈ ਉਹ ਇੱਕ ਮਾਡਰਨ ਆਪਰੇਸ਼ਨ ਥੀਏਟਰ ਹੋਣਾ ਜ਼ਰੂਰੀ ਹੈ, ਜਿਹਦੇ ਵਿੱਚ ਕਿ ਹੈਪਾ ਫਿਲਟਰਸ ਲੱਗੇ ਹੋਣ, ਜਿਹਦੇ ਵਿੱਚ ਕਿ ਹਵਾ ਸਾਰੀ ਉਸ 'ਚੋਂ ਫਿਲਟਰ ਹੋ ਕੇ 0.03 ਮਾਈਕਰੋਨਸ 'ਚੋਂ ਫਿਲਟਰ ਹੋ ਕੇ ਆ ਰਹੀ ਹੈ, ਤੇ ਜਿਹੜੀ ਸਾਰੇ ਵਾਲਸ ਨੇ, ਫਲੋਰਿੰਗਸ ਹੈ, ਉਹਦੀਆਂ ਪ੍ਰੋਪਰ ਐਂਟੀ ਬੈਕਟੀਰੀਅਲ, ਐਂਟੀਸਟੈਟਿਕ ਉਹਦੇ 'ਚ ਕੋਟਿੰਗ ਹੋਈ ਹੋਈ ਹੈ। ਇਸ ਤੋਂ ਬਾਅਦ ਆ ਜਾਂਦਾ ਪ੍ਰੋਪਰ ਬਾਅਦ ਦੇ ਵਿੱਚ ਜਿਵੇਂ ਕਹਿ ਲਓ ਸਾਂਭ ਸੰਭਾਲ, ਜਿਹਦੇ ਵਿੱਚ ਕਿ ਇੱਕ ਪ੍ਰੋਪਰ ਕਲੀਨ ICU, ਜਿਹਦੇ ਵਿੱਚ ਕਿ ਕਹਿ ਲਓ ਸਾਰੇ ਬੈਡਸ ਕਾਰਪਲਾਈਜ਼ ਹੁੰਦੇ ਨੇ। ਆਪਰੇਟ ਤੋਂ ਬਾਅਦ ਜਦੋਂ ਵੀ ਪੇਸ਼ੈਂਟ ਸ਼ਿਫਟ ਕਰਦੇ ਆ ਆਪਾਂ ਹਰ ਹਫਤੇ ਉਸ ICU ਦੀ ਤੇ OT ਦੀ ਕਹਿ ਲਓ ਕਲੀਨਿੰਗ ਤੇ ਸਟਰਲਾਈਜੇਸ਼ਨ ਬਹੁਤ ਜ਼ਰੂਰੀ ਹੈਗੀ ਹੈ। ਤਾਂ ਮਤਲਬ ਬਹੁਤ ਮਾਈਨਰ ਸਟੈਪਸ ਨੇ ਜਿਹੜੇ ਕਿ ਕਹਿ ਲਓ ਪੇਸ਼ੈਂਟਸ ਰਿਅਲਾਈਜ਼ ਵੀ ਨਹੀਂ ਕਰਦੇ, ਬਟ ਸਾਡੇ ਸੈਟਅਪ 'ਚ ਅਸੀਂ ਬਹੁਤ ਧਿਆਨ ਰੱਖਦੇ ਹਾਂ ਕਿ ਚਾਹੇ ਵਰਕਲੋਡ ਜ਼ਿਆਦਾ ਹੋਏ ਬਟ ਸੰਡੇ ਆਫ ਕਰਕੇ ਵੀ ਮੇਕ ਇਟ ਸ਼ੋਰ ਕਿ ਜਿਹੜਾ ICU ਹੈ ਉਹ ਹਰ ਹਫਤੇ ਕਲੀਨ ਹੋ ਰਿਹਾ ਹੈਗਾ, ਪ੍ਰੋਪਰ ਸਟਰਲਾਈਜ਼ ਹੋ ਰਿਹਾ ਤੇ ਆਪਰੇਸ਼ਨ ਥੀਏਟਰ ਦਾ ਡੇਲੀ ਹੋ ਰਿਹਾ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨੇ। ਉਸ ਤੋਂ ਬਾਅਦ ਜਿਹੜੇ ਆਪਾਂ ਆਪਰੇਸ਼ਨ ਦੇ ਵਿੱਚ ਸਮਾਨ ਵਰਤ ਰਹੇ ਹਾਂ ਉਹਦੀ ਸਟਰਲਾਈਜੇਸ਼ਨ ਬਹੁਤ ਇੰਪੋਰਟੈਂਟ ਹੈ। ਤਾਂ ਸਪੈਸ਼ਲ ਆਟੋਕਲੇਵ ਮਸ਼ੀਨਸ, ETO ਮਸ਼ੀਨਸ ਜਿਹੜੀਆਂ ਪ੍ਰੋਪਰ ਸਟਰਲਾਈਜੇਸ਼ਨ ਕਰਦੀਆਂ, ਤੇ ਉਹਦੇ ਕ੍ਰੋਸ ਚੈਕਿੰਗ ਵਾਲੇ ਮਾਰਕਰਸ ਵੀ ਵਿੱਚ ਨਾਲ ਯੂਜ਼ ਕਰਨੇ ਤਾਂ ਕਿ ਆਪਣਾ ਜਿਹੜਾ ਸਟਰਲਾਈਜੇਸ਼ਨ ਹੋ ਰਹੀ ਉਹਨੂੰ ਅਸੀਂ ਚੈੱਕ ਕਰ ਸਕੀਏ ਕਿ ਸਹੀ ਚੱਲ ਰਹੀ ਹੈ। ਤਾਂ ਐਵਰੀ ਮਾਈਨਿਊਟ ਸਟੈਪ ਹੈਜ਼ ਟੂ ਬੀ ਟੇਕਨ ਕੇਅਰ ਆਫ, ਬਿਕੋਜ਼ ਕਿਤੇ ਵੀ ਹੋਈ ਹੈ ਨਾ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਬਿਲਕੁਲ। ਤਾਂ ਹਰ ਚੀਜ਼ ਨੂੰ ਪਰਸਨਲੀ ਸੁਪਰਵਾਈਜ਼ ਕਰਨਾ ਬਹੁਤ ਜ਼ਰੂਰੀ ਹੈਗਾ, ਤੇ ਉਹੀ ਇਹਨਾਂ ਚੀਜ਼ਾਂ ਨੂੰ ਇੱਕ ਪਰਸਨਲੀ ਅਸੀਂ ਜ਼ਰੂਰ ਧਿਆਨ ਦਿੰਦੇ ਹਾਂ, ਬਿਕੋਜ਼ ਇਨਫੈਕਸ਼ਨ ਤੋਂ ਉੱਪਰ ਕੋਈ ਹੋਰ ਪ੍ਰੋਬਲਮ ਨਹੀਂ ਹੈਗੀ ਹੈ ਜੁਆਇੰਟ ਰਿਪਲੇਸਮੈਂਟਸ ਦੇ ਵਿੱਚ। ਆਪਾਂ ਦੇਖੀਏ ਸਾਰੀ ਕੀਤੀ ਕਰਾਈ ਵਧੀਆ ਸਰਜਰੀ ਨੂੰ ਇਨਫੈਕਸ਼ਨ ਜੇ ਹੁੰਦੀ ਹੈ ਤਾਂ ਖਰਾਬ ਕਰਦੀ ਹੈ। ਤਾਂ ਇਸ ਦੇ ਉੱਪਰ ਜਿੰਨਾ ਵੀ ਜ਼ੋਰ ਲਗਾਇਆ ਜਾਏ ਉਹਨਾਂ ਕਿਆ ਬਾਤ ਹੈ। ਸੋ ਇਹਨਾਂ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਦੱਸੀਆਂ ਨੇ, ਹੁਣ ਇਹਨਾਂ ਤੋਂ ਡਰਨ ਦੀ ਵੀ ਲੋੜ ਨਹੀਂ ਹੈ, ਕਿਉਂਕਿ ਇਹ ਡਰ ਜ਼ਰੂਰ ਹੁੰਦਾ ਪਰ ਇਸ ਨੂੰ ਓਵਰਕਮ ਕੀਤਾ ਗਿਆ। ਸੋ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਤੁਹਾਨੂੰ ਇੱਦਾਂ ਦਾ OT ਮਿਲੇਗਾ ਜਿੱਥੇ ਸਾਰੀਆਂ ਜਿਹੜੀ ਗੱਲਾਂ ਦਾ ਧਿਆਨ ਰੱਖਿਆ ਜਾਂਦਾ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਫੈਕਟਰਸ ਛੋਟੇ ਮੋਟੇ ਰਹਿ ਗਏ ਨੇ ਉਹ ਅੱਗੇ ਵੀ ਅਸੀਂ ਡਿਸਕਸ ਕਰਾਂਗੇ। ਸੋ ਦਰਸ਼ਕਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ, ਜੇ ਤੁਹਾਡੇ ਕੋਲ ਕੋਈ ਸਵਾਲ ਹੈ ਤਾਂ ਤੁਸੀਂ ਸਵਾਲ ਕਰ ਸਕਦੇ ਹੋ। ਫੋਨ ਲਾਈਨਸ ਜਿਹੜੀਆਂ ਨੇ ਓਪਨ ਨੇ, ਤੁਸੀਂ ਕਾਲ ਕਰ ਸਕਦੇ ਹੋ ਔਰ ਆਪਣੇ ਸਵਾਲ ਰੱਖ ਸਕਦੇ ਹੋ। ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਫੁੱਲੀ ਐਕਟਿਵ ਰੋਬੋਟਿਕ ਸਰਜਰੀ। ਸੋ ਇਸ ਸਰਜਰੀ, ਇਸ ਟੈਕਨੋਲੋਜੀ ਨੇ ਆਪਰੇਸ਼ਨਸ ਨੂੰ, ਸਰਜਰੀਜ਼ ਨੂੰ ਈਜ਼ੀ ਬਣਾ ਦਿੱਤਾ, ਜਾਂ ਕਹਿ ਲਓ ਕਿ ਡਿਟੇਲਿੰਗ ਇੰਨਾ ਕਰ ਦਿੱਤਾ ਕਿ ਜਿਹੜਾ ਰਿਜ਼ਲਟ ਹੈ ਉਹ ਅੱਛਾ ਆਉਣ ਲੱਗ ਗਿਆ, ਔਰ ਇਸ ਦੇ ਨਾਲ ਪੇਨ, ਬਲੱਡ ਲਾਸ, ਵੀਕਨੈਸ, ਇਹ ਸਾਰੀਆਂ ਚੀਜ਼ਾਂ, ਔਰ ਰਿਕਵਰੀ ਫਾਸਟ, ਇਹਨਾਂ ਚੀਜ਼ਾਂ ਦੇ ਵਿੱਚ ਫਰਕ ਆ ਗਿਆ। ਸੋ ਇਹ ਟੈਕਨੋਲੋਜੀ ਦੇ ਬਾਰੇ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ, ਕਿਉਂਕਿ ਉਹਨਾਂ ਨੂੰ ਹੁਣ ਇਹੀ ਲੱਗਦਾ ਹੋਊਗਾ ਕਿ ਜੇ ਸਾਰੇ ਡਰ ਖਤਮ ਹੋਏ ਨੇ ਤਾਂ ਕਿਵੇਂ ਹੋਏ ਨੇ। ਦੇਖੋ ਈਜ਼ੀ ਬਣਾ ਦਿੱਤਾ ਤਾਂ ਆਪਾਂ ਕਹਿਣਾ ਇੱਕ ਬੜਾ ਅੰਡਰਸਟੇਟਮੈਂਟ ਹੋਏਗੀ। ਸਰਜਨ ਦੇ ਲਈ ਜੋ ਉਹਦਾ ਲਰਨਿੰਗ ਕਰਵ ਹੈਗਾ, ਜੋ ਐਕਸਟਰਾ ਐਫਰਟ ਹੈਗੀ ਹੈ, ਦੈਟ ਇਜ਼ देयर, ਬਟ ਵਧੀਆ ਤੇ ਸਕਸੈਸਫੁਲ ਹੋਰ ਬਣਾਤਾ ਹੈ ਤੇ ਬਣਾਤਾ ਹੈ। ਡਾਕਟਰ ਲਈ ਇਟ ਇਜ਼ ਐਕਸਟਰਾ ਐਫਰਟ ਕਿ ਆਪਾਂ ਜਿਵੇਂ ਰੋਬੋਟਿਕ ਸਰਜਰੀ ਦੀ ਜੇ ਗੱਲ ਕਰੀਏ ਤਾਂ ਪਹਿਲੇ ਆਪਾਂ ਉਹਦੇ ਵਿੱਚ ਸ਼ੁਰੂ ਕਰਦੇ ਹਾਂ CT ਸਕੈਨ ਦੀ ਪ੍ਰੀ ਪਲੈਨਿੰਗ ਤੋਂ। ਪ੍ਰੀ ਪਲੈਨਿੰਗ ਦੇ ਵਿੱਚ ਕਹਿ ਲਓ ਅਪਰੋਕਸੀਮੇਟਲੀ ਪਹਿਲੇ ਸਾਰੇ ਜਿਹੜੇ ਪੁਆਇੰਟਸ ਨੇ ਗੋਡੇ ਦੇ ਵਿੱਚ, ਹਿਪ ਗਿੱਟੇ ਤੱਕ ਸਾਰੇ ਪੁਆਇੰਟਸ ਦੀ ਮਾਰਕਿੰਗ ਕੀਤੀ ਜਾਂਦੀ ਹੈ, ਇੱਕ ਪ੍ਰੋਪਰ ਪਲਾਨ ਬਣਾਇਆ ਜਾਂਦਾ। ਤਾਂ ਇੱਕ ਵਰਚੁਅਲ ਸਰਜਰੀ ਆਪਰੇਸ਼ਨ ਤੋਂ ਪਹਿਲੇ ਅਸੀਂ ਕੰਪਿਊਟਰ ਤੇ ਕਰਕੇ ਦੇਖ ਲੈਂਦੇ ਹਾਂ, ਜਿਹਦੇ ਨਾਲ ਕਿ ਆਪਾਂ ਨੂੰ ਪਹਿਲੇ ਪ੍ਰਿਪਰੇਸ਼ਨ ਹੋ ਗਈ ਕਿ ਕਿਹੜਾ ਗੋਡਾ ਪੈ ਰਿਹਾ ਹੈਗਾ, ਕਿਹੜੇ ਐਂਗਲ ਤੇ ਕਿੱਥੇ ਫਿੱਟ ਹੋ ਰਿਹਾ। ਤਾਂ ਇਹਦੇ ਵਿੱਚ ਆਪਾਂ ਪੇਸ਼ੈਂਟ ਦੀ ਇੱਕ ਨੈਚੁਰਲ ਜਿਹੜੀ ਗੋਡੇ ਦੀ ਸ਼ੇਪ ਹੈ ਉਹਨੂੰ ਐਗਜ਼ੈਕਟਲੀ ਮੈਚ ਵੀ ਕਰ ਪਾ ਰਹੇ। ਤਾਂ ਇਹਦੇ ਕਰਕੇ ਜਿਹੜਾ ਪੇਸ਼ੈਂਟ ਨੂੰ ਜ਼ਿਆਦਾ ਕੰਫਰਟ, ਜ਼ਿਆਦਾ ਨੈਚੁਰਲ ਫੀਲ ਆਉਣੀ ਸ਼ੁਰੂ ਹੋ ਗਈ। ਤਾਂ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਅਸੀਂ ਅੰਦਰ ਸ਼ਿਫਟ ਕਰਦੇ ਹਾਂ, ਵੀ ਆਰ ਰੈਡੀ ਕਿ ਕਿਹੜਾ ਗੋਡਾ ਪੈ ਰਿਹਾ ਹੈਗਾ, ਕੀ ਇੰਪਲਾਂਟ ਸਾਈਜ਼ ਪੈ ਰਿਹਾ, ਤਾਂ ਉਹਦੀ ਕੋਈ ਆਪਣੀ ਸ਼ਾਰਟੇਜ ਜਾਂ ਉਹਦੀ ਪ੍ਰੋਬਲਮ ਹੋਣ ਦੀ ਕੋਈ ਇਸ਼ੂ ਨਹੀਂ ਹੈ। ਸੈਕਿੰਡ ਇਜ਼ ਜਦੋਂ ਆਪਾਂ ਇਹ ਸ਼ੁਰੂ ਕਰਤਾ, ਉਹਦੇ ਵਿੱਚ ਅਸੀਂ ਆਪਰੇਟ ਨੂੰ ਖੋਲ੍ਹਣ ਤੋਂ ਬਾਅਦ ਜਿਵੇਂ ਗੋਡੇ ਨੂੰ ਖੋਲ੍ਹ ਲਿਆ ਤਾਂ ਉਹਦੇ ਬਾਅਦ ਸਰਜਨ ਨੇ 80 ਡਿਫਰੈਂਟ ਪੁਆਇੰਟਸ ਨੀ ਦੇ ਅੰਦਰ ਮੈਪ ਕਰਕੇ ਦੇਣੇ ਆ ਰੋਬੋਟ ਨੂੰ। ਤਾਂ ਇਟ ਇਜ਼ ਲਾਈਕ ਰੋਬੋਟ ਤੇ ਸਰਜਨ ਦੀ ਆਪਸ ਚ ਕੋਆਰਡੀਨੇਸ਼ਨ ਚੱਲ ਰਹੀ ਹੈ। ਕੁਝ ਇਨਫੋਰਮੇਸ਼ਨ ਪਹਿਲੇ ਸਰਜਨ ਰੋਬੋਟ ਸਾਡੇ ਨਾਲ ਇੱਕ ਦਰਸ਼ਕ ਨੇ ਡਾਕਟਰ ਸਾਹਿਬ, ਅਸੀਂ ਉਹਨਾਂ ਨਾਲ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਮੈਂ ਸ਼ੇਖਰ ਗੱਲ ਕਰ ਰਿਹਾ ਜੀ। ਡਾਕਟਰ ਸਾਹਿਬ ਨਾਲ ਵੀ ਗੱਲ ਹੋ ਜਾਏਗੀ ਤੁਹਾਡੀ। ਅੱਛਾ
मैं ये गल करना ही डॉक्टर साहब नाल सवाल है साडा हाँ जी आ गोडियां दे चलो ऑपरेशन ते करनी पैंदे जो ज्यादा तकलीफ आ जाती है जी ये थोड़ा जिहा नाल थोड़ा जिहा लोकां नूं इह ना दस देन बई देसी चीज़ां बड़ियां ने जिहदे नाल छोटे मोटे दर्द नहीं होंदे जिवें अखरोट ਭਿਉਂ ਕੇ ਖਾਓ 3 ਗਰੀਆਂ 3 ਅਖਰੋਟ 5-6 ਚੰਗੀ ਬਦਾਮ ਜਿਹੜੀਆਂ ਗੁੜਬੰਦੀ ਹੈ ਮਾਮਲਾ ਹੈ ਇਹ ਭਿਉਂ ਕੇ ਖਾਓ ਮੂੰਗਫਲੀ ਦਾ ਤੇਲ ਖਾਓ ਇੱਕ ਸਟਾਕੀ ਜੀ ਤੇ ਵੇਖੋ ਇਹਨਾਂ ਗੋਡਿਆਂ ਦੀ ਜਿਹੜੀ ਗਰੀਸ ਮੁੱਕੀ ਆਪਣੇ ਆਪ ਹੀ ਦਰਦ ਹਟ ਜਾਂਦਾ ਜੀ ਜੀ ਮਿਹਰਬਾਨੀ ਜੀ ਤੁਹਾਡੇ ਸੁਝਾਅ ਲਈ ਬਹੁਤ ਬਹੁਤ ਧੰਨਵਾਦ ਨਾਲ ਚਲਾ ਜੀ ਥੋੜੀ ਜਿਹੀ ਖਾਓ ਇਹ ਇੱਥੋਂ ਤੱਕ ਲੋਕੀ ਅਪੜਨਾ ਹੈ ਥੋੜੇ ਇਹ ਵੀ ਦੱਸ ਠੀਕ ਹੈ ਜੀ ਮਿਹਰਬਾਨੀ ਜੀ ਸੋ ਸਾਡੇ ਕਾਲਰ ਜਿਹੜੇ ਸੀਗੇ ਉਹ ਥੋੜੀ ਖੁਰਾਕ ਦੀ ਵੀ ਗੱਲ ਕਰ ਰਹੇ ਸੀ ਨਹੀਂ ਡੈਫੀਨਿਟਲੀ ਜੀ ਜੇ ਕਹ ਲਓ ਨਾ ਇਨੀਸ਼ੀਅਲ ਹਜੇ ਗੋਡੇ ਦਾ ਦਰਦ ਸ਼ੁਰੂ ਹੋਣ ਵਾਲਾ ਹੈ ਤਾਂ ਉਹਦੇ ਵਿੱਚ ਜਿਵੇਂ ਅੰਕਲ ਨੇ ਦੱਸਿਆ ਹੈਗਾ ਅਖਰੋਟ ਹੋ ਗਏ ਬਦਾਮ ਦਾ ਤੇਲ ਗਰਾਊਂਡਨਟ ਆਇਲ ਇਹ ਸਾਰਾ ਕੁਝ ਚੀਜ਼ਾਂ ਆਪਣੀਆਂ ਫਿਸ਼ ਦੇ ਕਹ ਲਓ ਨਾ ਫਿਸ਼ ਕੌਡ ਲਿਵਰ ਦੇ ਉਹ ਕੈਪਸੂਲਸ ਵੀ ਆਉਂਦੇ ਨੇ ਕੈਨੇਡਾ ਵਿੱਚ ਤਾਂ ਸਪਲੀਮੈਂਟਸ ਵੀ ਬਹੁਤ ਅੱਛੇ ਮਿਲਦੇ ਨੇ ਜ਼ਮੀਨ ਦੇ ਕੋਲੇਜਨ ਦੇ ਸਪਲੀਮੈਂਟਸ ਨੇ ਤਾਂ ਐਵਰੀਥਿੰਗ ਇਜ਼ ਰਿਕਮੈਂਡਡ ਫਰਮ ਦੇਸੀ ਟੂ ਅੰਗਰੇਜ਼ੀ ਦਵਾਈਆਂ ਜਿਹੜੀਆਂ ਵੀ ਚੀਜ਼ਾਂ ਆਪਾਂ ਕਹਿੰਦੇ ਨੇ ਜਦੋਂ ਸ਼ੁਰੂਆਤੀ ਦੌਰ ਹੈ ਉਹਦੇ ਵਿੱਚ ਸਾਰਾ ਕੁਝ ਟਰਾਈ ਕਰਨਾ ਚਾਹੀਦਾ ਹੈ ਕਿਸੇ ਨੂੰ ਕੁਝ ਸੂਟ ਕਰਦਾ ਕਿਸੇ ਨੂੰ ਕੁਝ ਬਟ ਓਵਰਆਲ ਜਿਹੜੇ ਗਲੂਕੋਜ਼ਾਮੀਨ ਜਾਂ ਕੋਲੇਜਨ ਜਾਂ ਰੋਜ਼ਹਿਪ ਦੇ ਐਕਸਟ੍ਰੈਕਟ ਦੇ ਸਪਲੀਮੈਂਟਸ ਨੇ ਇਹਨਾਂ ਨਾਲ ਇਨੀਸ਼ੀਅਲ 5 ਤੋਂ 6 ਸਾਲਾਂ ਜੇ 10 ਸਾਲਾਂ ਦੇ ਵਿੱਚ ਬਹੁਤ ਫਰਕ ਵੀ ਪੈਂਦਾ ਤੇ ਗੋਡੇ ਦੀ ਲਾਈਫ ਵੱਧਦੀ ਵੀ ਹੈ ਬਟ ਇਹਦੇ ਨਾਲ ਸਿਰਫ ਦਵਾਈ ਨਹੀਂ ਐਕਸਰਸਾਈਜ਼ ਗੋਡੇ ਦੀ ਬਹੁਤ ਜ਼ਰੂਰੀ ਹੈ ਪ੍ਰੋਪਰ ਹੈਲਥ ਦਾ weight ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਨਹੀਂ ਚਾਹੁੰਦੇ ਕਿ ओवरवेट हुई है वेट घट रखो एक्सरसाइज रेगुलरली करो साइकिलिंग बहुत अच्छी एक्सरसाइज है जिस नाल के गोडे ਨੂੰ स्ट्रेन नहीं पै रहा है ਤਾਂ ਇੱਕ ਓਵਰਆਲ ਆਪਣੀ ਹੈਲਦੀ ਲਾਈਫ ਰੱਖੋ ਤੇ ਜੇ ਨੀਂਦ ਦੇ ਵਿੱਚ ਪੇਨ ਸ਼ੁਰੂ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਕਹ ਲਓ ਨਾ ਪੈਰਾਂ ਭਾਰ ਬੈਠਣਾ ਚੌਂਕੜੀ ਮਾਰਨਾ ਪੌੜੀ ਚੜਨਾ ਇਹ ਚੀਜ਼ਾਂ ਜੇ ਆਪਾਂ ਅਵੋਇਡ ਕਰਦੇ ਆ ਪ੍ਰੋਪਰ ਐਕਸਰਸਾਈਜ਼ ਕਰਦੇ ਆ ਡਾਈਟ ਪ੍ਰੋਪਰ ਕਰਦੇ ਆ weight ਰਿਡਿਊਸ ਕਰ ਲੈਂਦੇ ਆ ਤਾਂ ਹੋ ਸਕਦਾ ਗੋਡੇ ਦੀ ਆਪਾਂ ਨੂੰ ਦਿੱਕਤ ਤੋਂ ਨਿਜਾਤ ਵੀ ਮਿਲ ਜੇ ਹੋ ਸਕਦਾ ਗੋਡੇ ਆਪਣੇ ਹੋਰ ਲੰਬੇ ਚੱਲ ਪੈਣ ਪਰ ਜਦੋਂ ਇੱਕ ਸਿਚੁਏਸ਼ਨ ਇਦਾਂ ਦੀ ਆ ਗਈ ਕਿ ਜਦੋਂ ਲੱਗਦਾ ਕਿ ਹੁਣ ਤੇ ਕੰਮ ਖਰਾਬ ਹੀ ਹੋ ਗਿਆ ਉਸ ਤੋਂ ਬਾਅਦ ਫਿਰ ਡਿਲੇ ਨਹੀਂ ਕਰਨਾ ਫਿਰ ਕਹ ਲਓ ਨਾ ਅਕੋਰਡਿੰਗ ਟੂ ਦ ਡਾਕਟਰਸ ਕੰਸਲਟੇਸ਼ਨ ਜੇ ਗੋਡੇ ਜ਼ਿਆਦਾ ਖਰਾਬ ਨੇ ਤਾਂ ਜਿਹੜੀ ਵੀ ਸਰਜਰੀ ਰਿਕਮੈਂਡਡ ਹੈ ਉਹ ਰਿਕਮੈਂਡ ਕੀਤੀ ਜਾਂਦੀ ਹੈ ਬਟ ਇਟ ਇਜ਼ ਨਾਟ ਕਿ ਹਰ ਪੇਸ਼ੈਂਟ ਜਿਹੜਾ ਆਉਂਦਾ ਉਹਨੂੰ ਨੀ ਰਿਪਲੇਸਮੈਂਟ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਸਾਰਿਆਂ ਨੂੰ ਇਹ ਚੀਜ਼ਾਂ ਵੀ ਅਸੀਂ ਨਾਲ ਦੱਸਦੇ ਹਾਂ ਕੋਈ ਨਾ ਕੋਈ ਸਪਲੀਮੈਂਟ ਦਿੰਦੇ ਹਾਂ ਕੋਈ ਨੈਚੁਰਲ ਖਾਣ ਪੀਣ ਦੇ ਵਿੱਚੋਂ ਵੀ ਐਡਵਾਈਸ ਕਰਦੇ ਹਾਂ ਡਾਈਟ ਦੇ ਵਿੱਚ ਤੇ ਉਸ ਤੋਂ ਬਾਅਦ ਐਕਸਰਸਾਈਜ਼ਸ ਡਾਈਟ ਕੰਟਰੋਲ ਇਹ ਸਾਰਾ ਕੁਝ ਐਡਵਾਈਸ ਕੀਤਾ ਜਾਂਦਾ ਸੋ ਦੇਖਿਆ ਬਹੁਤ ਅੱਛੀ ਗੱਲ ਹੋਈ ਕਿ ਸਾਡੇ ਕਾਲਰ ਨੇ ਇੱਕ ਚੀਜ਼ ਐਡ ਔਨ ਕੀਤੀ ਉਸ ਦੇ ਨਾਲ 2-4 ਗੱਲਾਂ ਜਿਹੜੀਆਂ ਹੋਰ ਵੀ ਸਾਡੇ ਦਰਸ਼ਕਾਂ ਨੂੰ ਬਾਕੀ ਦਿਆਂ ਨੂੰ ਜਾਣਨ ਲਈ ਮਿਲੀਆਂ ਸੋ ਇਸ ਲਈ ਮੈਂ ਚਾਹਾਂਗਾ ਕਿ ਹੋਰ ਵੀ ਦਰਸ਼ਕ ਜਿਹੜੇ ਨੇ ਕਾਲ ਕਰਨ ਕੋਈ ਸੁਝਾਅ ਹੈ ਜਾਂ ਫਿਰ ਸਵਾਲ ਹੈ ਕੁਝ ਵੀ ਹੈ ਸੋ ਮੋਸਟ ਵੈਲਕਮ ਹੈ ਸੋ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਸਰਜਰੀ ਦਾ ਪ੍ਰੋਸੈਸ ਜਿਹੜਾ ਰੋਬੋਟਿਕ ਦੇ ਨਾਲ ਹਾਂਜੀ ਇਹਦੇ ਵਿੱਚ ਵੀ ਹੈ ਜੀ ਕਿ ਇਟ ਇਜ਼ ਕਿ ਜਿਵੇਂ ਨੀ ਖੋਲਣ ਤੋਂ ਬਾਅਦ ਅਸੀਂ ਅੰਦਰੋਂ ਐਜ਼ ਅ ਸਰਜਨ 80 ਡਿਫਰੈਂਟ ਪੁਆਇੰਟਸ ਗੋਡੇ ਦੇ ਵਿੱਚ ਮਾਰਕ ਕਰਕੇ ਅਸੀਂ ਰੋਬੋਟ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਜਿਹਦੇ ਨਾਲ ਕਿ ਉਹ ਗੋਡੇ ਦੀ ਮੈਪਿੰਗ ਕਰ ਰਿਹਾ ਅੰਦਰ ਜਦੋਂ ਇਹ ਗੋਡੇ ਦਾ ਪ੍ਰੋਪਰ ਮੈਪ 3D ਮੈਪ ਪਹਿਲੇ ਉਹ ਸਾਡੇ ਨਾਲ ਇੱਕ ਹੋਰ ਦਰਸ਼ਕ ਨੇ ਆਈ ਥਿੰਕ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਅੱਛਾ ਜੀ ਹਾਂਜੀ ਕੀ ਸਵਾਲ ਹੈ ਜੀ ਤੁਹਾਡਾ ਸਵਾਲ ਇਹ ਸੀਗਾ ਜੀ ਕਿ ਮੇਰੇ ਫਾਦਰ ਸਾਹਿਬ ਦੀ 5 ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀਗਾ ਉਹਦੇ 'ਚ ਗੋਡਾ ਡੈਮੇਜ ਹੋਇਆ ਸੀ ਉਹਨਾਂ ਦਾ ਹੁਣ ਵੀ ਜੇ ਮਤਲਬ ਸਾਰਾ ਟ੍ਰੀਟਮੈਂਟ ਹੋ ਗਿਆ ਸੀ ਬਟ ਹੁਣ ਵੀ ਸਰਦੀਆਂ ਦੇ ਵਿੱਚ ਜਾ ਕੇ ਨਾ ਦਰਦ ਸ਼ੁਰੂ ਹੋਇਆ ਦੁਬਾਰਾ ਤੋਂ ਸਰਦੀਆਂ ਦੇ ਵਿੱਚ ਹਾਂਜੀ ਓਕੇ ਡਾਕਟਰ ਸਾਹਿਬ ਕੋਈ ਸਵਾਲ ਪੁੱਛਣਾ ਤੁਸੀਂ ਮੈਨੂੰ ਇੱਕ ਵਾਰੀ ਰਿਪੀਟ ਕਰ ਦਿਓ ਮੈਨੂੰ ਪ੍ਰੋਪਰਲੀ ਸੁਣਨੀ ਓਕੇ ਤੁਸੀਂ ਪਲੀਜ਼ ਇੱਕ ਵਾਰੀ ਰਿਪੀਟ ਕਰ ਦਿਓ ਡਾਕਟਰ ਸਾਹਿਬ ਨੂੰ ਤੁਹਾਡੀ ਆਵਾਜ਼ ਨਹੀਂ ਸੁਣੀ ਹਾਂਜੀ ਹਾਂਜੀ ਇੱਕ ਵਾਰੀ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੈਂ ਸਮਝਾ ਰਿਹਾ ਐਕਚੁਅਲੀ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਸੀਗਾ ਜੀ 5-6 ਸਾਲ ਪਹਿਲਾਂ ਓਕੇ ਜੀ ਤਾਂ ਉਹ ਉੱਥੇ ਉਸ ਐਕਸੀਡੈਂਟ ਦੇ ਵਿੱਚ ਉਹਦਾ ਗੋਡਾ ਡੈਮੇਜ ਹੋ ਗਿਆ ਸੀਗਾ ਤੇ ਉਹਦਾ ਟ੍ਰੀਟਮੈਂਟ ਵੀ ਹੋਇਆ ਸਾਰਾ ਕੁਝ ਓਕੇ ਹੋਇਆ ਬਟ ਉਹ ਹੁਣ ਮਤਲਬ 5-6 ਸਾਲ ਬਾਅਦ ਵੀ ਜਦੋਂ ਸਰਦੀਆਂ ਆਉਂਦੀਆਂ ਨੇ ਦੁਬਾਰਾ ਤੋਂ ਗੋਡਾ ਦਰਦ ਕਰਨ ਲੱਗ ਪੈਂਦਾ ਹੈਗਾ ਐਕਸਰੇ ਵਗੈਰਾ ਕਰਾਉਂਦੇ ਉਹਨਾਂ ਵਿੱਚ ਕੁਝ ਆਉਂਦਾ ਨਹੀਂ ਉਸ ਟਾਈਮ ਤੇ ਕੁਝ ਆਪਰੇਟ ਹੋਇਆ ਸੀਗਾ ਕੁਝ ਪਲੇਟਸ ਪਈਆਂ ਸੀ ਵਿੱਚ ਡਾਕਟਰ ਸਾਹਿਬ ਇਹ ਪੁੱਛ ਰਹੇ ਨੇ ਕਿ ਉਸ ਟਾਈਮ ਦੇ ਵਿੱਚ ਕੋਈ ਆਪਰੇਟ ਹੋਇਆ ਸੀ ਕੋਈ ਪਲੇਟਸ ਪਈਆਂ ਸੀ ਕੀ ਕੀਤਾ ਸੀਗਾ ਨਹੀਂ ਪਲੇਟਸ ਨਹੀਂ ਸੀ ਪਈਆਂ ਜੀ ਪਲੇਟ
ਹਾਂਜੀ ਨਹੀਂ ਪਲੇਟਸ ਵਗੈਰਾ ਨਹੀਂ ਸੀ ਪਈਆਂ, ਉਹ ਮਤਲਬ ਕ੍ਰੈਕ ਹੋਇਆ ਸੀਗਾ ਕਹਿ ਸਕਦੇ ਆਪਾਂ। ਤਾਂ ਉਹ ਬਸ ਕ੍ਰੈਕ ਉਦੋਂ ਟ੍ਰੀਟਮੈਂਟ ਹੀ ਹੋਇਆ ਸੀ, ਉਹਨਾਂ ਨੇ ਮਤਲਬ ਬੰਨ ਵਗੈਰਾ ਦਿੱਤਾ ਸੀਗਾ ਜਿਵੇਂ ਕਹਿ ਦਿੰਦੇ ਆ, ਤੇ ਉਸ ਤੋਂ ਬਾਅਦ ਨਾਲ ਬਾਕੀ ਮੈਡੀਸਿਨ ਵਗੈਰਾ ਚੱਲਦੀਆਂ ਰਹੀਆਂ। ਤਾਂ ਇਹਨਾਂ ਲਈ ਮੋਸਟਲੀ ਅਸੀਂ ਪੇਸ਼ੈਂਟ ਦੇ ਨਾ ਸਟੈਂਡਿੰਗ ਐਕਸਰੇਜ਼ ਦੇਖਣੇ ਚਾਹਾਂਗੇ, ਜਿਹਦੇ ਨਾਲ ਕਿ ਸਾਨੂੰ ਕਾਫੀ ਆਈਡੀਆ ਲੱਗ ਜੂਗਾ ਕਿ ਉਹਨਾਂ ਦੀ ਦਿੱਕਤ ਕੀ ਚੱਲ ਰਹੀ ਹੈ। ਇਟ ਕੁਡ ਬੀ ਕਿ ਜਿਵੇਂ ਸੱਟ ਕੋਈ ਜੋੜ ਦੇ ਅੰਦਰ ਦੀ ਸੱਟ ਹੋਵੇ, ਜਿਹਦੇ ਨਾਲ ਕਿ ਪਹਿਲੇ ਕੁਝ ਸਾਲ ਤੱਕ ਨਹੀਂ ਪਤਾ ਚੱਲਿਆ, ਬਟ ਹੁਣ ਜਿਵੇਂ ਜਿਵੇਂ ਟਾਈਮ ਵੱਧਦੇ ਸ਼ਾਇਦ ਆਰਥਰਾਈਟਿਸ ਆਉਣਾ ਸ਼ੁਰੂ ਹੋ ਗਿਆ ਹੋਵੇ। ਤਾਂ ਮੇਰੇ ਨੰਬਰ ਤੋਂ ਤੁਸੀਂ ਮੇਰਾ ਨੰਬਰ ਦੇਖ ਪਾ ਰਹੇ ਹੋ, ਡਾਕਟਰ ਸਾਹਿਬ ਤੁਹਾਨੂੰ ਜਵਾਬ ਦੇ ਰਹੇ ਨੇ, ਤੁਸੀਂ ਪਲੀਜ਼ ਪ੍ਰੋਗਰਾਮ ਦੇ ਵਿੱਚ ਸੁਣੋ, ਤੇ ਕਿਉਂਕਿ ਫਿਰ ਫੋਨ ਦੇ ਉੱਤੇ ਤੁਹਾਨੂੰ ਆਵਾਜ਼ ਨਹੀਂ ਆਏਗੀ ਡਾਕਟਰ ਸਾਹਿਬ ਦੀ। ਮਿਹਰਬਾਨੀ ਜੀ ਕਾਲ ਕਰਨ ਲਈ। ਹਾਂਜੀ ਡਾਕਟਰ ਸਾਹਿਬ। ਤਾਂ ਉਹ ਪੇਸ਼ੈਂਟ ਮੇਰੇ ਨਾਲ ਮੇਰੇ ਨੰਬਰ ਤੇ ਉਹਨਾਂ ਦੇ ਜਿਹੜੇ ਵੀ ਸਟੈਂਡਿੰਗ ਐਕਸਰੇਜ਼ ਨੇ ਉਹ ਜ਼ਰੂਰ ਸ਼ੇਅਰ ਕਰਨ, ਤੇ ਆਈ ਥਿੰਕ ਉਹਨਾਂ ਨੂੰ ਬੈਟਰ ਹੈਲਪ ਕਰ ਪਾਵਾਂਗੇ। ਬਟ ਮੋਸਟਲੀ ਲੱਗ ਹੀ ਰਿਹਾ ਗੋਡੇ ਸੱਟ ਸੀ, ਪੁਰਾਣਾ ਬੰਨਿਆ ਹੋਇਆ, ਮੀਨਸ ਕਿ ਹੋ ਸਕਦਾ ਕਿ ਜੁਆਇੰਟ ਜਿਹੜਾ ਫ੍ਰੈਕਚਰ ਜੇ ਬਾਈ ਚਾਂਸ ਹੋਇਆ ਸੀ ਤਾਂ ਥੋੜਾ ਉੱਪਰ ਥੱਲੇ ਹੋ ਕੇ ਜੁੜਿਆ ਹੋਏ, ਟਾਈਮ ਦੇ ਨਾਲ ਜੁਆਇੰਟ ਦੇ ਵਿੱਚ ਆਰਥਰਾਈਟਿਸ ਆਉਣਾ ਸ਼ੁਰੂ ਹੋ ਸਕਦਾ ਹੈ। ਤਾਂ ਐਕਸਰੇ ਨਾਲ ਆਪਾਂ ਨੂੰ ਕਾਫੀ ਹੱਦ ਤੱਕ ਸਟੋਰੀ ਪਤਾ ਲੱਗ ਜਾਏਗੀ, ਤੇ ਐਕਸਰੇ ਦੇਖ ਕੇ ਜੋ ਵੀ ਫਿਊਚਰ ਟ੍ਰੀਟਮੈਂਟ। ਅੱਛਾ ਡਾਕਟਰ ਸਾਹਿਬ, ਇਹ ਜਦੋਂ ਪਹਿਲਾਂ ਦੱਸ ਰਹੇ ਸੀ ਉਦੋਂ ਇਹ ਕਹਿ ਰਹੇ ਸੀ ਵੀ ਜਦੋਂ ਹੁਣ ਐਕਸਰੇ ਕਰਵਾਉਂਦੇ ਆ ਤਾਂ ਕੁਝ ਨਹੀਂ ਆਉਂਦਾ, ਸਰਦੀਆਂ ਦੇ ਵਿੱਚ ਦਰਦ ਸ਼ੁਰੂ ਹੁੰਦਾ। ਔਰ ਜਿਹੜੀ ਮੋਸਟਲੀ ਇਟ ਕੁਡ ਬੀ ਕਿ ਉਹ ਲੇਟਿਆਂ ਦੇ ਐਕਸਰੇ ਹੋ ਰਹੇ ਨੇ, ਸਟੈਂਡਿੰਗ ਐਕਸਰੇ ਹੀ ਨਹੀਂ ਹੋ ਰਿਹਾ। ਓਕੇ, ਉਹ ਤਾਂ ਹੀ ਮੈਂ ਕਿਹਾ ਕਿ ਇੱਕ ਸਟੈਂਡਿੰਗ ਐਕਸਰੇ, ਖੜਿਆਂ ਦਾ ਐਕਸਰੇ ਆਪਾਂ ਉਹਨਾਂ ਦਾ ਕਰਾ ਕੇ ਦੇਖਾਂਗੇ, ਤਾਂ ਉਹਦੇ ਨਾਲ ਆਪਾਂ ਨੂੰ ਕਾਫੀ ਹੱਦ ਤੱਕ ਕਲੀਅਰ ਹੋ ਜਾਏਗਾ ਕੀ ਦਿੱਕਤ ਹੈ। ਜੇ ਐਕਸਰੇ 'ਚ ਨਹੀਂ ਆ ਰਿਹਾ ਦਰਦ ਫਿਰ ਵੀ ਹੈ, ਫਿਰ ਆਪਾਂ ਨੈਕਸਟ ਹਾਇਰ ਇਨਵੈਸਟੀਗੇਸ਼ਨ MRI ਤੇ ਜਾ ਸਕਦੇ ਹਾਂ, ਜਿਹਦੇ ਨਾਲ ਕਿ ਅੰਦਰ ਗੋਡੇ ਦਾ ਕੋਈ ਲਿਗਾਮੈਂਟ ਜਾਂ ਜੋ ਵੀ ਦਿੱਕਤ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਜਾਏ। ਅੱਛਾ, ਇਹਨਾਂ ਦੇ ਨਾਲ ਖੈਰ ਪੂਰੀ ਗੱਲ ਨਹੀਂ, ਮੈਂ ਵੀ ਉਦੋਂ ਮੇਰੇ ਜ਼ਿਹਨ 'ਚ ਸਵਾਲ ਤੇ ਆ ਰਿਹਾ ਸੀ ਪਰ ਮੈਂ ਨਹੀਂ ਕੀਤਾ। ਡਾਕਟਰ ਸਾਹਿਬ ਤੁਹਾਡੇ ਤੋਂ ਮੈਂ ਪੁੱਛ ਲੈਣਾ ਵੀ ਜਿਵੇਂ ਕਦੀ ਇੱਦਾਂ ਕਿਸੇ ਦੇ ਸੱਟ ਲੱਗਦੀ ਹੈ ਤਾਂ ਜਿਵੇਂ ਇਹ ਦੱਸ ਰਹੇ ਸੀ ਕਿ ਹਲਕਾ ਕੁਝ ਫ੍ਰੈਕਚਰ ਆ ਗਿਆ ਸੀ ਜਾਂ ਕੁਝ, ਕੀ ਇੱਦਾਂ ਹੁੰਦਾ ਹੈ ਕਿ ਹਾਂ ਕੋਈ ਮਾਈਨਰ ਫ੍ਰੈਕਚਰ ਹੋਵੇ ਤੇ ਉਸ ਦੇ ਉੱਤੇ, ਕਿਉਂਕਿ ਪਲਾਸਟਰ ਤੇ ਆਈ ਥਿੰਕ ਗੋਡੇ ਦੇ ਉੱਤੇ ਤੇ ਨਹੀਂ ਚੜਦਾ ਹੋਣਾ? ਚੜ੍ਹ ਜਾਂਦਾ ਗੋਡੇ ਤੇ ਵੀ। ਦੇਖੋ ਟ੍ਰੀਟਮੈਂਟਸ ਜਿਵੇਂ ਫ੍ਰੈਕਚਰ ਹੋ ਰਹੇ ਨੇ ਉਹਦੇ ਬੜੇ ਡਿਫਰੈਂਟ ਨੇ। ਜੇ ਤਾਂ ਕਹ ਲਓ ਜੋੜ ਦੇ ਲਾਗੇ ਚਾਗੇ ਕਿਤੇ ਫ੍ਰੈਕਚਰ ਹੋ ਰਿਹਾ ਹੈਗਾ, ਓਕੇ, ਉਹਦਾ ਟ੍ਰੀਟਮੈਂਟ ਮੱਚ ਮੋਰ ਇੰਪੋਰਟੈਂਟ ਹੈ, ਬਿਕੋਜ਼ ਜੋੜ ਦੇ ਵਿੱਚ ਮੂਵਮੈਂਟ ਆਣੀ ਹੈਗੀ ਹੈ। ਠੀਕ ਹੈ, ਜੇ ਸਿਰਫ ਹੱਡੀ ਜਿਵੇਂ ਲੱਤ ਦੇ ਵਿਚਕਾਰੋਂ ਟੁੱਟ ਗਈ ਲੱਤ, ਉਹਨੂੰ ਆਪਾਂ ਪਲਸਤਰ ਲਾ ਦਈਏ, ਰੋਡ ਪਾ ਦਈਏ, ਮਾੜੀ ਜੀ ਉੱਪਰ ਨੀਚੇ ਹੋ ਕੇ ਵੀ ਜੇ ਜੁੜ ਜਾਂਦੀ ਹੈ ਉਹਦਾ ਕੋਈ ਇਸ਼ੂ ਨਹੀਂ ਆਉਂਦਾ, ਬਿਕੋਜ਼ ਹੱਡੀ ਬਣ ਜਾਂਦੀ ਹੈ, ਕਵਰ ਅਪ ਕਰ ਜਾਂਦੀ ਹੈ। ਬਟ ਜਦੋਂ ਜੋੜ ਦੇ ਵਿੱਚ ਫ੍ਰੈਕਚਰ ਪਹੁੰਚ ਜਾਂਦਾ ਹੈ, ਜੇ ਉਹਨੂੰ ਪਰਫੈਕਟਲੀ ਅਲਾਈਨ ਕਰਕੇ ਨਹੀਂ ਕੀਤਾ ਗਿਆ, 1 ਜਾਂ 2 mm ਤੋਂ ਵੱਧ ਦਾ ਜੇ ਸਟੈਪ ਰਹਿ ਗਿਆ, ਮਤਲਬ ਐ ਉੱਪਰ ਨੀਚੇ ਹੋ ਕੇ ਜੇ ਬੋਨ ਉੱਥੇ ਰਹਿ ਗਈ ਹੈ, ਤਾਂ ਉਹਦੇ ਵਿੱਚ ਵੀ ਉਹ ਸਟੈਪ ਕਰਕੇ, ਕਿਉਂਕਿ ਬਾਰ-ਬਾਰ ਰਗੜ ਆਈ ਜਾਣੀ ਹੈ ਉਸ ਥਾਂ ਤੇ, ਸਟੈਪ ਕਰਕੇ ਉਹ ਜੋੜ ਟਾਈਮ ਦੇ ਨਾਲ ਖਰਾਬ ਹੋ ਜਾਂਦਾ। ਤਾਂ ਜਿਹੜੇ ਇੰਟਰਾ ਆਰਟੀਕੂਲਰ ਜਾਂ ਜੋੜ ਵਾਲੇ ਫ੍ਰੈਕਚਰਸ ਨੇ ਉਹਨਾਂ ਦੀ ਮੈਨੇਜਮੈਂਟ ਬੜੀ ਜ਼ਰੂਰੀ ਹੈ। ਕਈ ਵਾਰ ਲੋਕ ਨੈਗਲੈਕਟ ਕਰ ਦਿੰਦੇ ਨੇ। ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੂੰ ਪੁਰਾਣੀ ਸੱਟ ਲੱਗੀ ਸੀ, ਬੰਨ੍ਹਤਾ, ਉੱਚਾ ਨੀਵਾਂ ਹੋ ਕੇ ਜੁੜ ਗਿਆ, ਕੋਈ ਪਾਸੇ ਹੋ ਕੇ ਜੁੜ ਗਿਆ, ਐਂਡ ਵਿਦਿਨ 5-6 ਈਅਰ ਜੋੜ ਖਰਾਬ ਹੋ ਗਿਆ, ਐਂਡ ਜਿਹੜਾ ਇੱਕ ਕਹਿ ਲਓ ਨਾ ਨੋਰਮਲੀ ਸਿਰਫ ਛੋਟੀ ਪਲੇਟ ਪੈ ਕੇ ਜਾਂ ਮਾਈਨਰ ਸਰਜਰੀ ਨਾਲ ਕੰਮ ਸਰ ਸਕਦਾ ਸੀਗਾ, ਉਹ ਨਹੀਂ ਰਿਪਲੇਸਮੈਂਟ ਤੱਕ ਪਹੁੰਚ ਗਿਆ। ਤਾਂ ਚਲੋ ਨਾ ਜਦੋਂ ਸੱਟ ਲੱਗਦੀ ਹੈ ਉਦੋਂ ਸਿਆਣਿਆਂ ਨੂੰ ਛੱਡ ਕੇ ਕਈ ਵਾਰ ਪ੍ਰੋਪਰ ਐਕਸਰੇ ਕਰਕੇ ਇੱਕ ਕਹਿ ਲਓ ਨਾ ਆਰਥੋਪੈਡਿਕ ਸਪੈਸ਼ਲਿਸਟ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ। ਮਤਲਬ ਅੰਦਰ ਦੀ ਕੀ ਸਿਚੁਏਸ਼ਨ ਹੈ ਪ੍ਰੋਪਰ ਉਹ ਪਤਾ ਲੱਗ ਜਾਵੇ ਕਿ ਹੱਡੀ ਦੀ ਪੋਜੀਸ਼ਨ ਕੀ ਹੈ ਨਾ, ਕਿ ਉਹ ਅਗਰ ਨਹੀਂ ਤਾਂ ਰਹਿ ਗਈ ਤਾਂ ਫਿਰ ਅੱਗੇ ਬਹੁਤ ਦਿੱਕਤ ਹੋਏਗੀ, ਅੱਗੇ ਦਿੱਕਤ ਵੱਧ ਸਕਦੀ ਹੈ ਜੀ। ਸੋ ਸਾਡੇ ਜਿਹੜੇ ਦਰਸ਼ਕ ਸੀ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਦੇ ਸਵਾਲ ਦੇ ਨਾਲ ਕਾਫੀ ਚੀਜ਼ਾਂ ਹੋਰ ਵੀ ਜਿਹੜੀਆਂ ਕਲੀਅਰ ਹੋਈਆਂ। ਸੋ ਡਾਕਟਰ ਸਾਹਿਬ ਅਸੀਂ ਰੋਬੋਟਿਕ ਦੀ ਹੀ ਗੱਲ ਕਰ ਰਹੇ ਸੀ, ਤੁਸੀਂ ਸਰਜਰੀ ਦਾ ਪ੍ਰੋਸੈਸ ਦੱਸ ਰਹੇ ਸੀ ਜੀ। ਤਾਂ ਜਦੋਂ ਇੱਕ ਆਪਾਂ ਮੈਪਿੰਗ ਨੀ ਦੀ ਕਰ ਲਈ ਸਾਰੇ ਪੁਆਇੰਟਸ ਦੱਸ ਕੇ, ਉਸ ਤੋਂ ਬਾਅਦ ਰੋਬੋਟ ਦੇ ਵਿੱਚ ਅਸੀਂ ਗੋਡੇ ਨੂੰ ਲਾਈਵ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਗੋਡਾ ਲਾਈਵ ਦਿਖਣ ਲੱਗ ਗਿਆ ਤਾਂ ਉਹਦੇ ਕਰ ਲਓ ਲੱਤ ਸਿੱਧੀ ਕਰਕੇ ਅੰਦਰਲੇ ਪਾਸੇ ਬਾਹਰਲੇ ਪਾਸੇ ਕੀ ਗੈਪਸ ਨੇ, ਗੋਡਾ ਮੋੜ ਕੇ ਉਹਦੇ ਅੰਦਰ ਬਾਹਰਲੇ ਪਾਸੇ ਕੀ ਗੈਪਸ ਨੇ, ਇਹ ਸਾਨੂੰ ਸਕਰੀਨ ਤੇ ਦਿਖਣੇ ਸ਼ੁਰੂ ਹੋ ਜਾਂਦੇ ਨੇ। ਤੇ ਉਸ ਤੋਂ ਬਾਅਦ ਸਾਡੇ ਕੋਲ 8 ਤੋਂ 12 ਡਿਫਰੈਂਟ ਵੇਰੀਏਬਲਸ ਨੇ ਜਿਹੜੇ ਅਸੀਂ ਪੱਟ ਵਾਲੀ ਹੱਡੀ ਦੀ ਬੋਨ ਕਿਸ ਐਂਗਲ ਤੇ ਕੱਟਣਾ ਹੈ, ਐਂਗਲ ਅੰਦਰਲਾ ਬਾਹਰਲਾ, ਸਾਰੇ 6 ਡਿਫਰੈਂਟ ਪਲੇਨਸ ਦੇ ਵਿੱਚ ਐਂਗਲਸ ਪੱਟ ਦੀ ਹੱਡੀ ਦੇ ਤੇ ਥੱਲੜੀ ਹੱਡੀ ਦੇ ਅਸੀਂ ਚੇਂਜ ਕਰ ਸਕਦੇ ਹਾਂ। ਤੇ ਸਾਰੀ ਪਲੈਨਿੰਗ ਅਸੀਂ ਅਕੋਰਡਿੰਗ ਟੂ ਦਾ ਜਿਹੜੇ ਗੈਪ ਸਾਨੂੰ ਦਿਖ ਰਹੇ ਨੇ ਕੰਪਿਊਟਰ ਤੇ ਉਹ ਕਰਕੇ ਇੱਕ ਫਾਈਨਲ ਪਲਾਨ ਬਣਾ ਲੈਂਦੇ ਹਾਂ। ਓਕੇ, ਉਸ ਫਾਈਨਲ ਪਲਾਨ ਨੂੰ ਜਦੋਂ ਅਸੀਂ ਰੋਬੋਟ ਨੂੰ ਇਨਪੁਟ ਕਰਕੇ ਉਸ ਨੂੰ ਰੋਬੋਟ ਨੂੰ ਨੀ ਨਾਲ ਫਿਕਸ ਕਰਦੇ ਹਾਂ, ਉਸ ਤੋਂ ਬਾਅਦ ਜਿਹੜੀ ਫਾਈਨਲ ਬੋਨ ਰਿਮੂਵਲ ਹੈ ਦੈਟ ਇਜ਼ ਡਨ ਬਾਈ ਦਾ ਰੋਬੋਟ। ਤਾਂ ਉਹਦੇ ਵਿੱਚ ਕੀ ਹੈ ਕਿ ਇੱਕ ਸਬ ਮਿਲੀਮੀਟਰ ਲੈਵਲ ਤੱਕ ਐਕਿਊਰੇਸੀ, 0.1 ਡਿਗਰੀ ਤੱਕ ਦੀ ਐਕਿਊਰੇਸੀ ਆ ਰਹੀ ਹੈਗੀ ਹੈ, ਜਿਹਦੇ ਨਾਲ ਕਿ ਜੋ ਆਪਾਂ ਪਲਾਨ ਕਰ ਰਹੇ ਹਾਂ ਉਹੀ ਐਗਜ਼ੀਕਿਊਟ ਹੋ ਰਿਹਾ ਹੈ। ਬੋਨ ਰਿਮੂਵਲ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਜੈਂਟਲ ਹੋ ਗਿਆ।
ਕੋਈ ਆਰੀ ਨਾਲ ਕੱਟਣਾ ਨਹੀਂ ਪੈ ਰਿਹਾ, ਬੋਨ ਡਿਸੋਲਵ ਹੋ ਰਹੀ ਹੈ, ਨਾਲ ਪਾਣੀ ਨਾਲ ਵਾਸ਼ ਆਊਟ ਹੋ ਰਹੀ ਹੈ, ਤਾਂ ਕੋਈ ਡੈਬਰੀ ਜਾਂ ਕੋਈ ਐਕਸਟਰਾ ਮਟੀਰੀਅਲ ਅੰਦਰ ਜੋੜਦੇ ਨਹੀਂ ਰਹਿ ਰਿਹਾ। ਤਾਂ ਜੀ। ਮਤਲਬ ਸਾਰੀ ਇੱਕ ਪਲੈਨਿੰਗ ਪਰਫੈਕਟ ਹੋ ਗਈ, ਐਗਜ਼ੀਕਿਊਸ਼ਨ ਪਰਫੈਕਟ ਹੋ ਗਈ, ਸੌਫਟ ਟਿਸ਼ੂ ਜਿਹੜੇ ਆਸ-ਪਾਸ ਮਸਲ ਨੇ, ਲਿਗਾਮੈਂਟ ਨੇ, ਉਹਨਾਂ ਦੀ ਹੈਂਡਲਿੰਗ ਬੜੀ ਜੈਂਟਲ ਹੋ ਗਈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਦਰਦ ਘਟ ਗਿਆ, ਐਕੂਰੇਸੀ ਵੱਧ ਗਈ, ਤਾਂ ਉਹਦੇ ਗੋਡੇ ਦੀ ਲਾਈਫ ਵੀ ਵੱਧ ਗਈ, ਕੰਫਰਟ ਲੈਵਲ ਵੱਧ ਗਿਆ, ਗੋਡਾ ਉਹਨਾਂ ਦੀ ਐਗਜ਼ੈਕਟ ਪਹਿਲੇ ਵਾਲੀ ਪੋਜੀਸ਼ਨ ਤੇ ਪਹੁੰਚ ਗਿਆ, ਤਾਂ ਜ਼ਿਆਦਾ ਨੈਚੁਰਲ ਫੀਲਿੰਗ ਆ ਗਈ। ਤਾਂ ਮਤਲਬ ਇੱਕ ਓਵਰਆਲ ਫੀਲ ਗੁੱਡ ਫੈਕਟਰ ਪੇਸ਼ੈਂਟ ਨੂੰ ਫੀਲ ਹੁੰਦਾ ਹੈ। ਤੇ ਸੈਕਿੰਡ ਜਾਂ ਥਰਡ ਡੇ ਸਾਰੇ ਮਰੀਜ਼ ਚੱਲਣ ਫਿਰਨ ਲੱਗ ਜਾਂਦੇ ਨੇ ਵਿਦਆਊਟ ਸਪੋਰਟ, ਜੋ ਕਿ ਅਸੀਂ ਪਹਿਲੇ ਨਹੀਂ ਕਦੀ ਦੇਖਿਆ ਸੀਗਾ ਇਹਨਾਂ ਨਾਰਮਲ ਕਨਵੈਨਸ਼ਨਲ ਨੀ ਰਿਪਲੇਸ। ਮੈਨੂੰ ਯਾਦ ਹੈ ਤੁਸੀਂ ਜਦੋਂ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਸ਼ੁਰੂ ਕੀਤੀ ਸੀ ਤੇ ਕੁਝ ਸਮੇਂ ਬਾਅਦ ਹੀ ਜਦੋਂ ਤੁਸੀਂ ਕੁਝ ਸਰਜਰੀਜ਼ ਹੀ ਕੀਤੀਆਂ ਸੀਗੀਆਂ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਅਸੀਂ ਖੁਦ ਹੀ ਹੈਰਾਨ ਹੋ ਗਏ ਕਿ ਇਹ ਵੀ ਰਿਜ਼ਲਟ ਹੋ ਸਕਦਾ ਹੈ। ਜੀ ਬਿਲਕੁਲ, ਹੈ ਨਾ। ਉਹੀ ਨਾ ਪੇਸ਼ੈਂਟ ਆਪਣੇ ਆਪ ਜਦੋਂ ਕਹਿਣ ਲੱਗ ਜੇ ਕਿ ਹਾਂਜੀ ਅਸੀਂ ਬਿਲਕੁਲ ਦਿੱਕਤ ਨਹੀਂ ਹੈ, ਦਰਦ ਨਹੀਂ ਹੈਗਾ, ਅਸੀਂ ਅਰਲੀ ਵਾਕ ਕਰਨਾ ਚਾਹ ਰਹੇ ਹੈਗੇ ਆ, ਤਾਂ ਉਹਨਾਂ ਦੇ ਨਾਲ ਹੀ ਫਿਰ ਕਹਿ ਲਓ ਸਾਨੂੰ ਆਪਣੀ ਟੈਕਨੋਲੋਜੀ ਤੇ ਵੀ ਰੋਬੋਟਿਕਸ ਤੇ ਵੀ ਵਿਸ਼ਵਾਸ ਹੋਰ ਵੱਧਦਾ ਹੈ। ਤੇ ਹੁਣ ਜਦੋਂ ਪੇਸ਼ੈਂਟ ਸਾਨੂੰ ਆ ਕੇ ਪੁੱਛਦੇ ਨੇ ਕਿ ਹਾਂਜੀ ਸਾਡੇ ਬਜ਼ੁਰਗ ਥੋੜੇ ਜਿਹੇ ਵੀਕ ਨੇ ਜਾਂ ਜਿਵੇਂ 70s ਦੇ ਵਿੱਚ ਨੇ, ਤੇ ਅਸੀਂ ਚਾਹੁੰਦੇ ਹਾਂ ਕਿ ਕੁਝ ਇਹੋ ਜਿਹਾ ਸਰਜਰੀ ਕਰੀਏ ਜਿਹਦੇ ਨਾਲ ਇਹਨਾਂ ਦੀ ਰਿਕਵਰੀ ਫਾਸਟਰ ਹੋਵੇ, ਤਾਂ ਅਸੀਂ ਵੀ ਫਿਰ ਕੌਨਫੀਡੈਂਟਲੀ ਉਹਨਾਂ ਨੂੰ ਸੁਜੈਸਟ ਕਰ ਪਾਉਂਦੇ ਹਾਂ ਕਿ ਹਾਂਜੀ ਰੋਬੋਟਿਕ ਸਰਜਰੀ ਦੇ ਨਾਲ ਹੀ ਉਹਨਾਂ ਨੂੰ ਕਹਿ ਲਓ ਘੱਟ ਦਿੱਕਤ, ਘੱਟ ਕਮਜ਼ੋਰੀ, ਘੱਟ ਰਿਕਵਰੀ ਟਾਈਮ ਫੇਸ ਕਰਨਾ ਪਏਗਾ। ਕਈ ਲੋਕ ਇਸੇ ਤਰ੍ਹਾਂ ਹੀ ਸੀਗਾ, ਹੁਣ ਜਿਵੇਂ ਰਕਸ਼ਾ ਡਾਕਟਰ ਸਾਹਿਬ ਮਾਫੀ ਚਾਹਾਂਗਾ, ਸਾਡੇ ਨਾਲ ਇੱਕ ਦਰਸ਼ਕ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਅਸੀਂ ਜੀ ਇੱਥੋਂ ਬਰੰਪਟਨ ਤੋਂ ਹੀ ਹਾਂ ਗੱਲ ਕਰ ਰਹੇ। ਅੱਛਾ ਜੀ, ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਹਾਂ, ਮੈਂ ਨਾ ਮੇਰੀ ਵਾਈਫ ਦਾ ਹੈਗਾ, ਮੇਰਾ ਨਾਮ ਹਰਦੀਪ ਸਿੰਘ ਹੈ। ਓਕੇ ਜੀ। ਤੇ ਮਤਲਬ ਸੁਲਵਿੰਦਰ ਕੌਰ ਦੇ ਬਾਰੇ ਚ ਮੈਂ ਮਤਲਬ ਉਹਨਾਂ ਦਾ ਹਿੱਪ ਦੀ ਪ੍ਰੋਬਲਮ ਹੈ। ਅੱਛਾ, ਕੀ ਪ੍ਰੋਬਲਮ ਹੈ ਜੀ? ਉਹਨਾਂ ਦੇ ਨਾ 2010 ਦੇ ਵਿੱਚ ਨਾ ਡਿੱਗ ਗਏ ਸੀ ਤੇ ਹੱਡੀ ਟੁੱਟ ਗਈ ਤੇ ਸੜੀਆ ਪਾਇਆ ਇਹ ਵਿੱਚ ਨਾ। ਅੱਛਾ। ਤੇ ਚੰਡੀਗੜ੍ਹ ਤੋਂ ਤੇ ਉਹ ਥੋੜਾ ਜਿਹਾ ਮਤਲਬ ਕਿ ਠੀਕ ਹੁੰਦੇ ਤੇ ਰੱਬ ਹੈ ਡਾਕਟਰ, ਲੇਕਿਨ ਉੱਥੇ ਥੋੜੀ ਗਲਤੀ ਹੋ ਗਈ। ਉਹ ਮਤਲਬ ਕਿ ਨਾ ਠੀਕ ਨਹੀਂ ਪਿਆ, ਔਰ ਉਹਨਾਂ ਜਿੱਥੇ ਸਰੀਆ ਬਾਲ ਦੇ ਨਾਲ ਕਰਦੇ ਆ ਨਾ ਫਿੱਟ, ਉਹ ਟੁੱਟ ਗਿਆ। ਮਤਲਬ ਕਿ ਨਾ ਹਾਂਜੀ ਠੀਕ ਹੈ, ਤੇ ਉਹ ਵਿੱਚੇ ਅੜਿਆ ਪਿਆ। ਹੁਣ ਮਤਲਬ ਕਿ ਕੀ ਆ ਵੀ ਬਾਅਦ ਚ ਫਿਰ ਅਸੀਂ ਗੁਜਰਾਤ ਚ ਕਰਵਾਇਆ ਠੀਕ, ਲੇਕਿਨ ਬਾਅਦ ਚ ਸਰੀਆ ਪਾਉਂਦੇ ਆ ਨਾ ਪੂਰਾ ਲੰਬਾ ਦਾ ਲੰਬਾ ਹੱਡੀ ਦੀ ਜਗ੍ਹਾ, ਤੇ ਉਹ ਸਰੀਆ ਵੀ ਟੁੱਟ ਗਿਆ। ਅੱਛਾ ਜੀ ਜੀ। ਹੁਣ ਇੱਥੇ ਕਹਿੰਦੇ ਆ ਵੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ ਸ਼ਾਇਦ ਹੋਵੇ, ਏਦਾਂ ਕਰਕੇ ਮਤਲਬ ਕਿ ਬਿਲਕੁਲ ਡਾਕਟਰ ਨੇ ਹਿੰਟ ਜਿਹਾ ਦਿੱਤਾ ਹੈਗਾ। ਨਹੀਂ ਹੁੰਦਾ, ਬਿਲਕੁਲ ਹੁੰਦਾ ਜੀ। ਡਾਕਟਰ ਸਾਹਿਬ ਜਿਹੜੇ ਆਪਣੇ ਨਾਲ ਪਰਮਪ੍ਰੀਤ ਸਾਹਿਬ ਹੈਗੇ ਨੇ, ਇਹ ਖੁਦ ਇਹਨਾਂ ਦੇ ਇੱਥੇ ਨੀ ਰਿਪਲੇਸਮੈਂਟ ਵੀ ਹੁੰਦੀ ਹੈ ਔਰ ਇਹਦੀ ਵੀ ਹੁੰਦੀ ਹੈ, ਚੂਲੇ ਦੀ ਹੱਡੀ ਦੀ। ਨੀ ਦੀ ਤੇ ਠੀਕ ਹੈ, ਨੀ ਦੀ ਠੀਕ ਹੈ, ਨੀ ਦਾ ਤੇ ਮਤਲਬ ਆਮ ਸੁਣਿਆ ਹੈਗਾ, ਔਰ ਮੇਰੀ ਵਾਈਫ ਨੇ ਅਸੀਂ ਕਰਵਾਇਆ ਵੀ ਹੈਗਾ। ਲੇਕਿਨ ਅਸੀਂ ਨੇ ਹਿਪ ਦੇ ਵਾਸਤੇ ਤੁਹਾਨੂੰ ਠੀਕ ਹੈ। ਹਰਦੀਪ ਸਰ, ਤੁਸੀਂ ਪਲੀਜ਼ 1 ਮਿੰਟ ਲਈ ਹੋਲਡ ਕਰੋ, ਮੈਂ ਡਾਕਟਰ ਸਾਹਿਬ ਤੋਂ ਪੁੱਛਾਂ ਕੋਈ ਸਵਾਲ ਹੋਵੇ। ਡਾਕਟਰ ਸਾਹਿਬ ਕੋਈ ਸਵਾਲ ਕਰਨਾ ਤੁਸੀਂ? ਮੋਸਟਲੀ ਤਾਂ ਐਕਸ-ਰੇਜ਼ ਦੇਖ ਰਹੇ ਡਾਕਟਰ ਸਾਹਿਬ ਦਾ ਸਵਾਲ ਇਹ ਵੀ ਹਿਪ ਰਿਪਲੇਸਮੈਂਟ ਕਰ ਸਕਦੇ ਹੋ, ਔਰ ਕਿੰਨੇ ਦਿਨ ਬੈੱਡ ਤੇ ਰਹਿਣਾ ਪੈਂਦਾ ਜੀ? ਸਾਰਾ ਕੁਝ ਤੁਸੀਂ ਕੋਈ ਖਤਰਾ ਤੇ ਨਹੀਂ ਹੈਗਾ ਮਤਲਬ ਚੀਜ਼ਾਂ? ਕੋਈ ਗੱਲ ਨਹੀਂ, ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਨਾ, ਤੁਸੀਂ ਪ੍ਰੋਗਰਾਮ ਦੇਖੋ, ਹੁਣੇ ਤੁਹਾਨੂੰ ਡਾਕਟਰ ਸਾਹਿਬ ਪ੍ਰੋਗਰਾਮ ਦੇਖ ਰਿਹਾ, ਉੱਥੇ ਨੰਬਰ ਮਿਲਿਆ। ਹਾਂਜੀ ਹਾਂਜੀ, ਪ੍ਰੋਗਰਾਮ ਦੇਖ ਰਹੇ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਹੁਣੇ ਡਾਕਟਰ ਸਾਹਿਬ ਜਵਾਬ ਦੇਣਗੇ, ਤਾਂ ਤੁਸੀਂ ਧਿਆਨ ਨਾਲ ਸੁਣਿਓ ਜੀ। ਠੀਕ ਹੈ, ਮਿਹਰਬਾਨੀ ਜੀ। ਡਾਕਟਰ ਸਾਹਿਬ ਇਹਨਾਂ ਦਾ ਜਵਾਬ ਦੇ ਦਿੰਦੇ ਆਪਾਂ ਜੀ। ਬਿਲਕੁਲ, ਦੇਖੋ ਇੰਨੀ ਦੇਰ ਤੋਂ ਆਪਾਂ ਨੀ ਰਿਪਲੇਸਮੈਂਟ ਦੀ ਗੱਲਾਂ ਕਰਦੇ ਰਹਿੰਦੇ ਹਾਂ, ਹਿਪ ਰਿਪਲੇਸਮੈਂਟ ਨੈਗਲੈਕਟ ਹੋ ਰਹੀ ਸੀ, ਵਿਚ ਇਜ਼ ਇਕੁਅਲ ਇਨ ਨੰਬਰ। ਮਤਲਬ ਹਿਪ ਰਿਪਲੇਸਮੈਂਟ ਦੀ ਜਾਂ ਹਿਪ ਦੀ ਦਿੱਕਤਾਂ ਦੀ ਵੀ ਸਿਮਿਲਰ ਹੀ ਹੈਗੀ ਹੈ। ਤਾਂ ਇਹ ਸਟਾਰਟਿੰਗ ਆਪਾਂ ਹਿਪ ਦੀ ਇੱਕ ਸ਼ੁਰੂਆਤ ਥੋੜੀ ਜਿਹੀ ਕਰ ਦੇਣਾ ਕਿ ਕਦੋਂ ਲੋੜ ਪੈਂਦੀ ਹੈਗੀ ਹਿਪ ਰਿਪਲੇਸਮੈਂਟ ਦੀ, ਫਿਰ ਆਪਾਂ ਇਹਨਾਂ ਦੇ ਕੁਐਸਚਨ ਨੂੰ ਰੈਫਰ ਕਰਕੇ ਅੱਗੇ ਸਾਰਾ ਨਹੀਂ ਹਿਪ ਰਿਪਲੇਸਮੈਂਟ ਬਾਰੇ ਦੱਸਦੇ ਹਾਂ। ਤਾਂ ਹਿਪ ਰਿਪਲੇਸਮੈਂਟ 2 ਜਾਂ 3 ਮੇਨ ਕਾਰਨਾਂ ਤੋਂ ਕੀਤਾ ਜਾਂਦਾ ਹੈ। ਇੱਕ ਤਾਂ ਆ ਜਾਂਦਾ ਹੈਗਾ ਜਿਹੜਾ ਹਿਪ ਦਾ ਆਰਥਰਾਈਟਿਸ ਹੈ, ਹਿਪ ਜਿਹਦੇ ਅੰਦਰੋਂ ਦੀ ਘਸ ਗਿਆ, ਜਿਹੜਾ ਕਿ ਜਾਂ ਤਾਂ ਓਲਡ ਏਜ ਦੇ ਵਿੱਚ ਇੱਕ ਪ੍ਰਾਇਮਰੀ ਆਸਟੀਓਆਰਥਰਾਈਟਿਸ ਹੋ ਸਕਦਾ ਹੈ, ਉਮਰ ਦੇ ਨਾਲ ਘਸਣ ਵਾਲਾ,
ਜਾਂ ਜੀ ਫਿਰ ਸੈਕੰਡਰੀ ਆਰਥੋ ਆਰਥਰਾਈਟਿਸ ਆ ਸਕਦਾ AVN ਦੇ ਨਾਲ, ਜਿਹੜਾ ਕਿ ਖੂਨ ਦੀ ਸਪਲਾਈ ਚੂਲੇ ਦੀ ਬੋਲ ਦੀ ਖਤਮ ਹੋਣ ਕਰਕੇ ਹੋ ਸਕਦਾ ਹੈ। ਓਕੇ ਤਾਂ ਇਹ ਜਿਹੜਾ AVN ਹੈ ਇਹ ਯੰਗ ਏਜ ਦੇ ਵਿੱਚ 30s 40s ਦੇ ਵਿੱਚ ਕਈ ਵਾਰ ਦੋਨੋਂ ਚੂਲਿਆਂ ਦੇ ਵਿੱਚ ਹੋ ਜਾਂਦਾ, ਜਿਹੜਾ ਕਿ ਚੂਲੇ ਦੀ ਬੋਲ ਦੀ ਸਪਲਾਈ ਖਤਮ ਹੋ ਗਈ, ਚੂਲੇ ਦੇ ਵਿੱਚ ਦੀ ਕੈਲਸ਼ੀਅਮ ਜ਼ਿਆਦਾ ਡਿਪੋਜ਼ਿਟ ਹੋ ਕੇ ਉਹਦੀ ਜਿਹੜੀ ਉੱਪਰਲੀ ਪਰਤ ਹੈ ਕੱਟ ਦੇ ਜੋ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦੇ ਵਿੱਚ 2 ਜਾਂ 3 ਤਰ੍ਹਾਂ ਦੇ ਡਿਫਰੈਂਟ ਰਿਪਲੇਸਮੈਂਟਸ ਆ ਜਾਂਦੇ ਨੇ, ਜਿਵੇਂ ਸੀਮੈਂਟਡ ਹੋ ਜਾਂਦਾ ਹੈ, ਅਨਸੀਮੈਂਟਡ ਹੋ ਜਾਂਦਾ ਹੈ। ਤਾਂ ਜਿਹੜਾ ਦੂਸਰਾ ਕਾਰਨ ਮੇਜਰ ਆ ਜਾਂਦਾ ਹੈ ਇਹਦੇ ਵਿੱਚ ਆ ਜਾਂਦਾ ਜਿਵੇਂ ਸੱਟ ਲੱਗੀ ਹੈ, ਜਿਵੇਂ ਆਪਣੇ ਮਰੀਜ਼ ਹੁਣੇ ਅੰਕਲ ਦੱਸ ਰਹੇ ਸੀ ਉਹਨਾਂ ਦੀ ਵਾਈਫ ਦੇ ਸੱਟ ਲੱਗੀ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਚੂਲੇ ਦੀ ਬੋਲ ਹੈਗੀ ਹੈ ਉਹ ਕਿਸੇ ਡਿਫਰੈਂਟ ਲੈਵਲ ਤੋਂ ਟੁੱਟਦੀ ਹੈਗੀ ਹੈ, ਜੋ ਕਿ ਆਪਾਂ ਐਕਸਰੇ ਤੋਂ ਦੇਖ ਕੇ, ਤੇ ਜੇ ਉਹ ਟ੍ਰੋਕੈਂਟਰ ਤੋਂ ਉੱਪਰ ਟੁੱਟਦੀ ਹੈ ਤਾਂ ਇੱਕ ਡਿਫਰੈਂਟ ਤਰ੍ਹਾਂ ਦਾ ਹਿੱਪ ਪੈ ਸਕਦਾ ਹੈ। ਜਦੋਂ ਟ੍ਰੋਕੈਂਟਰ ਜਾਂ ਜਿਹੜਾ ਮੇਨ ਆਪਣਾ ਜੋੜ ਹੈ ਉਸ ਤੋਂ ਥੋੜਾ ਥੱਲੇ ਟੁੱਟਦੀ ਹੈ ਤਾਂ ਇੱਕ ਡਿਫਰੈਂਟ ਤਰ੍ਹਾਂ ਦਾ ਜੋੜ ਪੈ ਸਕਦਾ ਹੈ। ਤਾਂ ਹਿੱਪ ਦੀ ਦਿੱਕਤ ਦੇ ਵਿੱਚ ਜੇ ਕਹਿ ਲਓ ਬਾਰ-ਬਾਰ ਆਪਣਾ ਰੋਡ ਪਾ ਕੇ ਰੋਡ ਸਕਸੈਸਫੁਲ ਨਾ ਹੋ ਰਹੀ ਹੋਵੇ ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਪਾਰਟ ਹੱਡੀ ਦਾ ਦੂਸਰੇ ਪਾਰਟ ਨਾਲ ਯੂਨਾਈਟ ਨਹੀਂ ਕਰ ਪਾ ਰਿਹਾ, ਜੁੜ ਨਹੀਂ ਪਾ ਰਿਹਾ, ਉਹਨੂੰ ਪੂਰਾ ਦਾ ਪੂਰਾ ਰਿਪਲੇਸ ਵੀ ਕਰ ਸਕਦੇ ਹੈਗੇ ਆ। ਮੋਸਟਲੀ ਕੀ ਹੁੰਦਾ ਇਹਦੇ ਵਿੱਚ ਜਿਹੜਾ ਉੱਪਰਲਾ ਗੋਲੀਆ ਟੁੱਟਿਆ ਹੁੰਦਾ ਉਹਨੂੰ ਰਿਪਲੇਸ ਕਰ ਦਿੰਦੇ ਆ ਤਾਂ ਇੱਕ ਨਾਰਮਲ ਇੰਪਲਾਂਟ ਜਿਹੜਾ ਹਿਪ ਆਰਥਰਾਈਟਿਸ ਦੇ ਵਿੱਚ ਯੂਜ਼ ਹੁੰਦਾ ਉਹੀ ਸੇਮ ਇੰਪਲਾਂਟ ਯੂਜ਼ ਹੋ ਜਾਂਦਾ ਹੈ। ਜੇ ਬਾਈ ਚਾਂਸ ਲੰਬਾ ਜਾਂ ਨੀਵਾਂ ਜਾ ਕੇ ਕਿਤੇ ਫ੍ਰੈਕਚਰ ਹੈਗਾ ਤੇ ਉਹ 2-3 ਵਾਰੀ 'ਚ ਨਹੀਂ ਜੁੜ ਪਾ ਰਿਹਾ, ਮੀਨਸ ਕਿ ਹੱਡੀ ਦੇ ਵਿੱਚ ਕਈ ਵਾਰ ਜੁੜਨ ਦਾ ਪੋਟੈਂਸ਼ੀਅਲ ਨਹੀਂ ਹੈ ਜਾਂ ਬਲੱਡ ਸਪਲਾਈ ਘੱਟ ਹੈ, ਤਾਂ ਉਹਦੇ ਵਿੱਚ ਇੱਕ ਲੌਂਗ ਸਟੈਮ ਵੀ ਪੈ ਸਕਦੀ ਹੈਗੀ ਹੈ ਜਾਂ ਪ੍ਰੋਕਸੀਮਲ ਫੀਮਰ ਰਿਪਲੇਸਮੈਂਟ ਵਾਲਾ ਵੀ ਇੱਕ ਪਾਰਟ ਪੈ ਸਕਦਾ ਹੈ। ਤਾਂ ਹਿਪ ਦੇ ਵਿੱਚ ਵੀ ਇਕੁਅਲੀ ਕਹਿ ਲਓ ਨਾ ਡਿਫਰੈਂਟ ਪਾਰਟਸ ਅਵੇਲੇਬਲ ਹੈਗੇ ਨੇ, ਜਿਹਦੇ ਵਿੱਚ ਕਿ ਮੈਟੈਲਿਕ ਪਾਰਟਸ ਕੱਪ ਦੇ ਵਿੱਚ ਪੈ ਸਕਦੇ ਨੇ, ਪਲਾਸਟਿਕ ਪਾਰਟਸ ਵੀ ਪੈ ਸਕਦੇ ਨੇ, 22, 28, 32, 36, 40 ਡਿਫਰੈਂਟ ਸਾਈਜ਼ ਦੀਆਂ ਬਾਲਸ ਪੈ ਸਕਦੀਆਂ ਡਿਪੈਂਡਿੰਗ ਔਨ ਦਾ ਪੇਸ਼ੈਂਟਸ ਹਿਪ ਸਾਈਜ਼। ਤਾਂ ਹਿਪ ਰਿਪਲੇਸਮੈਂਟ ਵੀ ਨੀ ਰਿਪਲੇਸਮੈਂਟ ਦੀ ਤਰ੍ਹਾਂ ਉਨਾ ਹੀ ਸਕਸੈਸਫੁਲ 99% ਸਕਸੈਸਫੁਲ ਸਰਜਰੀ ਹੈ। ਜਸਟ ਉਹਦੀ ਇੱਕ ਸਹੀ ਇੰਡੀਕੇਸ਼ਨ ਦੇ ਵਿੱਚ ਕਰਨਾ ਜ਼ਰੂਰੀ ਹੈ। ਹਿਪ ਦੇ ਆਸ-ਪਾਸ ਜਿਹੜੇ ਮਸਲਸ ਨੇ ਉਹਨਾਂ ਨੂੰ ਸਟੱਡੀ ਕਰਨਾ ਜ਼ਰੂਰੀ ਹੈਗਾ। ਤੇ ਇਹਦੇ ਵਿੱਚ ਇੱਕ ਛੋਟੀ ਬਾਲ ਤੋਂ ਲੈ ਕੇ ਹੁਣ ਡਿਊਅਲ ਮੋਬਿਲਿਟੀ ਤੱਕ ਦੇ ਕੱਪਸ ਆ ਗਏ ਨੇ, ਜਿਨ੍ਹਾਂ ਦੇ ਨਾਲ ਕਿ ਵੱਧ ਸਟੇਬਿਲਿਟੀ ਵੀ ਦੇ ਸਕਦੇ, ਜਿਨ੍ਹਾਂ ਦੇ ਵਿੱਚ ਕਿ ਮਸਲਸ ਉੱਪਰੋਂ ਦੀ ਜ਼ਿਆਦਾ ਵੀਕ ਹੈਗੇ ਨੇ। ਤਾਂ ਜੇ ਉਹਨਾਂ ਦੀ ਪੇਸ਼ੈਂਟ ਆਪਣੇ ਜਿਵੇਂ ਅੰਕਲ ਨੇ ਫੋਨ ਕੀਤਾ ਸੀ ਉਹਨਾਂ ਨੂੰ ਦਿੱਕਤ ਹੈਗੀ ਹੈ ਤੇ ਉਹਨਾਂ ਦਾ ਹਿਪ ਨਹੀਂ ਯੂਨਾਈਟ ਕਰ ਰਿਹਾ, ਤਾਂ ਆਈ ਥਿੰਕ ਹਿਪ ਰਿਪਲੇਸਮੈਂਟ ਇਜ਼ ਅ ਵੈਰੀ ਗੁੱਡ ਆਪਸ਼ਨ, ਜਿਹਦੇ ਵਿੱਚ ਕਿ ਉਹਨਾਂ ਦੇ ਐਕਸਰੇ ਦੇਖ ਕੇ ਆਪਾਂ ਉਹਨਾਂ ਨੂੰ ਗਾਈਡ ਕਰ ਪਾਵਾਂਗੇ ਕਿ ਕਿਹੜਾ ਹਿਪ ਉਹਨਾਂ ਦੇ ਪੇਸ਼ੈਂਟ ਲਈ ਬੈਸਟ ਰਹੇਗਾ। ਸੋ ਮੇਰੇ ਖਿਆਲ ਨਾਲ ਜਿਹੜੀ ਸੁਜੈਸ਼ਨ ਹੈਗੀ ਹੈ ਸਰ ਦੇ ਲਈ, ਉਹ ਹਰਦੀਪ ਸਰ ਦੇ ਲਈ, ਉਹ ਇਹ ਹੈ ਕਿ ਡਾਕਟਰ ਸਾਹਿਬ ਦਾ ਨੰਬਰ ਜਿਹੜਾ ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਲਿਖਿਆ, ਤੁਸੀਂ ਪਹਿਲਾਂ ਜਿਸ ਤੇ ਕਾਲ ਕੀਤੀ ਸੀ ਉਹ ਸਟੂਡੀਓ ਦਾ ਨੰਬਰ ਸੀਗਾ, ਡਾਕਟਰ ਸਾਹਿਬ ਦਾ ਨੰਬਰ ਉਹਨਾਂ ਦੇ ਨਾਮ ਦੇ ਨੀਚੇ ਹੈ। ਸੋ ਇਸ ਨੰਬਰ ਦੇ ਉੱਤੇ ਮੈਂ ਬੋਲ ਕੇ ਵੀ ਦੱਸ ਦਿੰਦਾ 98551 63355। ਇਸ ਨੰਬਰ ਦੇ ਉੱਤੇ ਤੁਸੀਂ ਇੱਕ ਵਾਰੀ ਐਕਸ-ਰੇ ਰਿਪੋਰਟਸ ਜਿਹੜੀਆਂ ਆਪਣੀ ਵਾਈਫ ਦੀਆਂ ਉਹ ਇੱਕ ਵਾਰੀ WhatsApp ਕਰ ਦਿਓ, ਡਾਕਟਰ ਸਾਹਿਬ ਉਸ ਨੂੰ ਦੇਖ ਲੈਣ ਔਰ ਉਸ ਤੋਂ ਬਾਅਦ ਡਾਇਰੈਕਟਲੀ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਗੇ ਸੁਜੈਸ਼ਨਸ ਚਾਹੀਦੀਆਂ ਨੇ ਜਾਂ ਡਿਸਕਸ ਕਰਨਾ ਹੈ ਉਹ ਹੋ ਜਾਏਗਾ ਤੇ ਸਿਚੁਏਸ਼ਨ ਐਗਜ਼ੈਕਟ ਪਤਾ ਚੱਲ ਜੇਗੀ ਕਿ ਕੀ ਹੈਗੀ ਹੈ। ਸੋ ਉਸ ਦੇ ਹਿਸਾਬ ਨਾਲ ਉਹ ਤੁਹਾਨੂੰ ਅੱਗੇ ਸੁਜੈਸਟ ਕਰ ਪਾਣਗੇ ਕਿ ਕਿਵੇਂ ਰਿਪਲੇਸਮੈਂਟ ਹੋਣੀ ਚਾਹੀਦੀ ਹੈ ਔਰ ਕਦੋਂ ਹੋਣੀ ਚਾਹੀਦੀ ਹੈ। ਸੋ ਇਸ ਦੇ ਬਾਰੇ ਉਹ ਤੁਹਾਡੇ ਨਾਲ ਡਿਟੇਲ 'ਚ ਗੱਲ ਕਰ ਸਕਦੇ ਨੇ। ਜੀ ਡਾਕਟਰ ਸਾਹਿਬ। ਤੇ ਹਿਪ ਰਿਪਲੇਸਮੈਂਟ ਦੀ ਵੀ ਜੇ ਆਪਾਂ ਰੀਹੈਬ ਦੀ ਗੱਲ ਕਰੀਏ, ਜਿਵੇਂ ਅੰਕਲ ਪੁੱਛ ਰਹੇ ਸੀ, ਉਹਦੇ ਵਿੱਚ ਇਟ ਇਜ਼ ਜਸਟ ਲਾਈਕ ਨੀ ਰਿਪਲੇਸਮੈਂਟ। ਆਪਰੇਟ ਕੀਤਾ, ਆਪਰੇਟ ਤੋਂ ਅਗਲੇ ਦਿਨ ਅਸੀਂ ਪੇਸ਼ੈਂਟ ਨੂੰ ਚੱਲਣਾ ਫਿਰਨਾ ਸ਼ੁਰੂ ਕਰਾ ਦਿੰਦੇ ਹਾਂ, ਡਿਪੈਂਡਿੰਗ ਅਪੋਨ ਦਾ ਬੋਨ ਦੀ ਕੰਡੀਸ਼ਨ। ਜੇ ਤਾਂ ਹੱਡੀ ਜੋੜਨ ਵਾਲੀ ਹੈਗੀ ਹੈ, ਜੇ ਤਾਂ ਨਾਰਮਲ ਹਿਪ ਰਿਪਲੇਸਮੈਂਟ ਹੈ ਜਿਹਦੇ ਵਿੱਚ ਜਾਂ ਤਾਂ ਗੋਲੀਆ ਘਸ ਗਿਆ ਜਾਂ ਗੋਲੀਆ ਫ੍ਰੈਕਚਰ ਹੈ, ਉਹਦੇ ਵਿੱਚ ਤਾਂ ਪੇਸ਼ੈਂਟ ਅਗਲੇ ਦਿਨ ਤੋਂ ਪੂਰਾ ਵਜ਼ਨ ਦੇ ਕੇ ਚੱਲਣ ਲੱਗ ਜਾਂਦੇ ਹੈਗੇ ਨੇ ਤੇ ਲਗਭਗ 3 ਮਹੀਨਿਆਂ ਤੇ ਉਹ ਸਾਰੀ ਐਕਟੀਵਿਟੀਜ਼ ਆਪਣੀਆਂ ਕਰ ਪਾਉਂਦੇ ਨੇ। ਚੌਂਕੜੀ ਮਾਰਨਾ, ਮੱਥਾ ਟੇਕਣਾ, ਮੀਨਸ ਇੱਕ ਪੈਰਾਂ ਭਾਰ ਬੈਠਣ ਨੂੰ ਛੱਡ ਕੇ ਸਾਰੀਆਂ ਐਕਟੀਵਿਟੀਜ਼ ਕਰ ਪਾਉਂਦੇ ਨੇ। ਹੁਣ ਐਡਵਾਂਸ ਜੋੜ ਚੂਲੇ ਲਈ ਵੀ ਆ ਗਏ ਨੇ, ਜਿਹੜੇ ਜਿਵੇਂ ਕਿ ਡਿਊਅਲ ਮੋਬਿਲਿਟੀ ਕੱਪ, ਜਿਹਦੇ ਵਿੱਚ ਲੋਕ ਪੈਰਾਂ ਭਾਰ ਬੈਠਣ ਵਾਲੇ ਕੰਮ ਵੀ ਕਰ ਪਾ ਰਹੇ ਨੇ। ਤਾਂ ਐਡਵਾਂਸ ਚੀਜ਼ਾਂ ਬਹੁਤ ਆ ਰਹੀਆਂ ਹੈਗੀਆਂ ਨੇ। ਹਿਪ ਰਿਪਲੇਸਮੈਂਟ ਦੇ ਰਿਜ਼ਲਟਸ ਵੀ ਉਨੇ ਹੀ ਬੈਟਰ ਹੈਗੇ ਨੇ ਤੇ ਰੀਹੈਬ ਦੇ ਵਿੱਚ ਵੀ ਇਹਦੇ ਵਿੱਚ ਦੇਖੋ ਫਿਜ਼ੀਓਥੈਰੇਪੀ ਸਗੋਂ ਘੱਟ ਕਰਨੀ ਪੈਂਦੀ ਹੈ। ਗੋਡੇ ਦੇ ਵਿੱਚ ਨੀ ਮੋੜਨ ਵੇਲੇ ਥੋੜਾ ਜਿਹਾ ਸ਼ੁਰੂ 'ਚ ਦਰਦ ਤਕਲੀਫ ਚੱਲ ਕੇ ਕਰਨਾ ਪੈਂਦਾ ਹੈ। ਹਿਪ ਰਿਪਲੇਸਮੈਂਟ ਦੇ ਵਿੱਚ ਸਿੰਪਲ ਉਹੀ ਹੈ, ਲੱਤ ਚੱਕਣਾ, ਬੈਠਣਾ, ਉੱਠਣਾ ਤੇ ਹਿਪ ਦੇ ਆਸ-ਪਾਸ ਮਸਲਸ ਇੰਨੇ ਜ਼ਿਆਦਾ ਨੇ, ਕਵਰਿੰਗ ਅੱਛੀ ਹੈਗੀ ਹੈ ਕਿ ਉਹਦੇ ਵਿੱਚ ਕਹਿ ਲਓ ਪੇਨ ਵੀ ਘੱਟ ਹੁੰਦਾ ਹੈ ਤੇ ਪੇਸ਼ੈਂਟ ਕੰਫਰਟੇਬਲ ਜਲਦੀ ਹੁੰਦਾ, ਤੁਰਨ ਫਿਰਨ ਜਲਦੀ ਲੱਗ ਜਾਂਦਾ ਤੇ ਰਿਕਵਰੀ ਵੀ ਫਾਸਟਰ ਹੈਗੀ। ਸੋ ਇਹ ਸਰਜਰੀ ਵੀ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਹੁੰਦੀ ਹੈ? ਫੁੱਲੀ ਐਕਟਿਵ ਰੋਬੋਟਿਕ ਸਰਜਰੀਜ਼ ਮੋਸਟਲੀ 2024 ਦੇ ਵਿੱਚ ਹਿਪ ਰਿਪਲੇਸਮੈਂਟ ਦੇ ਵਿੱਚ ਵੀ ਲਾਂਚ ਹੋ ਜਾਏਗੀ। ਉਹਦੇ ਹੁਣ ਟਰਾਇਲਸ ਚੱਲ ਰਹੇ ਨੇ, ਸਾਡੀਆਂ ਟ੍ਰੇਨਿੰਗਸ ਚੱਲ ਰਹੀਆਂ ਹੈਗੀਆਂ ਨੇ
ਜਦੋਂ Okay. ਅਸੀਂ ਪ੍ਰੋਪਰ ਕੈਡਾਵਰਸ ਤੇ ਜਿਵੇਂ ਕਹਿ ਲਓ ਨਾ ਜਿਹੜੇ ਵੋਲੰਟੀਅਰਸ ਨੇ ਉਹਨਾਂ ਤੇ ਸਰਜਰੀਜ਼ ਕਰਕੇ ਪੂਰਾ ਇਹਦੇ ਵਿੱਚ ਇਹਦੀ ਸਰਟੀਫਿਕੇਸ਼ਨ ਕਰ ਲਾਂਗੇ ਕਿ ਜੀ। ਇਹਦੇ ਐਕੂਰੇਸੀ ਉੱਥੇ 99 to 100% ਜੀ ਹੁੰਦੀ ਹੈ। ਸਾਹਿਬ ਜੀ ਸਾਡੇ ਨਾਲ ਇੱਕ ਦਰਸ਼ਕ ਨੇ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾ ਇੱਥੋਂ ਕੈਨੇਡਾ ਤੋਂ ਬੋਲ ਰਿਹਾ, ਬਰੈਂਪਟਨ ਤੋਂ, ਮਿਸੀਸਾਗਾ ਤੋਂ। ਜੀ ਜੀ ਤੇ ਮੈਂ ਨਾ ਐਤਕਾਂ ਗਿਆ ਸਾਂ ਜੀ ਇੰਡੀਆ ਤੋਂ ਪੰਜਾਬ। ਮੇਰੇ ਇੱਕ ਰਿਸ਼ਤੇਦਾਰ ਸਨ ਤੇ ਮਾਨਸਾ ਤੋਂ। ਅਸੀਂ ਨਾ ਡਾਕਟਰ ਸਾਹਿਬ ਕੋਲ ਉਹਨਾਂ ਨੂੰ ਲੈ ਕੇ, ਉਹਨਾਂ ਦਾ ਮੋਢਿਆਂ ਦਾ ਬਹੁਤ ਦਰਦ ਸੀ। ਅੱਛਾ। ਹੋਰ ਕਈ ਡਾਕਟਰ ਨੂੰ ਕਹਿਣ ਲੱਗੇ ਜੋੜ ਬਦਲਾਂਗੇ, ਇੰਝ ਕਰਾਂਗੇ। ਫਿਰ ਮੈਂ ਆਖਿਆ ਵੀ ਤੁਸੀਂ ਥੋੜੇ ਚਲੋ ਸੁਭਾਸ਼ ਡਾਕਟਰ ਕੋਲ ਥੇ ਚੰਡੀਗੜ੍ਹ ਜੀ ਗੋਇਲ, ਤੇ ਉੱਥੇ ਅਸੀਂ ਇਹ ਫਾਰਮੂਲਾ ਉਹਨੂੰ ਦੱਸਿਆ। ਮੈਂ ਜੀ ਬਦਾਮ ਹੈ, ਗਰੀ ਆਪਣਾ ਮੂੰਗਫਲੀ ਦਾ ਤੇਲ ਹੈ ਤੇ ਅਖਰੋਟ 3 ਤੇ ਨਾਲ ਸਾਰਾ ਜੀ ਇਹ ਖਾਓ। ਉਹਦੇ ਨਾਲ ਖਾਣ ਨਾਲ ਉਹ ਮੇਰਾ ਮਰੀਜ਼ ਠੀਕ ਹੋ ਗਿਆ ਜੀ। ਇਹ ਜ਼ਿਆਦਾ ਤਾਂ ਨਹੀਂ ਹੋ ਗਿਆ ਪਰ ਉਹ 60-75%। ਸਰ ਤੁਸੀਂ ਪਹਿਲਾਂ ਵੀ ਆਈ ਥਿੰਕ ਉਹ ਮੋਢੇ ਦਾ ਕਹਿ ਲਓ ਆਪਰੇਸ਼ਨ ਕਰਨਾ, ਆਪਰੇਸ਼ਨ ਤੋਂ ਇਹਨਾਂ ਕੋਲ ਮਿਲ ਕੇ ਆਇਆ ਡਾਕਟਰ ਸਾਹਿਬ ਨੂੰ, ਉਹ ਚੀਜ਼ ਨਾਲ ਠੀਕ ਹੋ ਗਿਆ ਜੀ। ਤੁਸੀਂ ਮੈਂ ਤੁਹਾਨੂੰ ਇਹਨਾਂ ਨੇ ਦੱਸਿਆ ਜੀ ਵੀ ਦੇਸੀ ਦਵਾਈਆਂ ਨਾਲ ਵੀ ਪਾਇਆ ਜਾਂਦਾ ਕਿ ਉਹ ਮਰੀਜ਼ਾਂ ਨੂੰ ਆਪਰੇਸ਼ਨ ਦੱਸੀਏ ਥੋੜਾ ਜਿਹਾ ਇਹਨਾਂ ਨੂੰ, ਚਾਹੇ ਐਲੋਪੈਥਿਕ ਨੇ ਥੋੜੇ ਦੇਸੀ ਸਰ ਦਵਾਈਆਂ। ਤੁਸੀਂ ਆਈ ਥਿੰਕ ਪਹਿਲਾਂ ਵੀ ਕਾਲ ਕੀਤੀ ਸੀ ਤੁਸੀਂ, ਅਸੀਂ ਤੁਹਾਡੀ ਗੱਲ ਕਰਨ ਤੋਂ ਬਾਅਦ ਵੀ ਅਸੀਂ ਇਹੀ ਗੱਲ ਕੀਤੀ ਸੀ ਕਿ ਜਿਨ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਜਿਹੜੇ ਕਿ ਡਾਈਟ ਦੇ ਨਾਲ ਰਿਕਵਰ ਕਰ ਸਕਦੇ ਨੇ, ਸਪਲੀਮੈਂਟਸ ਨਾਲ ਕਰ ਸਕਦੇ ਨੇ, ਮੈਡੀਸਿਨਸ ਨਾਲ ਕਰ ਸਕਦੇ, ਉਹਨਾਂ ਨੂੰ ਉਹੀ ਸੁਜੈਸਟ ਕੀਤਾ ਜਾਂਦਾ ਹੈ। ਅਸੀਂ ਗੱਲ ਉਹਨਾਂ ਦੀ ਕਰਦੇ ਪਏ ਹਾਂ ਜਿਨ੍ਹਾਂ ਦੀ ਕੰਡੀਸ਼ਨ ਇੰਨੀ ਵਰਸਟ ਹੋ ਚੁੱਕੀ ਹੈ ਕਿ ਜਿਨ੍ਹਾਂ ਨੂੰ ਹੁਣ ਆਪਰੇਟ ਹੀ ਕਰਵਾਉਣਾ ਪਏਗਾ। ਉਹ ਜਿਹੜਾ ਹੈ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ। ਸੋ ਹੋ ਸਕਦਾ ਹੈ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਕੰਡੀਸ਼ਨ ਇਹ ਹੋਵੇ ਕਿ ਉਹ ਖੁਰਾਕ ਦੇ ਨਾਲ ਹੀ ਅੱਛੇ ਹੋ ਗਏ। ਸੋ ਅੱਛੀ ਗੱਲ ਹੈ। ਸੋ ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਖੁਰਾਕ ਦੇ ਨਾਲ ਨਹੀਂ ਹੁੰਦਾ। ਬਿਲਕੁਲ ਵੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਖੁਰਾਕ ਦੇ ਨਾਲ ਹੀ ਹੋ ਜਾਏਗਾ, ਤਾਂ ਉਹ ਬੰਦਾ ਹੋਰ ਮਾੜੀ ਕੰਡੀਸ਼ਨ 'ਚ ਚਲਾ ਜਾਂਦਾ। ਬਾਕੀ ਡਾਕਟਰ ਸਾਹਿਬ ਕਹਿਣਗੇ, ਦੱਸਣਗੇ। ਨਹੀਂ ਡੈਫੀਨਿਟਲੀ ਜੀ, ਦੇਖੋ ਚਮਤਕਾਰ ਵੀ ਹੁੰਦੇ ਨੇ ਤੇ ਕਿਸੇ ਵੀ ਚੀਜ਼ ਨੂੰ ਆਪਾਂ ਨਕਾਰ ਨਹੀਂ ਸਕਦੇ। ਜੇ ਕੋਈ ਆਯੁਰਵੈਦਿਕ ਦਵਾਈ ਨਾਲ ਠੀਕ ਹੋ ਰਿਹਾ ਤਾਂ ਇਟ ਇਜ਼ ਵੈਲ ਐਂਡ ਗੁੱਡ, ਬਟ ਮੋਸਟਲੀ ਸਾਡੇ ਕੋਲ ਉਹੀ ਪਹੁੰਚਦੇ ਨੇ ਜਿਹੜੇ ਸਾਰੀ ਚੀਜ਼ਾਂ ਸਾਰੇ ਹੱਲ ਹੰਢਾ ਚੁੱਕੇ ਹੁੰਦੇ ਨੇ ਤੇ ਸਾਰੀ ਦਿੱਕਤਾਂ ਤੋਂ ਲੰਘ ਕੇ ਇਹਨਾਂ ਸਾਰੀ ਚੀਜ਼ਾਂ ਨੂੰ ਟਰਾਈ ਕਰਕੇ ਜਦੋਂ ਨਹੀਂ ਹੱਲ ਹੁੰਦਾ ਤਾਂ ਹੀ ਸਰਜਰੀ ਕੋਲ ਆਉਂਦਾ। ਅਦਰਵਾਈਜ਼ ਸੌਖਾ ਬੰਦਾ ਪਹਿਲੀ ਦਰਦ ਤੇ ਆਪਰੇਸ਼ਨ ਕਰਾਉਣ ਕੋਈ ਵੀ ਸਾਡੇ ਕੋਲ ਨਹੀਂ ਪਹੁੰਚਦਾ। ਇਸ ਲਈ ਜਿਹੜੇ ਤੁਹਾਡੇ ਹੱਲ ਹੈਗੇ ਨੇ ਉਹ ਸਾਰੇ ਲੋਕ ਮੋਸਟਲੀ ਫੋਲੋ ਕਰਕੇ ਹੰਢਾ ਕੇ ਉਹਨਾਂ ਤੋਂ ਜਦੋਂ ਉਹਨਾਂ ਨੂੰ ਹੱਲ ਹੋਣਾ ਬੰਦ ਹੋ ਜਾਂਦਾ ਹੈ ਫੇਰ ਹੀ ਕੋਈ ਆਪਰੇਸ਼ਨ ਕਰਾਉਂਦਾ। ਅਦਰਵਾਈਜ਼ ਆਪਰੇਸ਼ਨ ਜੇ ਮੈਂ ਆਪ ਸੋਚਾਂ ਨਾ ਮੈਂ ਕਰਾਉਣਾ ਤਾਂ ਮੇਰੇ ਲਈ ਵੀ ਸੌਖਾ ਫੈਸਲਾ ਨਹੀਂ ਹੋਏਗਾ। ਤਾਂ ਇਟ ਇਜ਼ ਜਦੋਂ ਸਾਰਾ ਕੁਝ ਪੂਰਾ ਕਰਨ ਤੋਂ ਬਾਅਦ ਜਦੋਂ ਦਿੱਕਤ ਨਹੀਂ ਸੈੱਟ ਹੋਈ ਫੇਰ ਹੀ ਲੋਕ ਸਾਡੇ ਕੋਲ ਪਹੁੰਚਦੇ ਨੇ ਤੇ ਫੇਰ ਹੀ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਇਹ ਵੀ ਚੀਜ਼ ਹੈ ਦੇਖੋ, ਅਸੀਂ ਕੋਈ ਵੀ ਚੀਜ਼ ਖਾਂਦੇ ਪੀਂਦੇ ਹਾਂ, ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਇਫੈਕਟ ਕਰਦੀ ਹੈ। ਕਈਆਂ ਨੂੰ ਕੋਈ ਚੀਜ਼ ਖਾਧੀ ਬੜੀ ਜਲਦੀ ਲੱਗ ਜਾਂਦੀ ਹੈ ਨਾ, ਤੇ ਕਈਆਂ ਨੂੰ ਕੁਝ ਲੱਗਦਾ ਨਹੀਂ ਹੈ ਸਰੀਰ ਨੂੰ। ਸੋ ਇਹ ਵੀ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਡਾਈਜੈਸਟ ਕਰ ਪਾਓ। ਹਾਂ, ਬੋਡੀ ਦੀ ਜੈਨੇਟਿਕਸ ਤੇ ਹਰ ਇੱਕ ਦੀ ਬੋਡੀ ਦੀ ਇੱਕ ਦਵਾਈ ਨੂੰ ਜੇ ਕਹਿ ਲਓ ਨਾ ਕਿਵੇਂ ਰਿਸਪੌਂਡ ਕਰਨਾ ਉਹ ਵੀ ਡਿਫਰੈਂਟ ਹੈ। ਉਹ ਇਹ ਨਾ ਹਰ ਬੰਦੇ ਨੂੰ ਆਪਾਂ ਇੱਕ ਫਾਰਮੂਲੇ 'ਚ ਫਿੱਟ ਨਹੀਂ ਕਰ ਸਕਦੇ ਤੇ ਹਰ ਪੇਸ਼ੈਂਟ ਅਲੱਗ ਆਪਣੀ ਇੰਡੀਵਿਜੂਅਲਿਟੀ ਚਾਹੁੰਦਾ ਹੈ। ਇਸੇ ਚੀਜ਼ ਨੂੰ ਜੇ ਆਪਾਂ ਦੇਖੀਏ ਤਾਂ ਰੋਬੋਟਿਕਸ ਵੀ ਇਸੇ ਚੀਜ਼ ਨੂੰ ਹੀ ਸਪੋਰਟ ਕਰਦਾ ਕਿ ਹਰ ਪੇਸ਼ੈਂਟ ਦੀ ਐਨਾਟਮੀ ਡਿਫਰੈਂਟ ਹੈ ਤੇ ਇਸੇ ਲਈ ਹਰ ਪੇਸ਼ੈਂਟ ਲਈ ਇੱਕ ਸਪੈਸੀਫਿਕ ਪਲਾਨ ਹੋਣਾ ਚਾਹੀਦਾ ਹੈ, ਨਾ ਕਿ ਕੋਈ ਕਾਮਨ ਚੀਜ਼ ਜਿਹੜੀ ਹਰ ਪੇਸ਼ੈਂਟ ਲਈ ਆਪਾਂ ਵਰਤੀਏ। ਤਾਂ ਉਹੀ ਹੈ, ਜੇ ਆਪਾਂ ਨੂੰ ਸਹੀ ਰਿਜ਼ਲਟ ਚਾਹੀਦੇ ਨੇ ਤਾਂ ਰੋਬੋਟਿਕਸ ਦੇ ਨਾਲ ਮਿਲਦੇ ਨੇ, ਜਸਟ ਬਿਕੋਜ਼ ਉਹਦੇ ਵਿੱਚ ਆਪਾਂ ਹਰ ਪੇਸ਼ੈਂਟ ਨੂੰ ਇੱਕ ਇੰਡੀਵਿਜੂਅਲਾਈਜ਼ਡ ਪਲਾਨ ਬਣਾ ਕੇ ਦੇ ਰਹੇ ਹੈਗੇ। ਅੱਛਾ, ਅਸੀਂ ਵਿੱਚ ਜਿਸ ਟਾਈਮ ਕਾਲ ਆ ਗਈ ਸੀ ਤੁਸੀਂ ਉਸ ਟਾਈਮ ਤੇ ਦੱਸ ਰਹੇ ਸੀ ਕਿ 2024 ਤੱਕ ਫੁੱਲੀ ਐਕਟਿਵ ਰੋਬੋਟਿਕ ਸਰਜਰੀ ਜਿਹੜੀ ਹੈਗੀ ਹੈ ਹਿਪ ਰਿਪਲੇਸਮੈਂਟ ਦੇ ਲਈ ਵੀ ਆ ਜਾਏਗੀ ਔਰ ਉਸਦੇ ਫਿਲਹਾਲ ਟ੍ਰਾਇਲਸ ਚੱਲ ਰਹੇ ਨੇ। ਸੋ ਫਿਲਹਾਲ ਇਹੀ ਡਿਮਾਂਡ ਸੀ ਬਿਕੋਜ਼ ਹਿਪ ਰਿਪਲੇਸਮੈਂਟ ਜਾਂ ਹਿਪ ਆਰਥਰਾਈਟਿਸ ਦੇ ਪੇਸ਼ੈਂਟ ਵੀ ਉਹਨੇ ਹੀ ਦਿੱਕਤ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਵਿੱਚ ਵੀ ਕਹਿ ਲਓ ਨਾ ਕਈ ਵਾਰ ਮੈਨੂਅਲ ਟੈਕਨੀਕਸ ਦੇ ਵਿੱਚ ਉਹੀ ਐਕੂਰੇਸੀ 80 to 90% ਦੀ ਰਹਿ ਰਹੀ ਹੈ। ਤਾਂ ਇਟ ਇਜ਼ ਮਤਲਬ ਕਾਫੀ ਟਰਾਇਲਸ ਤੇ ਸਾਡੀ ਟ੍ਰੇਨਿੰਗ ਉਹਦੀਆਂ ਕੋਰੀਆ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ ਉੱਥੋਂ ਦੇ ਸਰਜਨਸ ਆ ਕੇ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੋਸਟਲੀ ਮੈਨੂੰ ਲੱਗਦਾ 2024 ਦੇ ਵਿੱਚ ਇਹ ਖੁਸ਼ਖਬਰੀ ਵੀ ਆਪਾਂ ਸੁਣਾਵਾਂਗੇ ਕਿ ਪੰਜਾਬ ਦੀ ਪਹਿਲੀ ਫੁੱਲੀ ਐਕਟਿਵ ਹਿਪ ਰਿਪਲੇਸਮੈਂਟ ਵੀ ਆਪਾਂ ਕਰ ਦਿੱਤੀ ਹੈਗੀ ਹੈ। ਆਈ ਥਿੰਕ ਉਹੀ ਹੈ, ਇਟਸ ਨਾਟ ਫਾਰ, ਮੇ ਬੀ ਅਗਲੇ 6 ਮਹੀਨਿਆਂ ਦੇ ਵਿੱਚ ਇਹ ਕੰਮ ਵੀ ਆਪਾਂ ਹੋ ਸਕਦਾ ਕਰ ਦਈਏ। क्या बात है, बहुत अच्छी गल है।
ਔਰ ਇਸ ਦੇ ਨਾਲ ਹੀ ਮੈਂ ਹਰਦੀਪ ਸਿੰਘ ਜੀ ਜਿਹੜੇ ਸਾਡੇ ਨਾਲ ਗੱਲ ਕਰ ਰਹੇ ਸੀ, ਜਿਨ੍ਹਾਂ ਦੀ ਵਾਈਫ ਨੂੰ ਪ੍ਰੋਬਲਮ ਹੈ ਹਿਪ ਰਿਪਲੇਸਮੈਂਟ ਦੀ ਗੱਲ ਉਹਨਾਂ ਨੇ ਸਵਾਲ ਕੀਤਾ ਸੀਗਾ, ਸੋ ਉਹਨਾਂ ਨੂੰ ਫਿਰ ਤੋਂ ਇੱਕ ਵਾਰ ਮੈਂ ਰਿਕੁਐਸਟ ਕਰਨਾ ਚਾਹਾਂਗਾ, ਕਿਉਂਕਿ ਮੈਂ ਜਿੱਥੇ ਤੱਕ ਸੁਣਿਆ ਕਿ ਮੈਮ ਦੀ ਕੰਡੀਸ਼ਨ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਮੁਸ਼ਕਲ ਦੇ ਵਿੱਚ ਹੈ, ਸੋ ਉਹ ਜ਼ਰੂਰ ਇੱਕ ਵਾਰੀ ਐਕਸ-ਰੇ ਜ਼ਰੂਰ ਆਪਣੇ ਸ਼ੇਅਰ ਕਰ ਲੈਣ ਤਾਂ ਕਿ ਉਹਨਾਂ ਨੂੰ ਸਹੀ ਸੁਜੈਸ਼ਨ ਮਿਲ ਜਾਵੇ, ਔਰ ਉਸ ਤੋਂ ਬਾਅਦ ਕੀ ਡਿਸਾਈਡ ਹੁੰਦਾ ਉਹ ਤੇ ਡਾਕਟਰ ਸਾਹਿਬ ਨਾਲ ਤੁਸੀਂ ਡਿਸਕਸ ਕਰ ਹੀ ਸਕਦੇ ਹੋ। ਸੋ ਇਸ ਤੋਂ ਇਲਾਵਾ ਹੁਣ ਜਿਵੇਂ ਉਸ ਤੋਂ ਪਹਿਲਾਂ ਵੀ ਤੁਸੀਂ ਇੱਕ ਐਗਜ਼ਾਮਪਲ ਦੇ ਰਹੇ ਸੀ ਰਕਸ਼ਾ ਬੰਧਨ ਦੀ, ਆਈ ਥਿੰਕ ਕਿਸੇ ਪੇਸ਼ੈਂਟ ਬਾਰੇ ਕੁਝ ਦੱਸਣਾ ਚਾਹੁੰਦੇ ਸੀ। ਜੀ ਬਿਲਕੁਲ, ਤਾਂ ਇੱਕ ਮੇਰੇ ਕੋਲ ਇਸੇ ਤਰ੍ਹਾਂ ਹੀ ਪੇਸ਼ੈਂਟ ਆਇਆ ਤੇ ਉਹ ਸੀਗੀ ਹਜੇ ਅਰਾਊਂਡ ਮੰਨ ਕੇ ਚਲੋ ਅਰਾਊਂਡ 16-17 ਤਰੀਕ ਦੇ ਆਸ-ਪਾਸ ਸੀਗੀ, ਤੇ ਉਹ ਕਹਿੰਦੇ ਸੀ ਕਿ ਅਸੀਂ ਆਪਰੇਸ਼ਨ ਦਾ ਪਲਾਨ ਕਰ ਰਹੇ ਹੈਗੇ ਆ, ਬਟ ਅਸੀਂ ਚਾਹੁੰਦੇ ਕਿ 31 ਤਰੀਕ ਤੋਂ ਬਾਅਦ ਜਿਵੇਂ ਰਕਸ਼ਾ ਬੰਧਨ ਹੋ ਜਾਏ ਉਦੋਂ ਰਿਲੇਟਿਵਸ ਨੇ ਆਣਾ ਤੇ ਉਸ ਤੋਂ ਬਾਅਦ ਕਰਵਾ ਲਈਏ। ਤੇ ਆਈ ਵਾਸ ਲਾਈਕ ਕਿ ਠੀਕ ਹੈ ਜੀ, ਜਿਵੇਂ ਵੀ ਤੁਹਾਨੂੰ ਸੂਟ ਕਰਦਾ ਹੈ। ਤੇ ਉਹ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਪੇਸ਼ੈਂਟਸ ਨੂੰ ਮਿਲਣਾ ਚਾਹੁੰਦੇ ਆ, ਤੇ ਉੱਪਰ ਗਏ 2-4 ਪੇਸ਼ੈਂਟਸ ਨੂੰ ਮਿਲੇ, ਉੱਥੇ 4 ਜਾਂ 5 ਕਹਿੰਦਾ ਨਾ ਆਪਣੇ ਬਜ਼ੁਰਗ ਇਕੱਠੇ ਬੈਠੇ ਸੀਗੇ, ਸਾਰੇ ਬਾਹਰ ਆਰਾਮ ਨਾਲ ਬੈਠ ਕੇ ਗੱਲਾਂ ਮਾਰ ਰਹੇ ਸੀ, ਤੁਰ ਫਿਰ ਰਹੇ ਸੀ, ਸੈਰ ਕਰ ਰਹੇ ਸੀ। ਤੇ ਉਹਨਾਂ ਨੂੰ ਦੇਖ ਕੇ ਪੇਸ਼ੈਂਟ ਵਾਪਸ ਆਇਆ, ਕਹਿੰਦਾ ਜੀ ਮੈਂ ਤਾਂ ਫਿਰ ਸੋਚ ਰਹੀ ਹਾਂ ਮੈਂ ਕੱਲ ਹੀ ਕਰਾ ਲਾਂ, ਬਿਕੋਜ਼ ਜੇ 15 ਦਿਨਾਂ ਦੇ ਵਿੱਚ ਮੈਂ ਠੀਕ ਹੋ ਹੀ ਜਾਣਾ ਤਾਂ ਮੈਂ 15 ਦਿਨ ਵੇਟ ਕਿਉਂ ਕਰਾਂ। ਤਾਂ ਰਿਕਵਰੀ ਫਾਸਟ ਹੋ ਗਈ ਹੈ, ਇਸ ਲਈ ਲੋਕ ਹੁਣ ਜਿਵੇਂ ਵੇਟਿੰਗ ਸੀ ਨਾ, ਲੋਕ ਪਹਿਲੇ ਕਈ ਵਾਰ ਸੋਚਦੇ ਸੀ ਹਾਂਜੀ 6 ਮਹੀਨੇ ਬਾਅਦ ਘਰੇ ਕੋਈ ਵਿਆਹ ਹੈ ਤਾਂ ਅਸੀਂ ਉਸ ਤੋਂ ਬਾਅਦ ਕਰਾਵਾਂਗੇ, ਤਾਂ ਲੋਕ ਹੁਣ ਕਹਿੰਦੇ ਨੇ ਕਿ ਵਿਆਹ ਤੋਂ ਪਹਿਲੇ ਹੁਣ ਮਹੀਨੇ ਦੇ ਵਿੱਚ ਸੈੱਟ ਹੋ ਕੇ ਵਿਆਹ 'ਚ ਨੱਚਣ ਜੋਗੇ ਹੋ ਜਾਈਏ। ਅੱਛਾ, ਮੈਂ ਹੁਣ ਇੱਥੇ ਇੱਕ ਖਾਸ ਚੀਜ਼ ਦੇ ਉੱਤੇ ਗੱਲ ਕਰਨਾ ਚਾਹੁੰਦਾ, ਜਿਵੇਂ ਅਸੀਂ ਦੱਸਿਆ ਕਿ ਕਿਹੜੀਆਂ ਗੱਲਾਂ ਤੋਂ ਲੋਕ ਡਰਦੇ ਨੇ ਪਰ ਡਰਨਾ ਨਹੀਂ ਚਾਹੀਦਾ। ਹੁਣ ਮੈਂ ਚਾਹੁੰਦਾ ਕਿ ਡਾਕਟਰ ਸਾਹਿਬ ਅਸੀਂ ਉਹ ਗੱਲਾਂ ਦੱਸੀਏ ਜਿਨ੍ਹਾਂ ਤੋਂ ਵਾਕਈ ਡਰਨ ਦੀ ਲੋੜ ਹੈਗੀ ਹੈ, ਜਿਵੇਂ ਕਿ ਅਗਰ ਤੁਸੀਂ ਡਿਲੇ ਕਰਦੇ ਹੋ ਤਾਂ ਕਿਹੜੇ ਡਰਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਅਗਰ ਗੋਡੇ ਦੇ ਵਿੱਚ ਦਿੱਕਤ ਆ ਗਈ ਹੈ ਔਰ ਤੁਸੀਂ ਡਿਲੇ ਕਰਦੇ ਰਹਿੰਦੇ ਹੋ, ਤੁਹਾਡੀ ਬਾਡੀ ਦੀ ਅਲਾਈਨਮੈਂਟ ਖਰਾਬ ਹੋ ਸਕਦੀ ਹੈ, ਚੂਲੇ ਦੇ ਵਿੱਚ ਦਿੱਕਤ ਆ ਸਕਦੀ ਹੈ ਜਾਂ ਗੋਡੇ ਬੈਂਡ ਹੋ ਸਕਦੇ ਨੇ। ਬਿਹਤਰ ਤੁਸੀਂ ਦੱਸ ਸਕਦੇ ਹੋ ਕਿ ਉਹਨਾਂ ਕਿਹੜੀਆਂ ਗੱਲਾਂ ਤੋਂ ਡਰਨਾ ਚਾਹੀਦਾ ਜਿਨ੍ਹਾਂ ਨੂੰ ਲਈ ਡਰਨਾ ਜ਼ਰੂਰੀ ਹੈ। ਦੇਖੋ, ਅਸੀਂ ਜਦੋਂ ਮਰੀਜ਼ ਸਾਡੇ ਕੋਲ ਆਉਂਦੇ ਨੇ, ਅਸੀਂ ਕਿਸੇ ਨੂੰ ਵੀ ਦੇਖੋ ਕਈ ਡਾਕਟਰਸ ਹੁੰਦੇ ਨੇ ਜਿਹੜੇ ਡਰਾ ਕੇ ਕੰਮ ਕਰਦੇ ਨੇ, ਸਾਡਾ ਇਨਕਰੇਜਮੈਂਟ ਦੇ ਕੇ ਕੰਮ ਕਰਾਉਣ ਵਾਲਾ ਸਟਾਈਲ ਹੈਗਾ ਜੀ। ਤਾਂ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ, ਅਸੀਂ ਕਦੀ ਵੀ ਇਸ ਤਰੀਕੇ ਦਾ ਉਹਨਾਂ ਨੂੰ ਮਨ ਦੇ ਵਿੱਚ ਡਰ ਨਹੀਂ ਬਿਠਾਉਂਦੇ, ਇਹੀ ਸਮਝਾਉਂਦੇ ਕਿ ਇਟ ਇਜ਼ ਅ ਲਾਈਫ ਸਟਾਈਲ ਸਰਜਰੀ। ਮਤਲਬ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਤੁਰ ਫਿਰ ਨਹੀਂ ਪਾ ਰਹੇ ਹੋ, ਤੁਸੀਂ ਸੋਚਣ ਲੱਗ ਗਏ ਹੋ ਕਿ ਅਸੀਂ ਕਿਤੇ ਦੁੱਖ ਸੁੱਖ ਵੇਲੇ ਤੁਹਾਨੂੰ ਜਾਣ ਆਉਣ ਵੇਲੇ ਸੋਚਣਾ ਪੈ ਰਿਹਾ, ਤਾਂ ਜ਼ਰੂਰ ਸਰਜਰੀ ਕਰਾ ਲਓ। ਇਟ ਇਜ਼ ਨਾਟ ਅ ਹਾਰਟ ਸਰਜਰੀ, ਮਤਲਬ ਉਹ ਨਹੀਂ ਕਿ ਅੱਜ ਸਟੈਂਟ ਨਹੀਂ ਪਾਇਆ ਕੱਲ ਨੂੰ ਲਾਈਫ ਥ੍ਰੈਟ ਹੋ ਜਾਏਗਾ। ਇਹਦੇ ਵਿੱਚ ਇਹ ਹੈ ਕਿ 1-2-3 ਦਿਨ ਮਹੀਨੇ ਤੱਕ ਜੇ ਆਪਾਂ ਕੋਈ ਘਰ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ ਵੇਟ ਕਰਨਾ ਚਾਹੁੰਦੇ ਹਾਂ, ਵੇਟ ਕਰ ਸਕਦੇ ਹਾਂ। ਇਟ ਇਜ਼ ਐਨ ਇਲੈਕਟਿਵ ਸਰਜਰੀ। ਜਿਹੜੀ ਪਹਿਲੀ ਗੱਲ ਸਮਝਣ ਵਾਲੀ ਹੈ ਕਿ ਜਦੋਂ ਕਰਨਾ ਚਾਹੁੰਦੇ ਹਾਂ ਆਪਣੇ ਅਕੋਰਡਿੰਗਲੀ ਆਪਣੇ ਟਾਈਮ ਦੇਖ ਕੇ ਆਪਾਂ ਕਰਵਾ ਸਕਦੇ ਹਾਂ। ਇੱਕ ਦਿਨ ਦੇ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਫਰਕ ਨਹੀਂ ਪਏਗਾ, ਬਟ ਜਦੋਂ ਇੱਕ ਦਿੱਕਤ ਆਉਣ ਦੇ ਲੈਵਲ ਤੋਂ ਬਾਅਦ ਆਪਾਂ ਬਹੁਤ ਲੰਬਾ ਟਾਈਮ ਜਿਵੇਂ 6 ਮਹੀਨੇ ਸਾਲ ਤੱਕ ਵੇਟ ਕਰਦੇ ਹਾਂ, ਉਦੋਂ ਜਿਹੜੀਆਂ ਦਿੱਕਤਾਂ ਤੁਸੀਂ ਕਹਿ ਰਹੇ ਹੋ ਜਿਵੇਂ ਚੂਲੇ ਦਾ ਦਰਦ ਸ਼ੁਰੂ ਹੋਣਾ ਜਾਂ ਢੂਈ ਦੇ ਵਿੱਚ, ਮੋਸਟ ਕਾਮਨਲੀ ਅਸੀਂ ਦੇਖਦੇ ਹਾਂ ਗੋਡਿਆਂ ਵਾਲੇ ਮਰੀਜ਼ਾਂ ਦੇ ਵਿੱਚ ਢੂਈ ਵਾਲੀ ਦਿੱਕਤਾਂ ਆਉਣੀਆਂ ਬਹੁਤ ਸ਼ੁਰੂ ਹੋ ਜਾਂਦੀਆਂ, ਕਮਰ ਦਰਦ ਜਾਂ ਲੱਤ 'ਚ ਚੀਜ਼ ਪੈਣਾ ਸ਼ੁਰੂ ਹੋ ਜਾਂਦਾ, ਜਿਹੜਾ ਕਿ ਗੋਡੇ ਠੀਕ ਹੋਣ ਤੋਂ ਫਿਰ ਬਾਅਦ 4 ਜਾਂ 6 ਮਹੀਨੇ ਲੈ ਲੈਂਦਾ ਉਹਨਾਂ ਨੂੰ ਰਿਕਵਰ ਕਰਨ ਨੂੰ। ਤਾਂ ਆਪਾਂ ਕਹਿੰਦੇ ਹਾਂ ਕਿ ਜੇ ਸਹੀ ਟਾਈਮ ਤੇ ਆਪਾਂ ਆਪਰੇਸ਼ਨ ਕਰਾ ਲੈਂਦੇ ਹਾਂ ਤਾਂ ਆਪਣੀ ਰਿਕਵਰੀ ਫਾਸਟ ਹੋ ਜਾਂਦੀ ਹੈ। ਜੇ ਬਾਈ ਚਾਂਸ ਆਪਾਂ ਕਿਸੇ ਮਜਬੂਰੀ ਕਾਰਨ ਲੇਟ ਵੀ ਕਰਵਾ ਰਹੇ ਹੈਗੇ ਆ ਤਾਂ ਇਹ ਨਹੀਂ ਹੈ ਕਿ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ। ਖਰਾਬ ਗੋਡੇ, ਬਹੁਤ ਵਿੰਗੇ ਗੋਡਿਆਂ ਦੇ ਵਿੱਚ ਵੀ ਆਪਾਂ ਨੂੰ ਰਿਜ਼ਲਟ ਮਿਲ ਜਾਂਦਾ ਹੈ, ਬਟ ਉਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਮਿਹਨਤ ਵੱਧ ਕਰਨੀ ਪੈਂਦੀ ਹੈ। ਬਾਅਦ ਦੇ ਵਿੱਚ ਕਈ ਵਾਰ ਜਿਹੜੀ ਕਮਰ ਵਾਲੀ ਦਿੱਕਤ ਰਹਿ ਜਾਂਦੀ ਜਿਹਦੇ ਕਰਕੇ ਕਿ ਲੱਤ ਵਿੱਚ ਚੀਜ਼ ਵਗੈਰਾ ਪੈਣ ਲੱਗ ਜਾਂਦੀ ਹੈ ਤੇ ਆਪਾਂ ਨੂੰ ਰੀਹੈਬ ਜਾਂ ਐਕਸਰਸਾਈਜ਼ ਥੋੜੀ ਵੱਧ ਕਰਨੀ ਪੈਂਦੀ ਹੈ। ਕਿਸੇ ਵਿੱਚ ਸਾਨੂੰ ਐਕਸਟਰਾ ਇੰਪਲਾਂਟ ਪਾਉਣਾ ਪੈਂਦਾ ਹੈ, ਮਤਲਬ ਕੁਛ ਨਾ ਕੁਛ ਐਕਸਟੈਂਸ਼ਨ ਰੋਡ ਜਾਂ ਕੁਛ ਨਾ ਕੁਛ ਐਕਸਟਰਾ ਸਮਾਨ ਵਿੱਚ ਪਾਉਣਾ ਪੈਂਦਾ, ਜਿਹਦੇ ਕਰਕੇ ਕਿ ਆਪਾਂ ਜਿਸ ਦੇ ਨਾਲ ਕਿ ਆਪਾਂ ਜਿਹੜੇ ਟੇਢੇ ਗੋਡੇ ਆ ਉਹਨਾਂ ਨੂੰ ਵੀ ਸਿੱਧਾ ਕਰ ਸਕੀਏ ਜੀ। ਤਾਂ ਡਰਾ ਕੇ ਨਹੀਂ, ਸਮਝਾ ਕੇ ਕੰਮ ਚੰਗਾ ਹੈ। ਇਹਦੇ ਵਿੱਚ ਐਮਰਜੈਂਸੀ ਕ੍ਰੀਏਟ ਨਹੀਂ ਕਰਨੀ, ਪੈਨਿਕ ਕ੍ਰੀਏਟ ਨਹੀਂ ਕਰਨਾ। ਪੇਸ਼ੈਂਟ ਨੂੰ ਪਹਿਲੇ ਵਰਕਅਪ ਕਰਨਾ ਹੈ, ਉਹਨਾਂ ਦਾ ਮੈਂਟਲ ਸਟਰੈਂਥ ਬੂਸਟ ਅਪ ਕਰਨੀ ਹੈ। ਉਹ ਮੈਂਟਲੀ ਜਦੋਂ ਤੱਕ ਪ੍ਰੀਪੇਅਰ ਨਹੀਂ ਹੋਣਗੇ ਆਪਣੀ ਸਰਜਰੀ ਲਈ ਤਾਂ ਬਾਅਦ ਦੇ ਵਿੱਚ ਉਹ ਨਹੀਂ ਐਕਸਰਸਾਈਜ਼ ਨਹੀਂ ਕਰ ਪਾਉਣਗੇ, ਦੁਬਾਰਾ ਤੁਰ ਫਿਰ ਨਹੀਂ ਪਾਉਣਗੇ। ਤਾਂ ਮਾਈਂਡ ਮੇਕਅਪ ਕਰਨਾ ਬਹੁਤ ਜ਼ਰੂਰੀ ਹੈ। ਐਮਰਜੈਂਸੀ ਨਹੀਂ ਹੈਗੀ, ਬਟ ਬਹੁਤ ਜ਼ਿਆਦਾ ਡਿਲੇ ਕਰਨ ਨਾਲ ਬੋਨਸ ਦੀ ਵੀਕਨੈਸ ਆਉਣੀ ਸ਼ੁਰੂ ਹੁੰਦੀ ਹੈ, ਮਸਲਸ ਵੀਕ ਸ਼ੁਰੂ ਹੁੰਦੇ ਨੇ, ਕਮਰ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇੱਕ ਲੰਬੇ ਟਾਈਮ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਵੋਇਡ ਨਹੀਂ ਕਰਨਾ ਚਾਹੀਦਾ। ਕਿਆ ਬਾਤ ਹੈ। ਔਰ ਇਹੀ ਇੱਕ ਡਾਕਟਰ ਹੁੰਦਾ ਜਿਹੜਾ ਉਸਦਾ ਮੇਰੇ ਖਿਆਲ ਨਾਲ ਫਰਜ਼ ਹੁੰਦਾ, ਜਿਵੇਂ ਕਿ ਮੈਂ ਗੱਲ ਕੀਤੀ, ਮੈਂ ਤਾਂ ਇੱਕ ਜਨਰਲੀ ਸਵਾਲ ਕੀਤਾ ਪਰ ਤੁਸੀਂ ਬਿਲਕੁਲ ਉਸ ਚੀਜ਼ ਨੂੰ ਫੜਿਆ ਕਿ ਡਰ ਵੀ ਕਿਸੇ ਦੇ ਦਿਲ ਦੇ ਵਿੱਚ ਪਾਉਣਾ ਠੀਕ ਨਹੀਂ ਹੁੰਦਾ।
ਔਰ ਸ਼ਾਇਦ ਇਹੀ ਉਹ ਕਾਰਨ ਹੈ ਕਿ ਇੱਕ ਚੰਗਾ ਬੌਂਡ ਜਿਹੜਾ ਹੈ ਪੇਸ਼ੈਂਟਸ ਦਾ ਤੁਹਾਡੇ ਨਾਲ ਇੱਕ ਫੈਮਿਲੀ ਦੀ ਤਰ੍ਹਾਂ ਬਣ ਜਾਂਦਾ ਹੈ ਕਿ ਤੁਸੀਂ ਉਹਨਾਂ ਨੂੰ ਰਾਈਟ ਸੁਜੈਸ਼ਨ ਦੇ ਰਹੇ ਹੋ, ਐਗਜ਼ੈਕਟਲੀ ਉਹਨਾਂ ਨੂੰ ਹਰ ਇੱਕ ਡਿਟੇਲ ਦੱਸ ਰਹੇ ਹੋ ਤੇ ਉਹਨਾਂ ਨੂੰ ਕਲੀਅਰ ਆਊਟ ਕਰ ਰਹੇ ਹੋ, ਹਰ ਇੱਕ ਚੀਜ਼ ਦੀ ਉਹਨਾਂ ਨੂੰ ਖੁਦ ਨੂੰ ਨੌਲੇਜ ਦੇ ਰਹੇ ਹੋ ਤਾਂ ਕਿ ਉਹ ਸਹੀ ਫੈਸਲਾ ਔਰ ਸਮੇਂ ਦੇ ਉੱਤੇ ਸਹੀ ਫੈਸਲਾ ਲੈ ਸਕਣ। ਜੀ ਡੈਫੀਨਿਟਲੀ, ਦੇਖੋ ਲੋਕ ਕਈ ਵਾਰ ਕਿਤੋਂ ਆਪਰੇਟ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ ਸਿਰਫ ਇਹ ਦੇਖਣ ਲਈ, ਪੁੱਛਣ ਲਈ ਕਿ ਹਾਂਜੀ ਸਾਰਾ ਕੁਝ ਠੀਕ ਹੈ, ਕੁਝ ਗਲਤ ਤਾਂ ਨਹੀਂ ਹੈ। ਤਾਂ ਐਜ਼ ਅ ਡਾਕਟਰ ਸਹੀ ਸਲਾਹ ਦੇਣਾ ਸਾਡਾ ਫਰਜ਼ ਬਣਦਾ ਹੈਗਾ ਤੇ ਇਸ ਦੇ ਨਾਲ ਹੀ ਕਹਿ ਲਓ ਡਾਕਟਰ ਦੀ ਜਾਂ ਹਸਪੀਟਲ ਦੀ ਕ੍ਰੈਡੀਬਿਲਿਟੀ ਵੀ ਬਣਦੀ ਹੈ। ਜੇ ਹਰ ਪੇਸ਼ੈਂਟ ਜਿਹੜਾ ਸਾਡੇ ਕੋਲ ਆ ਰਿਹਾ ਹੈ ਕਿਸੇ ਨੂੰ ਜੋ ਉਹਦੇ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਹੀ ਅਸੀਂ ਡੀਲ ਕਰਾਂਗੇ ਤਾਂ ਹੀ ਉਹਦਾ ਫਾਇਦਾ ਹੈ। ਅਦਰਵਾਈਜ਼ ਜੇ ਆਪਾਂ ਪੇਸ਼ੈਂਟ ਆ ਰਿਹਾ ਹੈ, ਪੇਸ਼ੈਂਟ ਠੀਕ ਵੀ ਹੈ, ਉਹਨੂੰ ਆਪਾਂ ਨਜਾਇਜ਼ ਕੁਝ ਕਹਿਣ ਲੱਗ ਜਾਈਏ ਤਾਂ ਆਈ ਥਿੰਕ ਅੱਜ ਕੱਲ੍ਹ ਸਾਰੇ ਬਹੁਤ ਸਿਆਣੇ ਨੇ, ਹਰ ਬੰਦਾ ਸੈਕਿੰਡ ਓਪੀਨੀਅਨ ਲੈਂਦਾ ਹੈ ਤਾਂ ਬੜਾ ਜਲਦੀ ਕਹਿ ਲਓ ਇੱਕ ਡਿਸਕ੍ਰੈਡਿਟ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਟ ਇਜ਼ ਮਤਲਬ ਕਹਿ ਲਓ ਨਾ ਦਿੱਕਤ ਇੰਨੀ ਹੈਗੀ ਆ ਆਸਟੀਓਆਰਥਰਾਈਟਿਸ ਦੀ ਜਾਂ ਗੋਡੇ ਦੇ ਚੂਲੇ ਦੇ ਪ੍ਰੋਬਲਮ ਦੀ ਇੰਨੀ ਕੁ ਦਿੱਕਤ ਹੈ ਕਿ ਜੇ ਆਪਾਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਮਰੀਜ਼ਾਂ ਦੇ ਵਿੱਚ ਵੀ ਕਰੀ ਚੱਲੀਏ ਤਾਂ ਵੀ ਕੰਮ ਖਤਮ ਨਹੀਂ ਹੋਣਾ। ਤਾਂ ਇਟ ਇਜ਼ ਨਾਟ ਨੈਸੈਸਰੀ ਕਿ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈਗੀ ਉਹਨਾਂ ਦੇ ਵਿੱਚ ਵੀ ਇਹ ਕੰਮ ਕੀਤਾ ਜਾਏ। ਰਾਈਟ, ਸੋ ਇਹ ਵੀ ਬਿਲਕੁਲ ਅੱਛੀ ਗੱਲ ਹੈ ਕਿ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹਨਾਂ ਦੇ ਉੱਤੇ ਹੀ ਉਹਨਾਂ ਨੂੰ ਸਰਜਰੀ ਸੁਜੈਸਟ ਕੀਤੀ ਜਾਂਦੀ ਹੈ ਤੇ ਜਦੋਂ ਸੁਜੈਸਟ ਕਰ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਡਿਲੇ ਨਾ ਕੀਤਾ ਜਾਵੇ ਕਿਉਂਕਿ ਤੁਹਾਡੀ ਪ੍ਰੋਬਲਮ ਜ਼ਿਆਦਾ ਵੱਧਦੀ ਜਾਏਗੀ। ਹਾਂ, ਤੁਸੀਂ ਪਲਾਨ ਜ਼ਰੂਰ ਕਰ ਸਕਦੇ ਹੋ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਦਾਂ ਦੀ ਕੋਈ ਐਮਰਜੈਂਸੀ ਵਾਲੀ ਸਰਜਰੀ ਨਹੀਂ ਹੈਗੀ ਤਾਂ ਤੁਸੀਂ ਪ੍ਰੋਪਰ ਪਲਾਨ ਕਰਕੇ ਮਾਈਂਡ ਸੈਟਅਪ ਕਰਕੇ ਆਪਣਾ ਫਿਰ ਤੁਸੀਂ ਜਿਹੜਾ ਹੈ ਉਹ ਸਰਜਰੀ ਦੇ ਲਈ ਪਲਾਨ ਕਰ ਸਕਦੇ ਹੋ। ਡਾਕਟਰ ਸਾਹਿਬ ਸਵਾਲ ਤੇ ਹੋਰ ਵੀ ਬਹੁਤ ਸਾਰੇ ਸੀਗੇ ਅਗਲੇ ਐਪੀਸੋਡ ਦੇ ਵਿੱਚ ਐਡ ਕਰਨਾ ਚਾਹੂੰਗਾ ਇਸੇ ਚੀਜ਼ ਜੀ। ਅੱਜ ਇੱਕ ਪੇਸ਼ੈਂਟ ਤੋਂ ਮੈਨੂੰ ਯਾਦ ਆਇਆ ਕਿ ਅੱਜ ਜਿਵੇਂ ਇੱਕ ਪੇਸ਼ੈਂਟ ਮੇਰੇ ਕੋਲ ਸ਼ਾਮ ਨੂੰ ਆਏ, ਉਹਨਾਂ ਦੇ ਨੀ ਬਿਲਕੁਲ ਸਟਿਫ ਹੋ ਗਏ ਸੀਗੇ, ਮਤਲਬ ਗਠੀਏ ਦੇ ਮਰੀਜ਼ ਸੀਗੇ ਤੇ ਲੱਤਾਂ ਬਿਲਕੁਲ ਜਿਵੇਂ ਰੋਡ ਵਾਂਗੂ ਸਿੱਧੀਆਂ ਸੀਗੀਆਂ। ਉਹ ਜਦੋਂ ਬੈਠਣ ਲੱਗੇ ਸਟੂਲ ਦੇ ਵਿੱਚ ਤਾਂ ਕਾਈਂਡ ਆਫ ਉਹਨਾਂ ਨੂੰ ਸਲਿਪ ਹੋਇਆ ਬਿਕੋਜ਼ ਗੋਡੇ ਬੈਂਡ ਨਹੀਂ ਹੋਏ ਤੇ ਉਹਨਾਂ ਨੂੰ ਬੈਂਡ ਹੀ ਨਹੀਂ ਹੋਏ ਬਿਲਕੁਲ। ਓਕੇ, ਦੋਨੋਂ ਗੋਡੇ। ਇਹ ਦਿੱਕਤ ਦੇ ਵਿੱਚ ਵੀ ਆਪਾਂ ਲੇਟ ਨਾ ਹੋਈਏ, ਜਿਵੇਂ ਗਠੀਏ ਵਰਗੇ ਮਰੀਜ਼ ਜਾਂ ਜਿਨ੍ਹਾਂ ਨੂੰ ਹੋਰ ਦਿੱਕਤਾਂ ਨੇ ਜਿਹਦੇ ਨਾਲ ਕਿ ਗੋਡਾ ਜਾਂ ਤਾਂ ਤੁਹਾਡਾ ਹੌਲੀ ਹੌਲੀ ਇਸ ਤਰੀਕੇ ਨਾਲ ਬੈਂਡ ਹੋਣਾ ਸ਼ੁਰੂ ਹੋ ਗਿਆ ਜਾਂ ਫਿਰ ਆਪਣਾ ਮੁੜਨ ਨੂੰ ਘਟ ਗਿਆ ਜਾਂ ਸਿੱਧਾ ਰਹਿਣਾ ਸ਼ੁਰੂ ਹੋ ਗਿਆ, ਇੰਨੀ ਲੇਟ ਕੰਡੀਸ਼ਨ ਕਰਨੀ ਨਹੀਂ ਚਾਹੀਦੀ ਬਿਕੋਜ਼ ਉਹਦੇ ਵਿੱਚ ਬਾਅਦ ਦੇ ਵਿੱਚ ਕੀ ਹੈ ਕਿ ਮਸਲਸ ਕੰਟਰੈਕਟ ਕਰ ਜਾਂਦੇ ਨੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਮੂਵਮੈਂਟ ਲਿਆਉਣਾ, ਫਿਜ਼ੀਓਥੈਰੇਪੀ ਕਰਨਾ ਜਿਹੜਾ ਕਿ 3 ਦਿਨਾਂ ਦਾ ਕੰਮ ਹੈ ਉਸ ਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਨੇ ਤੇ ਬਾਅਦ ਦੇ ਵਿੱਚ ਪੇਸ਼ੈਂਟ ਦਿੱਕਤ ਵੱਧ ਮਹਿਸੂਸ ਕਰਦੇ ਨੇ। ਤਾਂ ਵੇਟ ਕਰੋ ਕਿਉਂਕਿ ਮਨ ਦੇ ਵਿੱਚ ਡਰ ਸਾਰਿਆਂ ਦੇ ਹੁੰਦਾ, ਬਟ ਹੁਣ ਓਨੀ ਵੇਟ ਵੀ ਨਾ ਕਰੋ ਕਿ ਆਪਾਂ ਬਿਲਕੁਲ ਹੀ ਚੱਲਣ ਫਿਰਨ ਤੋਂ ਰਹਿ ਜਾਈਏ, ਜਮਾ ਹੀ ਬੈਠ ਜਾਈਏ ਮੰਜੇ ਤੇ ਜਾਂ ਫਿਰ ਇੱਕ ਦੇ ਨਾਲ ਦੂਜੀ ਪ੍ਰੋਬਲਮ ਆ ਜਾਵੇ, ਹੈ ਨਾ, ਇੱਕ ਦੇ ਨਾਲ ਦੂਸਰੀ ਪ੍ਰੋਬਲਮ ਵੀ ਖੜੀ ਹੋ ਜਾਵੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਸਵਾਲ ਤੇ ਬਹੁਤ ਸਾਰੇ ਨੇ, ਅਗਲੇ ਐਪੀਸੋਡ ਦੇ ਵਿੱਚ ਵੀ ਕਰਾਂਗੇ। ਸੋ ਦਰਸ਼ਕਾਂ ਨੂੰ ਮੇਰੇ ਖਿਆਲ ਨਾਲ ਅੱਜ ਦੀ ਜਿਹੜੀ ਗੱਲ ਸੀਗੀ ਉਹ ਕਾਫੀ ਹੱਦ ਤੱਕ ਕਲੀਅਰ ਆਊਟ ਹੋਈ ਹੋਏਗੀ ਔਰ ਜਿਨ੍ਹਾਂ ਨੇ ਕਾਲਸ ਕੀਤੀਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਸਾਡੇ ਦਰਸ਼ਕਾਂ ਨੂੰ ਜੀ। ਸੋ ਦਰਸ਼ਕਾਂ ਨੂੰ ਇਹੀ ਕਹਾਂਗੇ ਜੀ, ਜਿਵੇਂ ਕਿ ਬਾਰ-ਬਾਰ ਇਹ ਗੱਲ ਹੋਈ ਹੈ ਕਿ ਜੇ ਤੁਹਾਨੂੰ ਦਿੱਕਤ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤਾਂ ਉਸ ਨੂੰ ਹੋਰ ਡਿਲੇ ਕਰਕੇ ਨਾ ਵਧਾਇਆ ਜਾਵੇ, ਉਸ ਤੋਂ ਪਹਿਲਾਂ ਤੁਸੀਂ ਡਾਇਗਨੋਸ ਕਰਵਾ ਸਕਦੇ ਹੋ। ਸੋ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।